ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਹੌਲੀ ਹੌਲੀ ਜਦੋਂ ਸਾਰੇ ਜੁੜ ਰਹੇ ਹਾਂ ਤੇ ਜੁੜ ਵੀ ਗਏ ਆ ਕਾਫੀ ਜਾਣੇ। ਇਸ ਟਾਈਮ ਆਪਣੇ 26 ਜਾਣੇ ਜੁੜ ਚੁੱਕੇ ਆ। ਮੈਂ ਸ਼ੁਰੂਆਤ ਵਿੱਚ ਮੈਂ ਜਗਤਾਰ ਵੀਰ ਨੂੰ ਕਹੂੰਗਾ ਕਿ ਅਸੀਂ ਇਹ ਕੀਤਾ ਕਿ ਅਸੀਂ ਕੁਛ ਖੋਜ ਕਰਨ ਲਈ ਅਸੀਂ ਆਪਣੇ ਤੌਰ ਤੇ ਹੜੱਪਨ ਸਿਵਲਾਈਜੇਸ਼ਨ ਦੇ ਬਾਰੇ, ਇਸ ਸਿੰਧੂ ਘਾਟੀ ਸੱਭਿਅਤਾ ਦੇ ਬਾਰੇ, ਜਿਹੜਾ ਸਾਡੇ ਕੋਲ ਨੀਅਰੈਸਟ ਪੁਆਇੰਟ ਸੀ, ਜਿਹੜਾ ਸਭ ਤੋਂ ਨੇੜਲਾ ਜਗ੍ਹਾ ਸੀ, ਉਹ ਸੰਘੋਲ ਸੀਗੀ। ਤੇ ਅਸੀਂ ਉੱਥੇ ਜਾਣ ਦੀ ਕੋਸ਼ਿਸ਼ ਕੀਤੀ। ਇਸ ਲਈ ਇਸ ਲੋਕਡਾਊਨ ਦੇ ਵਿੱਚ ਅਸੀਂ ਗਏ ਉੱਥੇ। ਸੰਘੋਲ ਦਾ ਮਿਊਜ਼ੀਅਮ ਤਾਂ ਸੱਚ ਬੰਦ ਸੀਗਾ, ਤੇ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਕੁਛ ਚੀਜ਼ਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ, ਕੁਛ ਚੀਜ਼ਾਂ ਉਹਨਾਂ ਤੋਂ ਪਤਾ ਕੀਤੀਆਂ, ਕੁਛ ਤਸਵੀਰਾਂ ਅਸੀਂ ਲੈ ਕੇ ਆਏ। ਫਿਰ ਅਸੀਂ ਅੰਦਰੂਨੀ ਪਾਸੇ ਗਏ ਜਿੱਥੇ ਜਿਹੜਾ ਬੋਧੀਆਂ ਦਾ ਮੱਠ, ਜਿਹੜਾ ਮੋਨੈਸਟਰੀਜ਼ ਉਹਨਾਂ ਦੀਆਂ ਸੀਗੀਆਂ, ਉਹ ਵਾਲੀਆਂ ਦੇਖਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੋਕਡਾਊਨ ਕਰਕੇ, ਕਿਉਂਕਿ ਸਾਰਾ ਕੁਛ ਬੰਦ ਸੀ, ਉਹਨਾਂ ਨੇ ਸਾਨੂੰ ਬਾਹਰੋਂ ਦੇਖਣ ਦਾ ਮੌਕਾ ਦਿੱਤਾ। ਤੇ ਮੈਂ ਜਗਤਾਰ ਵੀਰ ਕੋਲ ਉਹ ਵੀਡੀਓ ਜਿਹੜੀ ਹੈਗੀ ਆ ਉਹ ਪਈ ਆ, ਤੇ ਉਹ ਮੈਂ ਕਹੂੰਗਾ ਉਹ ਸਾਂਝੀ ਸਾਡੇ ਨਾਲ ਸ਼ੇਅਰ ਕਰ ਲੈਣ ਇੱਕ ਵਾਰ ਸਾਰੀ। ਇੱਕੋ ਛੋਟੀ ਜਿਹੀ ਵੀਡੀਓ ਅਸੀਂ 3 ਮਿੰਟ ਦੀ। ਇਹ ਕੁਝ ਤਸਵੀਰਾਂ ਨੇ, ਇੱਟਾਂ ਨੇ ਜੀ ਉਸ ਟਾਈਮ ਦੀਆਂ। ਸਕਰੀਨ ਕੀ ਸ਼ੋ ਹੋ ਰਹੀ ਹੈ? ਪਿੱਛੇ ਜੋ ਬੰਦੇ ਖੜੇ ਜੀ ADC ਸਾਹਿਬ ਨੇ ਫਤਿਹਗੜ੍ਹ ਸਾਹਿਬ ਦੇ, ਇਹਨਾਂ ਦੇ ਹਵਾਲੇ ਨਾਲ ਸਾਨੂੰ ਦੇਖਣ ਦਾ ਮੌਕਾ ਲੱਗ ਗਿਆ ਸੀ। ਇਹ ਜਿਹੜਾ ਸੜਕ ਦੇ ਉੱਤੇ ਹੈ ਜੀ, ਆ ਜਿਹੜੀ ਤੁਸੀਂ ਹੁਣ ਤਸਵੀਰ ਦੇਖੋ, ਸੜਕ ਦੇ ਉੱਤੇ ਹੀ ਹੈ ਜੀ ਸੰਘੋਲ ਦਾ ਮਿਊਜ਼ੀਅਮ ਟੱਪ ਕੇ। ਤੇ ਜਿਹੜਾ ਸੜਕ ਤੇ ਪੈਸੇ ਬੁੱਧਿਸਟ ਮੋਨੈਸਟਰੀਜ਼ ਜਿਹੜੀਆਂ ਹੈਗੀਆਂ, ਇਹ ਜਿਹੜੀ ਤਸਵੀਰ ਤੁਹਾਡੇ ਸਾਹਮਣੇ ਜੀ, ਇਹਦਾ ਇੱਕ ਇਤਿਹਾਸ ਵੀ ਮੈਂ ਨਾਲ ਤੁਹਾਡੇ ਸਾਂਝਾ ਕਰੂੰਗਾ। ਸਰ ਪਿਕਸ ਵਗੈਰਾ ਸ਼ੋ ਨਹੀਂ ਹੋ ਰਹੀਆਂ ਜੀ ਕੁਝ ਵੀ। ਅੱਛਾ, ਇਹ ਰਸ਼ਪਾਲ ਸਿੰਘ ਜੀ ਸ਼ਾਇਦ ਕੋਈ ਪੋਰਟੇਬਲ ਟੈਕਨੀਕ, ਕਿਉਂਕਿ ਇੱਧਰ ਤਾਂ ਸ਼ੋ ਹੋ ਰਹੀਆਂ ਨੇ ਵੀਡੀਓ ਚੱਲ ਰਹੀ ਸੀਗੀ ਜੀ। ਇੱਥੇ ਜ਼ਰਾ ਜੀ ਰੋਕ ਸਕੋ ਜਗਤਾਰ। ਸੋ ਮੇਰੇ ਖਿਆਲ ਚ ਸ਼ੋ ਹੋ ਰਿਹਾ ਸੀਗਾ, ਰਸ਼ਪਾਲ ਜੀ ਨੂੰ ਨਹੀਂ ਸ਼ੋ ਹੋ ਰਿਹਾ, ਬਾਕੀਆਂ ਨੂੰ ਸ਼ੋ ਹੋ ਰਿਹਾ ਸੀਗਾ ਜੀ। ਜੀ ਜੀ ਯੈਸ ਸਰ ਸ਼ੋ ਹੋ ਰਿਹਾ। ਯੈਸ ਸਰ। ਇਹ ਲਾਸਟ ਵਾਲੀ ਇਮੇਜ ਜੀ, ਇਹ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ ਇਹ ਮੋਨੈਸਟਰੀ ਸੀਗੀਆਂ, ਇਹ ਬੰਦ ਸੀਗੀਆਂ ਜੀ। ਸਾਈਡ ਤੋਂ ਅਸੀਂ ਖੇਤ ਤੋਂ ਨਿਕਲ ਕੇ, ਜਿੱਥੇ ਬਹੁਤ ਸਾਰੀ ਖੱਬਲ ਸੀ, ਬਹੁਤ ਸਾਰਾ ਕੁਛ ਸੀ, ਤੇ ਮੈਂ ਡਰ ਵੀ ਰਿਹਾ ਸੀ ਕਿ ਸੱਪ ਨਾ ਹੋਣ। ਤੇ ਤੁਸੀਂ ਦੇਖ ਸਕਦੇ ਹੋ ਜਗਤਾਰ ਵੀਰ ਦੇ ਕੋਲ ਕੈਮਰਾ ਹੈ, ਤਾਂ ਅਸੀਂ ਇਹ ਜਿਹੜੀਆਂ ਤਸਵੀਰਾਂ ਲੈ ਕੇ ਆਏ ਆ, ਇਹ ਜਾਲੀਆਂ ਤੇ ਚੜ ਕੇ ਉੱਪਰੋਂ। ਤੇ ਸਾਨੂੰ ਡਰ ਵੀ ਲੱਗਦਾ ਸਾਨੂੰ ਕੋਈ ਟੋਕ ਨਾ ਦੇ, ਪਰ ਕਈ ਵਾਰ ਐਂ ਹੁੰਦਾ ਕਿ ਤੁਸੀਂ ਧੁੱਪ ਦੇ ਵਿੱਚ ਵੀ ਜਨੂਨੀ ਹੋਏ ਹੁੰਦੇ ਹੋ ਕਿ ਨਹੀਂ ਅਸੀਂ ਇਹ ਕਰਨਾ ਹੈ। ਤੇ ਅਸੀਂ ਫਿਰ ਜਿਹੜੇ ਇਹਦੇ ਕੇਅਰ ਟੇਕਰ ਸੀਗੇ ਜੀ ਸੰਘੋਲ ਦੇ ਵਿੱਚ ਜਾ ਕੇ, ਤੇਜਾ ਸਿੰਘ ਜੀ, ਉਹਨਾਂ ਨੂੰ ਵੀ ਮਿਲ ਕੇ ਤੇ ਬਹੁਤ ਸਾਰੀਆਂ ਉਹਨਾਂ ਤੋਂ ਗੱਲਾਂ ਜਿਹੜੀਆਂ ਪੁੱਛ ਕੇ ਗਿਆਨ ਜਿਹੜਾ ਉਹ ਲੈ ਕੇ ਆਏ ਇਸ ਖਾਸ ਤੌਰ ਤੇ ਸੰਘੋਲ ਦੇ ਬਾਰੇ, ਹੜੱਪਨ ਸਿਵਲਾਈਜੇਸ਼ਨ ਦੇ ਬਾਰੇ। ਸੋ ਇਹ ਸਮਾਗਮ ਜਿਹੜਾ ਹੈ, ਅਸੀਂ 100 ਸਾਲਾ ਸ਼ਤਾਬਦੀ ਜਿਹੜੀ ਹੈਗੀ ਹੈ, ਹੜੱਪਾ ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਸੀ, ਉਹਨੂੰ ਖੋਦਿਆ ਗਿਆ ਸੀ 1921 ਦੇ ਵਿੱਚ।
ਤੇ ਉਸ ਦਾ ਸ਼ਤਾਬਦੀ ਸਮਾਰੋਹ ਮਨਾਉਣ ਲਈ ਅਸੀਂ ਪੰਜਾਬੀ ਸੱਤ, ਕਿਉਂਕਿ ਇਹ ਸਾਡੇ ਏਰੀਏ ਦੀ ਗੱਲ ਹੈ, ਸਾਡੇ ਖਿੱਤੇ ਦੀ ਗੱਲ ਹੈ, ਅਸੀਂ ਇਸ ਜਗ੍ਹਾ ਨੂੰ ਬਿਲੋਂਗ ਕਰਦੇ ਹਾਂ ਤੇ ਇਸ ਦੇ ਬਾਰੇ ਗੱਲ ਕਰਨਾ ਸਾਡਾ ਜ਼ਰੂਰੀ ਵੀ ਹੈ। ਇਹ ਕਿਵੇਂ ਬਣਿਆ, ਉਸ ਦੇ ਲਈ ਜਦੋਂ ਗੱਲ ਕੀਤੀ ਮੋਤਾ ਭਾਜੀ ਉਹਨਾਂ ਨਾਲ ਤੇ ਡਾਕਟਰ ਨਿਰਮਲ ਸਿੰਘ ਉਹਨਾਂ ਨਾਲ, ਤੇ ਉਹਨਾਂ ਨੇ ਬੜਾ ਹਾਂ ਪੱਖੀ ਜਦੋਂ ਸਾਨੂੰ ਹੁੰਗਾਰਾ ਦਿੱਤਾ ਤੇ ਅਸੀਂ ਫਿਰ ਇਸ ਚੀਜ਼ ਨੂੰ ਹੋਰ ਬਿਹਤਰ ਉਹਨਾਂ ਦੀਆਂ ਕਈ ਆਸਾਂ ਵੱਡਿਆਂ ਦੀਆਂ ਆਸਾਂ ਹੁੰਦੀਆਂ ਨੇ ਛੋਟਿਆਂ ਤੋਂ, ਤੇ ਅਸੀਂ ਉਸ ਆਸ ਤੇ ਪੂਰਾ ਉਤਰਨ ਲਈ ਇਹ ਚੀਜ਼ ਕੋਸ਼ਿਸ਼ ਕੀਤੀ ਤੇ ਸਾਨੂੰ ਇਹਦੇ ਵਿੱਚ ਸਹਿਯੋਗ ਮਿਲਿਆ। ਡਾਕਟਰ HS ਭੱਟੀ ਉਹਨਾਂ ਦਾ ਵੀ ਸਾਨੂੰ ਸਹਿਯੋਗ ਮਿਲਿਆ, ਉਹਦੇ ਲਈ ਵੀ ਧੰਨਵਾਦ ਕਰਦੇ ਹਾਂ। ਇਸ ਸਮਾਗਮ ਦਾ ਜਿਹੜਾ ਪ੍ਰਧਾਨਗੀ ਮੰਡਲ ਰਹੇਗਾ, ਜਿਵੇਂ ਆਪਾਂ ਜਾਣਦੇ ਹਾਂ, ਡਾਕਟਰ HS ਭੱਟੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਪ੍ਰੋਫੈਸਰ ਨੇ, ਰਿਟਾਇਰਡ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਤੋਂ, ਤੇ ਬਹੁਤ ਸਾਰਾ ਕੰਮ ਉਹਨਾਂ ਦਾ ਜਿਵੇਂ ਪਾਰਟੀਸ਼ਨ ਦੇ ਉੱਤੇ ਕੰਮ ਹੈ ਤੇ ਸਾਹਿਤ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਨੇ। ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੁਣ ਵੀ ਰਿਹਾ ਹੈ ਤੇ ਉਹ ਪ੍ਰਧਾਨਗੀ ਮੰਡਲ ਦੇ ਵਿੱਚ ਸਾਡੇ ਪ੍ਰੈਜ਼ੀਡੈਂਸ਼ੀਅਲ ਐਡਰੈਸ ਲਈ ਪ੍ਰਧਾਨਗੀ ਭਾਸ਼ਣ ਲਈ ਰਹਿਣਗੇ। ਡਾਕਟਰ ਮੋਤਾ ਸਿੰਘ ਜੀ ਸਰਾਏ ਸਾਡੇ ਨਾਲ ਰਹਿਣਗੇ ਤੇ ਡਾਕਟਰ ਨਿਰਮਲ ਸਿੰਘ ਜੀ ਸਰਪ੍ਰਸਤ ਜੋ ਪੰਜਾਬੀ ਸਾਦੇ ਨੇ ਉਹ ਸਾਡੇ ਨਾਲ ਪ੍ਰਧਾਨਗੀ ਮੰਡਲ ਦੇ ਵਿੱਚ ਰਹਿਣਗੇ। ਤੇ ਪ੍ਰੋਗਰਾਮ ਦਾ ਇਸ ਸੈਮੀਨਾਰ ਦਾ ਆਗਾਜ਼ ਕਰਨ, ਵੈਬੀਨਾਰ ਦੇ ਆਗਾਜ਼ ਦੇ ਵਿੱਚ ਮੈਂ ਡਾਕਟਰ ਅਨੁਜਾ ਰਾਣਾ ਨੂੰ ਉਹਨਾਂ ਦੇ ਪੇਪਰ ਲਈ, ਜਿਹੜਾ ਕਿ ਉਹਨਾਂ ਦਾ ਪੇਪਰ ਦਾ ਵਿਸ਼ਾ ਹੈ ਹੜੱਪਾ ਸੱਭਿਅਤਾ ਦਾ ਭੂਗੋਲਿਕ ਵਿਸਤਾਰ, ਮਹੱਤਵਪੂਰਨ ਥਾਵਾਂ ਅਤੇ ਪਤਨ ਦੇ ਕਾਰਨ। ਡਾਕਟਰ ਅਨੁਜਾ ਰਾਣਾ ਜੋ ਭੂਗੋਲ ਦੇ ਪ੍ਰੋਫੈਸਰ ਨੇ, ਉਹਨਾਂ ਨੂੰ ਬਹੁਤ ਵੱਡਾ ਟੀਚਿੰਗ ਦਾ ਕਾਫੀ ਲੰਬੇ ਅਰਸੇ ਦਾ ਟੀਚਿੰਗ ਦਾ ਐਕਸਪੀਰੀਅੰਸ ਵੀ ਹੈਗਾ ਤੇ ਰਿਸਰਚ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ ਤੇ ਉਹ ਸੋਸ਼ਲ ਵਰਕਰ ਵੀ ਨੇ ਤੇ ਗਾਏ ਬਗਾਏ ਉਹ ਜਦੋਂ ਵੀ ਉਹਨਾਂ ਨੂੰ ਮੌਕਾ ਲੱਗਦਾ ਹੈ ਚੰਡੀਗੜ੍ਹ ਦੇ ਵਿੱਚ, ਅਸੀਂ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਸੋਸ਼ਲ ਵਰਕ ਦੇ ਵਿੱਚ ਵੀ ਆਪਣੇ ਆਪ ਨੂੰ ਅੰਗੇਜ ਰੱਖਦੇ ਨੇ ਤੇ ਮੈਂ ਉਹਨਾਂ ਨੂੰ ਸੱਦਾ ਦੇ ਰਿਹਾ ਉਹਨਾਂ ਦਾ ਪਰਚਾ ਪੜ੍ਹਨ ਦੇ ਲਈ। ਡਾਕਟਰ ਅਨੁਜਾ ਰਾਣਾ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਸਰ, ਬਹੁਤ ਬਹੁਤ ਧੰਨਵਾਦ। ਅੱਜ ਖੋਜ ਸ਼ਤਾਬਦੀ ਨੂੰ ਸਮਰਪਿਤ ਇਸ ਇੰਟਰਨੈਸ਼ਨਲ ਵੈਬੀਨਾਰ ਦੇ ਵਿੱਚ ਅਸੀਂ ਸਭ ਇਕੱਠੇ ਹੋਏ ਹਾਂ ਤੇ ਮੈਂ ਇਸ ਮੌਕੇ ਦੇ ਉੱਤੇ ਇਹੀ ਕਹਿਣਾ ਚਾਹਾਂਗੀ ਕਿ ਇਹ ਬਹੁਤ ਹੀ ਸੁਨਹਿਰਾ ਮੌਕਾ ਹੈ ਕਿਉਂਕਿ ਇਹ 100ਵਾਂ ਸਾਲ ਹੈ ਤੇ ਸਾਨੂੰ ਸਭ ਨੂੰ, ਰਿਸਰਚ ਸਕਾਲਰਸ ਨੂੰ, ਅਸੀਂ ਵੀ ਖੁਦ, ਕਿਉਂਕਿ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ ਤੇ ਗਿਆਨ ਜੋ ਹੈ ਹਰ ਰੋਜ਼ ਨਵਾਂ ਗਿਆਨ ਹੁੰਦਾ ਹੈ, ਚਾਹੇ ਉਹ ਮੈਂ ਹਾਂ, ਚਾਹੇ ਮੇਰੇ ਤੋਂ ਹਾਇਰ ਲੈਵਲ ਦੇ ਮੇਰੇ ਟੀਚਰਸ ਹਨ, ਚਾਹੇ ਮੇਰੇ ਵਿਦਿਆਰਥੀ ਹਨ। ਸੋ ਗਿਆਨ ਇੱਕ ਉਹ ਰੂਪ ਹੈ ਜੋ ਹਰ ਰੋਜ਼ ਮੈਨੂੰ ਨਵੇਂ ਤੋਂ ਨਵੇਂ ਸਿੱਖਣ ਨੂੰ ਮਿਲਦਾ ਰਹਿੰਦਾ ਹੈ। ਤੋ ਜਿਓਗ੍ਰਾਫੀਕਲ ਐਨਾਲਿਸਿਸ ਦੇ ਵਿੱਚ ਮੈਂ ਆਪਣੀ ਪ੍ਰੈਜ਼ੈਂਟੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਸੋ ਮੇਰੀ ਪ੍ਰੈਜ਼ੈਂਟੇਸ਼ਨ ਦਾ ਮੂਲ ਵਿਸ਼ਾ ਹੈ ਹੜੱਪਾ ਸੱਭਿਅਤਾ ਦਾ ਭੂਗੋਲਿਕ ਵਿਸਤਾਰ। ਇਸ ਦੀ ਮਹੱਤਵਪੂਰਨ ਥਾਵਾਂ ਜਿਨ੍ਹਾਂ ਕਿ ਆਪਾਂ ਸਾਈਟਸ ਤੇ ਪਤਨ ਦੇ ਕਾਰਨ, ਜਿਓਗ੍ਰਾਫੀਕਲ ਐਕਸਟੈਂਟ ਆਫ ਹੜੱਪਨ ਸਿਵਲਾਈਜੇਸ਼ਨ, ਇੰਪੋਰਟੈਂਟ ਸਾਈਟਸ, ਰੀਜ਼ਨਸ ਫॉर ਡਿਕਲਾਈਨ। ਠੀਕ ਹੈ ਜੀ। ਉਸ ਤੋਂ ਬਾਅਦ ਇਸ ਦੇ ਇੰਟਰੋਡਕਸ਼ਨ ਦੇ ਵਿੱਚ ਅਸੀਂ ਇਸ ਦਾ ਇੱਕ ਰੂਪਾਂਤ ਦੇਖਾਂਗੇ। ਹੜੱਪਨ ਸਿਵਲਾਈਜੇਸ਼ਨ ਬਾਰੇ ਅਸੀਂ ਥੋੜਾ ਬਹੁਤ ਜਾਣਾਂਗੇ, ਇੰਡਸ ਸਿਵਲਾਈਜੇਸ਼ਨ ਬਾਰੇ, ਇਸ ਦੇ ਫੀਚਰਸ, ਸਾਈਜ਼, ਲੋਕੇਸ਼ਨ, ਇੰਡਸ ਸਿਵਲਾਈਜੇਸ਼ਨ ਵੈਲੀ ਦੇ, ਜਨਸੰਖਿਆ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਕਿਸ ਤਰ੍ਹਾਂ ਮਹੱਤਵਪੂਰਨ ਰੋਲ ਪਲੇ ਕੀਤਾ ਜਨਸੰਖਿਆ ਨੇ, ਉੱਥੋਂ ਦਾ ਡਰੇਨੇਜ ਪੈਟਰਨ ਕਿਹੋ ਜਿਹਾ ਸੀ, ਸਿਸਟਮ ਕਿਹੋ ਜਿਹਾ ਸੀ, ਟਾਊਨ ਪਲੈਨਿੰਗ ਸਿਸਟਮ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਕਿਵੇਂ ਦਾ ਸੀ, ਸਟਰਕਚਰਸ ਕਿਵੇਂ ਦੇ ਬਣੇ ਹੋਏ ਸੀ ਤੇ ਇਹ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਪਹਿਲਾ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਿਆ ਤੇ ਅੰਤ ਦੇ ਵਿੱਚ ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਇੰਡਸ ਸਿਵਲਾਈਜੇਸ਼ਨ, ਜਿਸ ਨੂੰ ਪੰਜਾਬੀ ਮੂਲ ਰੂਪ ਦੇ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਕਿਹਾ ਜਾਂਦਾ ਹੈ, ਇਹ ਸੰਸਾਰ ਦੀ ਸਾਰੀ ਸੱਭਿਅਤਾਵਾਂ, 4 ਵਿਸ਼ੇਸ਼ ਰੂਪ ਤੇ ਸੱਭਿਅਤਾਵਾਂ ਆਈਆਂ, ਮੈਸੋਪੋਟਾਮੀਆ, ਮਿਸਰ, ਚੀਨ। ਇਹਨਾਂ ਸਾਰੀਆਂ ਸੱਭਿਅਤਾਵਾਂ ਦੇ ਵਿੱਚੋਂ ਸਭ ਤੋਂ ਵੱਡੀ ਆਇਓ ਸੱਭਿਅਤਾ ਮੰਨੀ ਗਈ ਹੈ। ਇਸ ਸੱਭਿਅਤਾ ਦੇ ਅਵਸ਼ੇਸ਼ ਦਰਿਆ ਸਿੰਧ ਦੇ ਕੰਢਿਆਂ ਉੱਤੇ ਮਿਲਣ ਕਰਕੇ ਪੁਰਾਤਤਵੀ ਵਿਗਿਆਨੀਆਂ ਨੇ ਇਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦਾ ਨਾਮ ਵੀ ਦਿੱਤਾ। ਜਿਵੇਂ ਕਿ ਜਿਓਗ੍ਰਾਫਿਕਲੀ ਅਗਰ ਅਸੀਂ ਦੇਖਦੇ ਹਾਂ, ਹਮੇਸ਼ਾ ਹੀ ਅਸੀਂ ਜਗ੍ਹਾ ਦਾ ਮੁਲਾਂਕਣ ਜ਼ਰੂਰ ਕਰਦੇ ਹਾਂ, ਅਸੀਂ ਮੈਪਿੰਗ ਜ਼ਰੂਰ ਕਰਦੇ ਹਾਂ। ਤਾਂ ਇੱਕ ਸਾਰਿਆਂ ਦੀ ਜਾਣਕਾਰੀ ਦੇ ਲਈ ਇੱਥੇ ਇੱਕ ਮੈਪ ਪੇਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਹੜੱਪਨ ਸਿਵਲਾਈਜੇਸ਼ਨ, ਇੰਡਸ ਸਰਸਵਤੀ ਵੈਲੀ ਦਾ ਦ੍ਰਿਸ਼ਟਾਂਤ ਕੀਤਾ ਗਿਆ ਹੈ। ਉਸ ਤੋਂ ਅੱਗੇ ਸਾਡੇ ਕੋਲ ਹੈ ਹੜੱਪਨ ਸਿਵਲਾਈਜੇਸ਼ਨ
ਉਸ ਤੋਂ ਬਾਅਦ ਇੰਡਸ ਸਰਸਵਤੀ ਵੈਲੀਜ਼, ਮੈਸੋਪੋਟਾਮੀਆ, ਇਹ ਸਾਰੇ ਮੈਪਿੰਗ ਕੀਤੀ ਹੋਈ ਹੈ। ਇਹ ਜਿਹੜਾ ਮੈਪ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦਾ, ਇਹਦੇ ਵਿੱਚ ਡਿਫਰੈਂਟ ਸਾਈਟਸ ਦੇ ਬਾਰੇ ਦੱਸਿਆ ਗਿਆ ਹੈ, ਜਿਵੇਂ ਕਿ ਸਾਡੀ ਮੋਹਨਜੋਦੜੋ, ਹਰੱਪਾ, ਕਾਲੀਬੰਗਨ, ਲੋਥਲ, ਚਨਹਦਰੂ, ਢੋਲਾਵੀਰਾ, ਸਾਰੀਆਂ ਡਿਫਰੈਂਟ ਇਹਦੇ ਵਿੱਚ ਸਾਈਟਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਟਾਈਮ ਪੀਰੀਅਡ ਬਾਰੇ ਜਦੋਂ ਅਸੀਂ ਪੜ੍ਹ ਰਹੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਪੈਸੀਫਿਕਲੀ ਇਹ ਜਗ੍ਹਾਵਾਂ ਕਿੱਥੇ ਸੀ। ਤੇ ਜਦੋਂ ਆਪਾਂ ਫੀਚਰਸ ਦੀ ਗੱਲ ਕਰੀਏ, ਇਹਨਾਂ ਦੇ ਵਿਸ਼ੇਸ਼ ਗੱਲਾਂ, ਇਹਨਾਂ ਦੇ ਪੁਆਇੰਟਸ ਕਾਊਂਟ ਕਰੀਏ, ਤਾਂ ਇਹਦਾ ਭੂਗੋਲਿਕ ਤੇ ਜਿਓਲੋਜੀਕਲ ਇਹਦੇ ਜਿਹੜੇ ਫੀਚਰ ਸੀਗੇ ਸਿਵਲਾਈਜੇਸ਼ਨ ਦੇ ਬਹੁਤ ਹੀ ਅਮੁੱਲੇ ਹਨ, ਜਿਨ੍ਹਾਂ ਨੇ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਡਿਵੈਲਪਮੈਂਟ ਆਫ ਹੜੱਪਨ ਸਿਵਲਾਈਜੇਸ਼ਨ ਦੇ ਵਿੱਚ। ਐਂਡ ਜਦੋਂ ਆਪਾਂ ਗੱਲ ਕਰਦੇ ਹਾਂ ਅਰਬਨ ਕਲਚਰ ਦੀ, ਸਾਨੂੰ ਬਹੁਤ ਸਾਰੇ ਸੈਟਲਮੈਂਟਸ ਦਾ ਪਤਾ ਲੱਗਦਾ ਹੈ। ਟਾਊਨ ਪਲੈਨਿੰਗ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਇਸੇ ਲਈ ਐਡ ਕੀਤੀ ਗਈ ਕਿਉਂਕਿ ਜਦੋਂ ਆਪਾਂ ਜਿਓਗ੍ਰਾਫਿਕਲੀ ਗੱਲ ਕਰਦੇ ਹਾਂ ਨਾ, ਤੇ ਜਿਓਗ੍ਰਾਫਿਕਲੀ ਸਾਨੂੰ ਮੋਸਟ ਇੰਪੋਰਟੈਂਟ ਪਲੇਸ ਸਿਸਟਮ ਦੇ ਬਾਰੇ ਪਤਾ ਲੱਗਦਾ ਹੈ। ਤੇ ਜਦੋਂ ਪਲੇਸ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਸਟਰਕਚਰਸ, ਬਿਲਡਿੰਗ ਸਟਾਈਲਸ, ਅਰਬਨ ਸਿਸਟਮਸ ਦਾ ਪਤਾ ਲੱਗਦਾ ਹੈ, ਸਾਨੂੰ ਡਰੇਨੇਜ ਪੈਟਰਨਸ ਦਾ ਪਤਾ ਲੱਗਦਾ ਹੈ। ਇਸੇ ਕਰਕੇ ਸਾਨੂੰ ਅਰਬਨ ਕਲਚਰ, ਸੈਟਲਮੈਂਟਸ ਜਿਹੜੀ ਨੈਚੁਰਲੀ ਉਸ ਟਾਈਮ ਦੇ ਪੀਰੀਅਡ ਦੇ ਵਿੱਚ ਆਈਆਂ ਹੋਣ ਦੇ ਵਿੱਚ, ਐਂਡ ਇਹ ਜਿਹੜੀ ਸਾਡੀ ਐਕਟੀਵਿਟੀਜ਼, ਹੱਬ ਆਫ ਐਕਟੀਵਿਟੀਜ਼ ਬਣੀਆਂ, ਇਹਨਾਂ ਦਾ ਕਿਵੇਂ ਵਰਕਿੰਗ ਸਟਾਈਲ ਰਿਹਾ, ਇਹ ਸਾਰਾ ਕੁਝ ਅਸੀਂ ਇਸ ਦੇ ਵਿੱਚ ਦੇਖਾਂਗੇ। ਸਿੰਧੂ ਘਾਟੀ ਦੀ ਸੱਭਿਅਤਾ ਆਧੁਨਿਕ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਲਗਭਗ 1.26 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਸੀ। ਇਸ ਸੱਭਿਅਤਾ ਨਾਲ ਸੰਬੰਧਿਤ 1056 ਸ਼ਹਿਰ ਦੇ ਰਹਿਣ ਸਥਾਨ ਲੱਭੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 96 ਦੀ ਖੁਦਾਈ ਹੋ ਚੁੱਕੀ ਹੈ। ਇਹ ਸੱਭਿਅਤਾ ਪੂਰਬ ਵਿੱਚ ਘੱਗਰ ਹਕਰਾ ਵਾਦੀ ਤੋਂ ਪੱਛਮ ਵਿੱਚ ਬਲੋਚਿਸਤਾਨ ਦੇ ਮਕਰਾਨ ਤੱਟ ਤੱਕ ਅਤੇ ਉੱਤਰ ਪੂਰਬ ਵਿੱਚ ਅਫਗਾਨਿਸਤਾਨ ਤੋਂ ਦੱਖਣ ਵਿੱਚ ਮਹਾਰਾਸ਼ਟਰ, ਦਾਇਮਾਬਾਦ ਤੱਕ ਫੈਲੀ ਹੋਈ ਹੈ। ਜ਼ਿਆਦਾਤਰ ਕਸਬੇ ਸਿੰਧ ਦੇ ਘੱਗਰ ਹਕਰਾ ਨਦੀਆਂ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਦੇ ਆਲੇ ਦੁਆਲੇ ਪਸਰੀਆਂ ਹੋਈਆਂ ਸਨ। ਇਸ ਸੱਭਿਅਤਾ ਦੇ ਪ੍ਰਮੁੱਖ ਸ਼ਹਿਰੀ ਕੇਂਦਰ ਹੜੱਪਾ, ਮੋਹਨਜੋਦਾੜੋ, ਧੋਲਾਵੀਰਾ, ਗਵਾਰੀ ਵਾਲਾ, ਰਾਖੀਗਾੜੀ, ਇਹ ਸਾਰੇ ਇਸ ਦੇ ਵਿੱਚ ਆ ਜਾਂਦੇ ਹਨ। ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਦੀ ਆਬਾਦੀ 5 ਲੱਖ ਤੋਂ ਵੱਧ ਸੀ। ਸੱਭਿਅਤਾ ਦੇ ਬਹੁਤੇ ਲੋਕ ਕਾਰੀਗਰ ਤੇ ਵਪਾਰੀ ਸਨ। ਲੋਕਾਂ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਰਹਿੰਦੀ ਸੀ। ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਇਹ ਵੈਲੀ ਸਿਵਲਾਈਜੇਸ਼ਨ ਜਿਹੜੀ ਹੈ ਇੱਕ ਸੋਫਿਸਟੀਕੇਟਿਡ ਸਿਵਲਾਈਜੇਸ਼ਨ ਮੰਨੀ ਜਾਂਦੀ ਹੈ। ਸੰਘਣੀ ਆਬਾਦੀ ਦੇ ਬਾਵਜੂਦ ਵੀ ਸ਼ਹਿਰ ਮੈਸੋਪੋਟਾਮੀਆ ਤੇ ਮਿਸਰ ਦੇ ਉਲਟ ਅਰਾਜਕ ਨਹੀਂ ਸਨ। ਮੋਹਨਜੋਦਾੜੋ 300 ਹੈਕਟੇਅਰ ਵਿੱਚ ਫੈਲਿਆ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸ ਦੀ ਆਬਾਦੀ ਲਗਭਗ 40,000 ਸੀ। ਅਲਾਦੀਨੋ ਸਿੰਧ ਘਾਟੀ ਦੀ ਸੱਭਿਅਤਾ ਦਾ ਸਭ ਤੋਂ ਛੋਟਾ ਸਥਾਨ ਮੰਨਿਆ ਜਾਂਦਾ ਹੈ। ਇਸ ਦੇ ਪਾਣੀ ਦੇ ਨਿਕਾਸ ਦਾ ਇੱਥੇ ਸੁਚੱਜਾ ਪ੍ਰਬੰਧ ਕੀਤਾ ਗਿਆ। ਇੱਥੇ ਐਡਵਾਂਸ ਸੈਨੀਟੇਸ਼ਨ ਸਿਸਟਮ ਸੀ। ਲੋਕ ਜਿਹੜੇ ਸੀਗੇ ਉਹਨਾਂ ਨੂੰ ਪਤਾ ਸੀ ਕਿ ਕਿਵੇਂ ਉਹਨਾਂ ਨੇ ਇੰਪਲੀਮੈਂਟ ਕਰਨਾ ਹੈ ਚੈਨਲਾਈਜੇਸ਼ਨ ਆਫ ਵਾਟਰ, ਪਾਣੀ ਦਾ ਨਿਕਾਸ ਕਿਵੇਂ ਕਰਨਾ ਹੈ। ਬਲਕਿ ਰੋਮਨਸ ਨੇ ਵੀ ਇਹਨਾਂ ਏਰੀਆਜ਼ ਦੇ ਵਿੱਚ ਬਾਅਦ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ। ਐਡਵਾਂਸ ਵਾਟਰ ਮੈਨੇਜਮੈਂਟ ਸਿਸਟਮ ਨੂੰ ਇਸ ਦੇ ਵਿੱਚ ਕਾਰਜਸ਼ੀਲ ਬਣਾਇਆ ਗਿਆ। ਡਿਫਰੈਂਟ ਅਲੱਗ-ਅਲੱਗ ਤਰੀਕੇ ਨਾਲ ਚੈਨਲਾਈਜੇਸ਼ਨ ਕੀਤੀ ਗਈ। ਹੜੱਪਨ ਗਲੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਵੇਸਟ ਵਾਟਰ ਦਾ ਜਾਂ ਫਿਰ ਸਟਰੋਮ ਵਾਟਰ ਦਾ ਕਿਵੇਂ ਨਿਕਾਸ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਰੂਪ ਤੇ ਧਿਆਨ ਕੀਤਾ ਗਿਆ। ਵੇਸਟ ਵਾਟਰ ਡਰੇਨੇਜ ਸਿਸਟਮ ਪ੍ਰੋਪਰ ਤਰੀਕੇ ਨਾਲ ਹੋਏ। ਇਹ ਦਾ ਇੱਕ ਮੁੱਖ ਜਿਹੜਾ ਸਟੇਜ ਸੀ ਕਿ ਡਰੇਨੇਜ ਪੈਟਰਨ ਇਸੇ ਲਈ ਸਕਸੈਸਫੁਲ ਰਿਹਾ ਸੀ। The most important world's first rain water harvesting system ਸੀ ਇੱਥੇ। ਹੜੱਪਨ ਸਿਵਲਾਈਜੇਸ਼ਨ ਜਿਹੜਾ ਹੈ ਇੱਥੇ ਵਾਟਰ ਸਟੋਰ ਕੀਤਾ ਗਿਆ। ਇਹ ਇੱਕ ਕੰਪਲੈਕਸ ਤੇ ਇੱਕ ਐਫੀਸ਼ੀਐਂਟ ਵਾਟਰ ਮੈਨੇਜਮੈਂਟ ਸਿਸਟਮ ਬਣਿਆ। ਦੁਨੀਆ ਦਾ ਪਬਲਿਕ ਵਾਟਰ ਟੈਂਕ ਜਿਸਨੂੰ ਕਿ ਗ੍ਰੇਟ ਬਾਥ, ਜੋ ਕਿ ਬਹੁਤ ਫੇਮਸ ਹੈ, 6th ਸਟੈਂਡਰਡ ਤੋਂ ਬੱਚੇ ਜਿਹੜੇ ਆ ਇੱਕ ਪਾਰਟਿਕੂਲਰਲੀ ਸੋਸ਼ਲ ਸਾਇੰਸ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਆ। ਤੇ ਸਟੈਂਡਰਡ ਦੇ ਵਿੱਚ ਹਿਸਟਰੀ ਜਦੋਂ ਆਉਂਦੀ ਹੈ ਤਾਂ ਇਹ ਸੱਭਿਅਤਾ ਦਾ ਜਦੋਂ ਮੁਲਾਂਕਣ ਕੀਤਾ ਜਾਂਦਾ, ਗ੍ਰੇਟ ਬਾਥ ਦਾ ਜ਼ਿਕਰ ਬਹੁਤ ਜ਼ਿਆਦਾ ਕੀਤਾ ਜਾਂਦਾ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ। ਸੋ ਦ ਗ੍ਰੇਟ ਬਾਥ ਆਰ ਦ ਮੋਸਟ ਪ੍ਰੀਸ਼ੀਅਸ ਫੀਚਰਸ ਆਫ ਦਿਸ ਸਿਵਲਾਈਜੇਸ਼ਨ। ਸਿਟੀ ਆਫ ਮੋਹਨਜੋਦਾਰੋ, ਇਹਦੇ ਵਿੱਚ ਮੈਨੇਜਮੈਂਟ ਜਿਹੜੀ ਸੀਗੀ 80 ਪਬਲਿਕ ਟਾਇਲਟਸ, 700 ਖੂਹ ਸੀ। ਇੱਥੋਂ ਦੇ ਖੂਹ ਜਿਹੜੇ ਸੀ ਸਟ੍ਰੈਟੇਜਿਕਲੀ ਬਣੇ ਹੋਏ ਸੀ ਤਾਂ ਕਿ ਸਪਲਾਈ ਆਫ ਵਾਟਰ ਜਿਹੜੀ ਹੈ ਲੋਕੈਲਿਟੀ ਨੂੰ ਪ੍ਰੋਪਰ ਜਾ ਸਕੇ।
ਉਸ ਤੋਂ ਬਾਅਦ ਟਾਊਨ ਪਲੈਨਿੰਗ ਇੱਥੋਂ ਦੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਸੀ। ਇੱਥੇ ਫਰਸਟ ਪਲਾਨਡ ਸਿਟੀ ਸਾਨੂੰ ਮਿਲੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ। ਦਾ ਸਿਟੀਜ਼ ਆਫ ਸਿਵਲਾਈਜੇਸ਼ਨ ਜਿਹੜੀਆਂ ਸੀਗੀਆਂ ਉਹ ਪਲਾਨ ਬਹੁਤ ਸੁਚੱਜੇ ਨਾਲ ਗ੍ਰਿਡ ਪੈਟਰਨਸ ਦੇ ਫਾਰਮ ਬਣੇ ਹੋਏ ਸੀ, ਜਿੱਥੇ ਕਿ ਇੰਟਰਸੈਕਸ਼ਨ ਹੋ ਰਹੀ ਸੀ ਰਾਈਟ ਐਂਗਲ ਫਾਰਮਸ ਦੇ ਵਿੱਚ। ਤੇ ਇਹ ਅਰਬਨ ਪਲੈਨਿੰਗ ਸੀ ਜਿਹੜੀ ਕਿ ਥਾਊਜ਼ੈਂਡਸ ਆਫ ਈਅਰਸ, ਹਜ਼ਾਰਾਂ ਸਾਲ ਪੁਰਾਣੀ ਸੀ, ਤੋਂ ਵੀ ਪੁਰਾਣੀ ਪੀਰੀਅਡ ਦੇ ਟਾਈਮ ਪੀਰੀਅਡ ਦੇ ਵਿੱਚ ਬਣੀ ਗਈ ਸੀ। ਇੰਡਸ ਵੈਲੀ ਸਿਟੀਜ਼ ਤੇ ਟਾਊਨਸ ਜਿਹੜੇ ਸੀ ਇਹਨਾਂ ਦਾ ਗ੍ਰਿਡ ਪੈਟਰਨ ਰੈਕਟੈਂਗੂਲਰ ਫਾਰਮ ਦੇ ਵਿੱਚ ਪਾਇਆ ਗਿਆ ਸੀ। ਇੱਥੋਂ ਦੀ ਮੇਨ ਗਲੀਆਂ ਜਿਹੜੀਆਂ ਸੀ ਨਾਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਇੱਕ ਸੈਕੰਡਰੀ ਸਟਰੀਟਸ ਬਣੀਆਂ ਹੋਈਆਂ ਸੀ, ਉਹ ਵੀ ਈਸਟ ਵੈਸਟ ਡਾਇਰੈਕਸ਼ਨਸ ਦੇ ਵਿੱਚ ਸੀ। ਇਸ ਗਲੀਆਂ ਜਿਹੜੀਆਂ ਸੀ ਇੱਕ ਦੂਜੇ ਨੂੰ ਕੱਟਦੀਆਂ ਸੀ ਰਾਈਟ ਐਂਗਲ ਦੇ ਵਿੱਚ। ਇਹ ਜਿਹੜੀਆਂ ਸੀਗੀਆਂ ਇਹਨਾਂ ਨੂੰ ਇਹਨਾਂ ਦੇ ਉੱਤੇ ਬਿਲੀਵ ਕੀਤਾ ਜਾਂਦਾ ਸੀ ਰਿਲੀਜੀਅਸਲੀ ਐਂਡ ਐਸਟਰੋਨੋਮਿਕਲੀ। ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਸੀਗਾ ਕਿ ਜੋ ਗਲੀਆਂ ਹਨ ਜੇ ਰਾਈਟ ਐਂਗਲ ਤੇ ਹਨ ਤੇ ਇਹਨਾਂ ਦਾ ਕੀ ਮਹੱਤਵ ਰਿਹਾ ਹੋਏਗਾ। ਰਿਲੀਜੀਅਸਲੀ ਇਹਨਾਂ ਦਾ ਬਹੁਤ ਜ਼ਿਆਦਾ ਮਹੱਤਵ ਰਿਹਾ। ਇਸ ਤੋਂ ਇਲਾਵਾ ਇਹ ਵੈਲ ਪਲਾਨਡ ਸਟਰਕਚਰਸ ਤਾਂ ਸੀਗੇ ਜਿਹਦੇ ਵਿੱਚ ਡਰੇਨੇਜ ਸਿਸਟਮ ਬਹੁਤ ਹੀ ਸੁਚਾਰੂ ਢੰਗ ਨਾਲ ਕੰਮ ਕਰਦਾ ਰਿਹਾ। ਤੇ ਹੜੱਪਨ ਸਿਟੀਜ਼ ਜਿਹੜੀਆਂ ਸੀਗੀਆਂ ਉਹਨਾਂ ਨੇ ਬਹੁਤ ਹੀ ਪਪੂਲੈਰਿਟੀ ਗੇਨ ਕੀਤੀ ਆਪਣੇ ਪੈਟਰਨਸ ਕਰਕੇ, ਆਪਣੀ ਪਲੈਨਿੰਗ ਆਫ ਸਿਟੀਜ਼ ਕਰਕੇ। ਤੇ ਜਦੋਂ ਆਪਾਂ ਦੇਖਿਆ ਜਾਵੇ ਇਹ ਪਲੇਸਿਸ ਜਿਹੜੀਆਂ ਸੀ ਇਹਨਾਂ ਦੀ ਐਕਸਕੇਵੇਸ਼ਨਸ ਜਦੋਂ ਹੋਈ ਤੇ ਇਸ ਸਟਰਕਚਰਸ ਤੇ ਪੈਟਰਨ ਸਾਨੂੰ ਮਿਲੇ ਜਿਹੜੇ ਕਿ ਇੱਟਾਂ ਦੇ ਬਣੇ ਹੋਏ ਸੀ, ਇਹ ਸਿਮਿਲਰ ਡਾਇਮੈਂਸ਼ਨਸ ਦੇ ਵਿੱਚ ਸੀਗੇ। ਤੇ ਇਹਨਾਂ ਦੀ ਸਟਰੀਟਸ ਜਿਹੜੀਆਂ ਹੜੱਪਾ ਦੀ ਸੀਗੀਆਂ ਵਾਈਡ ਸੀਗੀਆਂ 10.5 ਮੀਟਰ ਦੇ ਵਿੱਚ, ਤੇ ਰੋਡਸ ਜਿਹੜੀਆਂ ਸੀ 1.5 ਮੀਟਰ ਵਾਈਡ ਸੀ। ਸਿਟੀਜ਼ ਜਿਹੜੀਆਂ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੇ ਵਿੱਚ ਬਣੀਆਂ ਹੋਈਆਂ ਸੀ। ਇਹਦੇ ਵਿੱਚ ਡਿਸਪੋਜ਼ਲ ਸਿਸਟਮ ਆਫ ਡਰੇਨੇਜ ਸਿਸਟਮ ਬਹੁਤ ਅੱਛਾ ਸੀ। ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਪੜੋਸੀ ਸੀ, ਆਸੇ ਪਾਸੇ ਦੇ ਲੋਕ ਜਿਹੜੇ ਸੀ ਉਹ ਪ੍ਰੋਫੈਸ਼ਨਲੀ ਆਪਣੇ ਆਪ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਐਂਗੇਜ ਰੱਖਦੇ ਸੀ। ਇੱਥੇ ਸਟਰਕਚਰਸ ਜਿਹੜੇ ਡਵੈਲਿੰਗ ਹਾਊਸਿਸ ਦੇ ਉਹਨਾਂ ਦੇ ਤੇ ਇਹਨਾਂ ਦੇ ਡਿਫਰੈਂਟ ਸਾਈਜ਼ਸ ਸੀ ਤੇ ਬਹੁਤ ਹੀ ਅੱਛੀ ਕੁਆਲਿਟੀ ਦੇ ਬ੍ਰਿਕਸ ਸੀ। ਬਾਥਰੂਮਸ ਬਣੇ ਹੋਏ ਸੀ, ਕਿਚਨ ਸੀ, ਨੈਰੋ ਸਟੇਅਰਕੇਸਿਸ ਸੀ। ਇਹ ਸਾਰੀਆਂ ਚੀਜ਼ਾਂ ਇੱਕ ਦ੍ਰਿਸ਼ਟਾਂਤ ਤੁਹਾਨੂੰ ਸ਼ੋ ਕੀਤਾ ਗਿਆ ਪਿਕਚਰਸ ਦੇ ਵਿੱਚ ਕਿ ਇਸ ਕਿਸਮ ਦੀ ਚੀਜ਼ਾਂ ਉਸ ਟਾਈਮ ਪੀਰੀਅਡ ਦੇ ਵਿੱਚ ਅਸੀਂ ਦੇਖ ਸਕਦੇ ਸੀ। ਤੇ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਓਗ੍ਰਾਫਿਕਲੀ ਜਦੋਂ ਅਸੀਂ ਐਕਸਟੈਂਸ਼ਨ ਦੀ ਗੱਲ ਕਰਦੇ ਹਾਂ ਇੰਡਸ ਸਿਵਲਾਈਜੇਸ਼ਨ ਦੀ, ਇਸਦਾ ਇੱਕ ਵਿਲੱਖਣ ਤੇ ਇੱਕ ਇਹੋ ਜਿਹਾ ਰੂਪ ਦੇਖਿਆ ਗਿਆ ਹੈ ਜਿਸ ਦੇ ਵਿੱਚ ਇੰਨੀ ਕੁ ਡਾਇਵਰਸਿਫਿਕੇਸ਼ਨ ਹੈ ਫੀਚਰਸ ਦੀ, ਚਾਹੇ ਉਹ ਤੁਸੀਂ ਦੇਖੋ ਜਿਓਗ੍ਰਾਫਿਕਲ ਐਕਸਟੈਂਟ ਨੂੰ ਲੈ ਕੇ, ਚਾਹੇ ਉਹ ਤੁਸੀਂ ਦੇਖੋ ਸਾਈਟ ਐਕਸਟੈਂਸ਼ਨ ਨੂੰ ਲੈ ਕੇ, ਚਾਹੇ ਉਹ ਤੁਸੀਂ ਦੇਖੋ ਟਾਊਨ ਪਲੈਨਿੰਗ ਸਿਸਟਮ ਨੂੰ ਲੈ ਕੇ, ਚਾਹੇ ਉਹ ਡਰੇਨੇਜ ਪੈਟਰਨ ਸਿਸਟਮ ਹੋਵੇ, ਚਾਹੇ ਉਹ ਹੋਵੇ ਗ੍ਰੇਟ ਬਾਗਸ ਨੂੰ ਲੈ ਕੇ, ਜਾਂ ਫਿਰ ਆਪਾਂ ਕਹੀਏ ਕਿ ਪਾਣੀ ਦਾ ਨਿਕਾਸ ਕਿਸ ਤਰ੍ਹਾਂ ਹੋਇਆ। ਇਹ ਸਾਰੇ ਸਿਸਟਮ ਉੱਥੇ ਬਹੁਤ ਹੀ ਵਿਲੱਖਣ ਢੰਗ ਨਾਲ ਔਰ ਇੰਪਲੀਮੈਂਟ ਇਸ ਤਰੀਕੇ ਨਾਲ ਕੀਤੇ ਗਏ ਕਿ ਜਿਵੇਂ ਸ਼ਹਿਰੀਕਰਨ ਹੀ ਸੀ ਉਸ ਟਾਈਮ ਦੇ ਪੀਰੀਅਡ ਦੇ ਵਿੱਚ। ਸੋ ਆਪਾਂ ਕਹਿ ਸਕਦੇ ਹਾਂ ਕਿ ਜੋ ਸਿਵਲਾਈਜੇਸ਼ਨ ਸੀ ਉਹ ਇੱਕ ਸਿਗਨੀਫਿਕੈਂਟ ਔਰ ਇੰਪੈਕਟਫੁਲ ਰੋਲ ਪਲੇ ਕੀਤਾ ਡਰੇਨੇਜ ਪੈਟਰਨ ਦੇ ਵਿੱਚ, ਟਾਊਨ ਪਲੈਨਿੰਗ ਸਿਸਟਮ ਦੇ ਵਿੱਚ ਔਰ ਡਿਵੈਲਪਮੈਂਟ ਤੇ ਐਡਵਾਂਸਮੈਂਟ ਆਫ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੇ ਵਿੱਚ। ਅੰਤ ਦੇ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਹਿਣਾ ਚਾਹਾਂਗੀ, ਧੰਨਵਾਦ ਦੇਣਾ ਚਾਹਾਂਗੀ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ ਦਾ। ਸਰ ਇੱਥੇ ਸਾਡੇ ਨਾਲ ਹਨ, ਮੋਟਾ ਸਿੰਘ ਸਰਾਏ ਸਰ ਜੀ ਦਾ। ਤੇ ਇਸ ਖੋਜ ਸ਼ਤਾਬਦੀ ਨੂੰ ਸਮਰਪਿਤ ਜੋ ਸਾਡਾ 7 ਮੈਂਬਰ ਕਮੇਟੀ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ। ਡਾਕਟਰ ਅਨੁਜਾ ਰਾਣਾ ਦਾ ਬਹੁਤ ਧੰਨਵਾਦ। ਉਹਨਾਂ ਨੇ ਬਹੁਤ ਮੁੱਢਲੀ ਜਿਹੜੀ ਜਾਣਕਾਰੀ ਹੜੱਪਾ ਸਿਵਲਾਈਜੇਸ਼ਨ ਬਾਰੇ, ਇਹ ਸਿੰਧੂ ਘਾਟੀ ਸੱਭਿਅਤਾ ਬਾਰੇ, ਕਿਉਂਕਿ ਸਾਡੇ ਨਾਲ ਸਟੂਡੈਂਟਸ ਜੁੜੇ ਹੋਏ ਆ, ਸਾਡੇ ਨਾਲ ਜਿਹੜੇ ਸਕੂਲਾਂ ਦੇ ਬੱਚੇ ਵੀ ਜੁੜੇ ਹੋਏ ਆ, YouTube ਤੇ ਉਹ ਦੇਖ ਰਹੇ ਹੋਣਗੇ, ਤੇ ਜਿਹੜੇ ਕਾਲਜਸ ਦੇ ਬੱਚੇ ਆ ਉਹ ਵੀ ਜੁੜੇ ਹੋਏ ਆ। ਤਾਂ ਬੇਸਿਕ ਜਿਨ੍ਹਾਂ ਨੂੰ ਹਿਸਟਰੀ ਬਾਰੇ ਬਿਲਕੁਲ ਹੀ ਨਹੀਂ ਪਤਾ ਜਾਂ ਬਹੁਤ ਥੋੜਾ ਪੜ੍ਹਿਆ ਹੋਇਆ, ਉਹਨਾਂ ਦੇ ਲਈ ਇਹ ਜਾਣਕਾਰੀ ਬਹੁਤ ਵੱਡਮੁੱਲੀ ਰਹੇਗੀ। ਬਹੁਤ ਜਿਹੜਾ ਇੱਕ ਬੇਸਿਕ ਜਿਹੜਾ ਦੱਸਣ ਵਾਲੀ ਚੀਜ਼ ਹੜੱਪਾ ਸਿਵਲਾਈਜੇਸ਼ਨ ਬਾਰੇ, ਸਿੰਧੂ ਘਾਟੀ ਦੀ ਸੱਭਿਅਤਾ ਬਾਰੇ, ਉਹਦੇ ਲਈ ਇਹ ਬਹੁਤ ਜ਼ਰੂਰੀ ਰਿਹਾ। ਤੇ ਬਹੁਤ ਧੰਨਵਾਦ ਤੁਹਾਡਾ ਇਹ ਸਾਡੇ ਨਾਲ ਸਾਂਝਾ ਕਰਨ ਲਈ। ਡਾਕਟਰ ਨਿਰਮਲ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ, ਬਹੁਤ ਧੰਨਵਾਦ ਇਹ ਸਮਾਂ ਸਾਡੇ ਨਾਲ ਕੱਢਣ ਲਈ। ਡਾਕਟਰ ਬਰਿੰਦਰ ਸਿੰਘ ਜੀ ਗਵਰਨਮੈਂਟ ਕਾਲਜ ਐਜੂਕੇਸ਼ਨ ਫਰੀਦਕੋਟ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸ਼ੋਕ ਕੁਮਾਰ ਸੈਣੀ ਜੀ ਬਰਾਰਾ ਅੰਬਾਲਾ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਹੈ ਜੀ।
ਨੇ ਸਾਰੇ ਹੋਰ ਵੀ ਮੈਂਬਰ ਜੋ ਹੁਣ ਨਾਲ ਜੁੜ ਰਹੇ ਨੇ ਉਹਨਾਂ ਦਾ ਸਵਾਗਤ ਹੈ। ਮੈਂ ਅਗਲੀ ਆਵਾਜ਼ ਜਿਹੜੀ ਦਊਂਗਾ ਡਾਕਟਰ ਅੰਜਲੀ ਸ਼ਰਮਾ ਨੂੰ। ਅੰਜਲੀ ਸ਼ਰਮਾ ਜੋ ਹਨ ਦੇਹਰਾਦੂਨ ਤੋਂ ਪ੍ਰੋਫੈਸਰ ਨੇ ਸੋਸ਼ੀਓਲੋਜੀ ਦੇ ਜੀ, ਸੈਂਟਰਲ ਯੂਨੀਵਰਸਿਟੀ ਹਿਮਾਚਲ ਤੋਂ ਇਹਨਾਂ ਦੀ ਜਿਹੜੀ PhD ਹੈ ਤੇ ਸੀਨੀਅਰ ਰਿਸਰਚ ਫੈਲੋ ਉੱਥੇ ਰਹੇ ਨੇ ਤੇ ਲੰਬਾ ਐਕਸਪੀਰੀਅੰਸ ਇਹਨਾਂ ਨੂੰ ਰਿਸਰਚ ਦਾ ਹੈ। ਇਹਨਾਂ ਨੇ ਵੀ ਮਤਲਬ ਇਹ ਜਦੋਂ ਦੱਸਦੇ ਹੁੰਦੇ ਆ ਆਪਣੀ ਰਿਸਰਚ ਬਾਰੇ ਤੇ ਗਲੀਆਂ ਦੇ ਵਿੱਚ ਜਾ ਕੇ ਜਿਹੜੀਆਂ ਚੀਜ਼ਾਂ ਪਹਾੜਾਂ ਤੇ ਚੜ੍ਹ ਕੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਜਿਹੜੀਆਂ ਚੀਜ਼ਾਂ ਸਿੱਖੀਆਂ ਨੇ, ਨਾਲ ਦੀ ਨਾਲ ਇਹ ਇਨਵਾਇਰਮੈਂਟਲਿਸਟ ਵੀ ਨੇ, ਪੌਦਿਆਂ ਨੂੰ ਤੇ ਜਾਨਵਰਾਂ ਨੂੰ, ਖਾਸ ਚਿੜੀਆਂ ਜਨੌਰਾਂ ਨੂੰ ਬਹੁਤ ਪਿਆਰ ਕਰਦੇ ਆ। ਤੇ ਸੋਸ਼ਲ ਵਰਕਰ ਜੀ, ਇਹ ਸੋਸ਼ਲ ਵਰਕਰ ਵੀ ਨਾਲ ਹੈ ਕਿਉਂਕਿ ਸੋਸ਼ੀਓਲੋਜੀ ਵਾਲੇ ਮੋਸਟਲੀ ਇੱਦਾਂ ਹੁੰਦੇ ਆ ਕਿ ਉਹ ਜ਼ਿਆਦਾ ਸੁਹਿਰਦ ਹੁੰਦੇ ਆ ਇਸ ਮਾਮਲੇ ਵੱਲ, ਉਹਨਾਂ ਨੇ ਨੇੜਿਓਂ ਦੇਖਿਆ ਹੁੰਦਾ। ਜੈਂਡਰ ਇਕੁਐਲਿਟੀ ਇਹ ਤਕਰੀਬਨ ਇੱਕ ਸਮੈਸਟਰ ਦੇ ਵਿੱਚ ਤਕਰੀਬਨ 3500 ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਮੈਨੂੰ ਦੱਸਿਆ ਸੀ 3500 ਸਟੂਡੈਂਟ 6 ਮਹੀਨਿਆਂ ਦੇ ਵਿੱਚ ਇਹਨਾਂ ਕੋਲ ਜੈਂਡਰ ਇਕੁਐਲਿਟੀ ਪੜ੍ਹ ਕੇ ਜਾਂਦੇ ਆ ਤੇ ਇਹ ਇਹਨਾਂ ਦਾ ਹਾਸਲ ਆ ਤੇ ਸਾਨੂੰ ਬੜਾ ਮਾਣ ਹੈ ਕਿ ਸਾਡੇ ਨਾਲ ਜੁੜੇ ਆ। ਹਾਲਾਂਕਿ ਇਹ ਪੰਜਾਬੀ ਉਸ ਤਰੀਕੇ ਨਾਲ ਨਹੀਂ ਬੋਲ ਸਕਦੇ ਪਰ ਇਹਨਾਂ ਨੇ ਆਪਣਾ ਟਾਈਮ ਦਿੱਤਾ ਸਾਡਾ, ਅਸੀਂ ਬੜੇ ਧੰਨਵਾਦੀ ਹਾਂ। ਇਹ ਆਪਣਾ ਜਿਹੜਾ ਪੇਪਰ ਇਹਨਾਂ ਦਾ ਪਰਚਾ ਹੈ ਉਹ ਹੜੱਪਾ ਕਾਲ ਤੇ ਹੈ ਜੀ। ਹੜੱਪਾ ਕਾਲ ਸਮਾਜ, ਸੱਭਿਆਚਾਰ ਅਤੇ ਧਰਮ ਦੇ ਵਿਸ਼ੇਸ਼ ਸੰਦਰਭ ਵਿੱਚ ਹੜੱਪਾ ਸਿੰਧੂ ਘਾਟੀ ਸੱਭਿਅਤਾ ਦਾ ਉਭਾਰ। ਡਾਕਟਰ ਅੰਜਲੀ ਸ਼ਰਮਾ ਤੁਹਾਡੇ ਸਾਰਿਆਂ ਦੇ ਸਾਹਮਣੇ। थैंक यू सो मच सर, थैंक यू सो मच गुरप्रीत सर। सबसे पहले तो मैं पंजाबी सद का बहुत बहुत धन्यवाद जो आपने मुझे मौका दिया बोलने का, और डॉक्टर निर्मल सिंह जी का भी बहुत बहुत धन्यवाद, हरप्रीत सिंह जी का भी बहुत बहुत धन्यवाद, और मोटा सिंह सराय जी, हरविंदर भट्टी सर जी, बहुत कुछ सीखने को मिलेगा आप लोगों से यहाँ पे। और मुझे माफ़ करिएगा अगर मैं पंजाबी नहीं बोल पाऊँ या अपना कोई चीज़ मैं अपना आपको नहीं कन्वे कर पाऊँ, पर मैं पूरी कोशिश करूँगी कि मैं हिंदी में अपनी बात ज़रूर आपके सामने रखूँ। तो अगर मैं बात करूं तो भारत का इतिहास सिंधु घाटी सभ्यता से प्रारंभ होता है, जिसे हम हड़प्पा सभ्यता के नाम से भी जानते हैं। सो ये सभ्यता लगभग 2500 ईस्वी पूर्व दक्षिण एशिया के पश्चिमी भाग में फैली हुई थी, जो कि वर्तमान में पाकिस्तान तथा पश्चिमी भारत के नाम से जाना जाता है। तो जैसा कि हमें पता है कि सिंधु घाटी सभ्यता मिस्र, मेसोपोटामिया, भारत और चीन के 4 सबसे बड़ी प्राचीन नगरीय सभ्यताओं से भी अधिक उन्नत थी। तो 1920-21 में भी भारतीय पुरातत्व विभाग द्वारा किए गए सिंधु घाटी के उत्खनन से प्राप्त अवशेषों से हड़प्पा तथा मोहनजोदारो जैसे 2 प्राचीन नगरों की खोज हुई थी। और भारतीय पुरातत्व के विभाग के तत्कालीन डायरेक्टर जनरल जॉन मार्शल ने सन 1924 में सिंधु घाटी में एक नई सभ्यता की खोज की थी। तो जैसे कि आप ये देख सकते हैं, ये मैप मैंने इसमें लगाया है मैप, जिसमें मेजर साइट्स एंड इंटरैक्शन नेटवर्क्स की बात करते हैं। जो सिटीज हैं वो नीले में आपको दिख रही होगी, जो नीले से अंकित की गई है। राखीगढ़ी है, आपका हड़प्पा है, और मोहनजोदारो है, धोलावीरा है। तो और ये इंटीग्रेशन एरा साइट्स हैं जो रेड डॉट से दिख रहे होंगे, बच्चों को भी वहाँ पे समझ में आ रहे होंगे कि ये रेड डॉट से जो हैं ये साइट्स हैं। और ये बाकी जो ग्रीन में मेंशन्ड है वो मुंडीगक और आपका गल्फ ऑफ ओमान से लेकर पूरा पर्शियन गल्फ तक ये आपका पूरा अदर इम्पोर्टेंट साइट्स हैं जो इसमें मेंशन है। दूसरी मैं बात करूंगी अगर हड़प्पा की, तो जो खोजक थे हमारे दयाराम साहनी जी 1921 के, वो उन्होंने जो पाकिस्तान के पंजाब प्रांत में मोंटगोमेरी जिले में रावी नदी के तट पर स्थित है, महत्वपूर्ण खोज जो की थी वो थी मनुष्य के शरीर की, बलुआ पत्थर की बनी मूर्तियां की, अन्नागार की, बैलगाड़ी की। बाकी जो और भी बड़े बड़े लोग हैं जिन्होंने इस पे खोज करी है, मैं सबका वर्णन नहीं कर पाऊंगी कम समय में। और ये हड़प्पन इसको इसलिए कहा जाता है क्योंकि ये पहली बार डिस्कवर हुई थी 1921 में एट द मॉडर्न साइट ऑफ हड़प्पा, जो सिचुएटेड है प्रोविंस ऑफ पंजाब यानी पाकिस्तान में। और अब मैं बात करूंगी उनके रिलीजियस प्रैक्टिसेस की। तो जैसे कि आप ये देख सकते हैं यहाँ पे एक हड़प्पा की जो टेराकोटा एक मूर्ति है, फिगरीन ऑफ वुमेन। सो इन हड़प्पा बहुत सारी हमारे पास टेराकोटा की फिगरीन्स आई थी जो ढूंढी गई हैं, खोजी गई हैं। सो एक फिगरीन उसमें ये भी थी कि अ प्लांट इज शोइंग ग्रोन आउट ऑफ द एम्ब्रॉयो ऑफ अ वुमन। सो धर्म की अगर हम बात करें हड़प्पा की, तो टेराकोटा की लघु मूर्तियों पर एक महिला का चित्र पाया गया है, जिनमें से एक लघु मूर्ति में महिला के गर्भ से उगते हुए पौधे को दर्शाया गया है। तो हड़प्पाई पृथ्वी को
उर्वरता की देवी मानते थे और पृथ्वी की पूजा उसी तरह करते थे जिस प्रकार मिस्र के लोग नील नदी की पूजा देवी के रूप में करते हैं। तो पुरुष देवता के रूप में मुहरों पर 3 शंखी चित्र पाए गए हैं जो कि योगी की मुद्रा में बैठे हुए हैं, जिसकी मैं आपको स्लाइड अभी दिखाती हूँ। ये है आपके द मेल डीटी इन द इंडस वैली। इसमें आप देख सकते हैं पुरुष देवता के रूप में मुहरों पर 3 श्रृंगी चित्र पाए गए हैं जो कि योगी की मुद्रा में बैठे हुए हैं। और देवता की एक तरफ हाथी है, एक तरफ बाघ है, एक तरफ गेंडा है तथा उनके सिंहासन पर पीछे भैंसा का चित्र बनाया गया है। और उनके पैरों के पास 2 हिरणों के चित्र हैं। चित्र भगवान की मूर्ति को पशुपतिनाथ महादेव की संज्ञा दी गई है। अनेक पत्थरों पर लिंग तथा स्त्री जन अंगों के चित्र पाए गए हैं। सिंधु घाटी सभ्यता के लोग वृक्षों तथा पशुओं की पूजा किया करते थे। सो दे यूज्ड टू वर्शिप ट्री एंड एनिमल आल्सो, as I'm also an animal and a nature lover. So the people of Indus region, there was a special tree. आप अगर देख सकते हैं सील में, तो ये एक पीपल का ट्री था, ब्रांचेस ऑफ पीपल ट्री आप देख सकते हैं। आज के टाइम पे भी पीपल की हम पूजा करते हैं, हिंदू सभ्यता में बहुत माना जाता है उनकी पूजा करना। हर शनिवार को कहते हैं कि पीपल के पेड़ के नीचे दीपक जलाने से काफी बुरी चीजें दूर होती है इंसान के जीवन से, ऐसा है हमारी हिंदू सभ्यता में भी है। सो दिस ट्री कंटिन्यूज टू बी वर्शिप्ड टू दिस डेट एंड एनिमल्स वर आल्सो वर्शिप्ड इन हड़प्पन टाइम्स एंड मेनी ऑफ देम आर रिप्रेजेंटेड ऑन सील्स। नेक्स्ट स्लाइड में सेम रिलीजन की बात की गई है। स्वास्तिक, हमारे यहाँ आज भी स्वास्तिक का बहुत बड़ा महत्व है और ये एक चिन्ह एक हमारे गुड लक के लिए है और हर घर के बाहर ज्यादातर आपको स्वास्तिक देखने को मिलेगा। आज भी इसका बहुत बड़ा महत्व है। मैं बात करूं अगर आर्ट और कल्चर की, तो आप देख सकते हैं कि हड़प्पन सिविलाइजेशन में सील्स थी, पॉटरी थी, गोल्ड ज्वेलरी तक हमें मिली है। और जो औरतों के जो हमें फिगर्स वहाँ पे मिलते हैं, टेराकोटा फिगर्स, उन्होंने किसी ने चूड़ियाँ पहनी हुई है और किसी का मंगलसूत्र है, वहाँ पर उन्होंने मालाएं डाली हुई हैं। और आप ये देख सकते हैं टेराकोटा का एक गोल्ड फिगर भी हमें मिला था प्रीस्ट किंग का, जिनका आप देख सकते हैं उनके बियर्ड भी है, दाढ़ी भी थी। और ये किस तरीके से मतलब ये हमें मिला है वहाँ पर, ये भी उनका एक कल्चर, उनका एक आर्ट बताता है। और ये एक डांसिंग गर्ल का भी फिगर जो बहुत ही फेमस है, ये खासकर बच्चों के लिए, उन्होंने सुना भी होगा। ये 11 सेंटीमीटर हाई था और एक फीमेल फिगर है, उनका एक पोज है डांस का, ये आप देख सकते हैं। सो अगर मैं कंटेम्प्रेरी कंटेक्स्ट की बात करूं तो हाल फिलहाल में आप लोगों ने सुना ही होगा कि मनोज बाजपेयी का एक लेटेस्ट शो था सीक्रेट्स ऑफ सिनौली, वो अभी डिस्कवरी प्लस पे भी रिलीज हुआ है। तो सिनौली एक ऐसी जगह है, उत्तर प्रदेश बागपत डिस्ट्रिक्ट में ये है, अभी लेटेस्ट उसका एक्सकवेशन हुआ है और ये दिल्ली से कुछ लगभग 60-65 किलोमीटर दूर है एंड इज एग्जैक्टली एट 68 किलोमीटर्स। सो ये ब्यूरियल शो करते हैं वैदिक रिचुअल्स के बारे में। इम्प्रेशन ऑफ क्लॉथ फाउंड ऑन बॉडी सजेस्टेड द प्योरिफिकेशन ऑफ कॉर्प्सेस सच लाइक जस्ट लाइक इन हिंदू रिचुअल्स टुडे। सो ये कंटेम्प्रेरी एस्पेक्ट की अगर मैं बात करती हूँ तो यही है। तो अगर हम बात करेंगे कल्चर की और रिलीजन की, तो वो बहुत रिच था हड़प्पन सिविलाइजेशन का और लोगों ने उसको बहुत अच्छे से निभाया है। और आज भी काफी ऐसी सारी चीजें हैं जो हम आज भी अपने दिन प्रतिदिन की दिनचर्या में उसको हम इस्तेमाल करते हैं। थैंक यू सो मच एवरीवन। थैंक यू डॉक्टर अंजलि। ਇਹ ਸਾਰੇ ਨੂੰ ਤਸਵੀਰਾਂ ਦੇ ਨਾਲ, ਇਹ ਸਾਰੇ ਨੂੰ ਧਰਮ ਨੂੰ ਤੇ ਸੱਭਿਆਚਾਰ ਨੂੰ ਤਸਵੀਰਾਂ ਦੇ ਮਾਧਿਅਮ ਦੇ ਨਾਲ ਦੱਸਣ ਲਈ ਔਰ ਖਾਸ ਤੌਰ ਤੇ ਇੰਨਾ ਸੌਖਾ ਬਣਾਉਣ ਦੇ ਲਈ, ਕਿਉਂਕਿ ਜਦੋਂ ਅਸੀਂ ਵੈਬੀਨਾਰਸ ਕਰਦੇ ਹਾਂ ਯੂਨੀਵਰਸਿਟੀਜ਼ ਦੇ ਵਿੱਚ ਦੇਖਦੇ ਹਾਂ, ਈਵਨ ਕੱਲ ਵੀ ਆਪਾਂ ਇੱਕ ਸੈਮੀਨਾਰ ਦੇ ਵਿੱਚ ਸੀ, 2 ਦਿਨ ਤੋਂ ਅਸੀਂ ਲਗਾਤਾਰ ਇੱਕ ਸੈਮੀਨਾਰ ਦੇ ਵਿੱਚ ਸੀਗੇ ਤੇ ਬਹੁਤ ਜ਼ਿਆਦਾ ਵੱਡੀਆਂ ਗੱਲਾਂ, ਬਹੁਤ ਜ਼ਿਆਦਾ ਡੂੰਘੀਆਂ ਗੱਲਾਂ ਹੋ ਜਾਂਦੀਆਂ ਨੇ, ਕਈ ਵਾਰ ਉਹ ਸਾਨੂੰ ਸਮਝ ਨਹੀਂ ਆ ਰਹੀਆਂ ਹੁੰਦੀਆਂ। ਤੇ ਮੈਂ ਦੋਨੋਂ ਪ੍ਰੋਫੈਸਰਸ ਨੂੰ ਇਹੀ ਬੇਨਤੀ ਕੀਤੀ ਸੀ ਕਿ ਇਹਨੂੰ ਜਿੰਨਾ ਸੌਖਿਆਂ ਤੁਸੀਂ ਰੱਖ ਸਕਦੇ ਹੋ, ਤੇ ਉਹਨਾਂ ਨੇ ਜਿੰਨੀ ਕੋਸ਼ਿਸ਼ ਕੀਤੀ ਸੀ, ਕਾਫੀ ਵਾਰ ਉਹੀ ਗੱਲ ਵੀ ਐਡਿਟ ਕੀਤਾ ਉਹਨੂੰ। ਇਹਨਾਂ ਕੋਲ ਵੀ ਇੰਨਾ ਜ਼ਿਆਦਾ ਮਟੀਰੀਅਲ, ਕਿਉਂਕਿ ਜਿਹੜਾ ਰਿਸਰਚਰ ਮੈਂ ਇਹ ਦੇਖਦਾ, ਜਿਹੜਾ ਖੋਜੀ ਹੁੰਦਾ, ਈਵਨ ਮੈਂ ਡਾਕਟਰ ਹਰਪ੍ਰੀਤ ਦੀ ਵੀ ਗੱਲ ਕਰੂੰਗਾ, ਉਹ ਮੈਂ ਪਹਿਲਾਂ ਹੀ ਕਰ ਲੈਣਾ। ਡਾਕਟਰ ਹਰਪ੍ਰੀਤ ਦੇ ਕੋਲ ਅਸੀਂ ਜਦੋਂ ਗਏ ਇਸ ਸਮਾਗਮ ਦੇ ਲਈ, ਤਾਂ
ਉਹਨਾਂ ਕੋਲ ਬਹੁਤ ਸਾਰੀਆਂ ਕਿਤਾਬਾਂ ਸੀ। ਹੀ ਵਾਸ ਸੋ ਐਕਸਾਈਟਿਡ ਕਿ ਇਸ ਦੀ ਗੱਲ ਹੋਣੀ ਆ। ਤੇ 1902 ਦੀ ਆਰਕੀਓਲੋਜੀਕਲ ਸਰਵੇ ਵੀ, ਡਾਕਟਰ ਸਾਹਿਬ ਜੇ ਸੁਣ ਰਹੇ ਆ ਤੇ ਉਹਨਾਂ ਨੂੰ ਯਾਦ ਹੋਵੇ 1902 ਦਾ ਆਰਕੀਓਲੋਜੀਕਲ, ਕਹਿੰਦੇ ਬਹੁਤ ਵਧੀਆ ਗੱਲ ਹੈ, ਇਹ ਆਪਾਂ ਕਰਾਂਗੇ। ਤੇ ਡਾਕਟਰ ਸਾਹਿਬ ਨੂੰ ਵੀ ਇਹੀ ਉਦੋਂ ਅਸੀਂ ਬੇਨਤੀ ਕਰਕੇ ਆਏ ਕਿ ਡਾਕਟਰ ਸਾਹਿਬ ਇਹ ਜੇ ਆਪਾਂ ਬਹੁਤ ਜ਼ਿਆਦਾ ਕਰ ਲਾਂ, ਕਿਉਂਕਿ ਅਸੀਂ ਐਕਸਪੈਰੀਮੈਂਟ ਤੌਰ ਤੇ ਕਰ ਰਹੇ ਹਾਂ, ਇੱਕ ਬੱਚਿਆਂ ਲਈ ਕਰ ਰਹੇ ਹਾਂ, ਕਿਉਂਕਿ ਵੱਡੇ ਤੌਰ ਤੇ ਸੈਮੀਨਾਰ ਬਹੁਤ ਹੋ ਰਹੇ ਆ। ਪੰਜਾਬੀ ਸੱਥ ਦੇ ਮਾਧਿਅਮ ਨਾਲ ਅਸੀਂ ਜਿੰਨਾ ਚੀਜ਼ ਸੌਖਿਆਂ ਕਰਕੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਉਹਨਾਂ ਨੂੰ ਜੋੜ ਸਕਦੇ ਹਾਂ, ਤੇ ਸਾਡਾ ਮਾਧਿਅਮ ਇਹ ਰਹਿੰਦਾ। ਤੇ ਡਾਕਟਰ ਸਾਹਿਬ ਨੂੰ ਵੀ ਇਹੀ ਚੀਜ਼ ਕਹੀ, ਤੇ ਡਾਕਟਰ ਅੰਜਲੀ ਨੂੰ ਵੀ ਤੇ ਡਾਕਟਰ ਅਨੁਜਾ ਨੂੰ ਵੀ ਕਿੰਨਾ ਸੌਖਾ ਰਹਿ ਸਕਦੇ, ਤੇ ਉਹਨਾਂ ਨੇ ਕਿੰਨਾ ਸੌਖਾ ਕਰ ਦਿੱਤਾ ਇਹ ਆਪਾਂ ਦੇਖ ਹੀ ਲਿਆ। ਤੇ ਇਹਦੇ ਲਈ ਬਹੁਤ ਧੰਨਵਾਦੀਆਂ ਸੀ ਉਹਨਾਂ ਦੇ, ਡਾਕਟਰ ਅਨੁਜਾ ਦੇ ਵੀ, ਡਾਕਟਰ ਅੰਜਲੀ ਦੇ ਵੀ, ਡਾਕਟਰ ਹਰਪ੍ਰੀਤ ਦੇ ਵੀ, ਜੋ ਅੱਗੇ ਆਪਣਾ ਪਰਚਾ ਪੜ੍ਹਨਗੇ। ਪਰ ਇਸ ਤੋਂ ਪਹਿਲਾਂ ਕਿ ਬਾਰ-ਬਾਰ ਅਸੀਂ ਇਹ ਚੀਜ਼ ਨਾ ਕਹੀਏ, ਇਸ ਤੋਂ ਪਹਿਲਾਂ ਇੱਕ ਬਹੁਤ ਖਾਸ ਚੀਜ਼ ਜਿਹੜੀ ਜਗਤਾਰ ਵੀਰ, ਮੈਂ ਆਪਣਾ ਨਾਮ ਨਹੀਂ ਲਊਂਗਾ, ਜਗਤਾਰ ਵੀਰ ਦੇ ਖਾਸ ਉਦਮ ਦੇ ਨਾਲ ਉਹ ਹੋ ਸਕੀ ਆ। ਉਹ ਇਹ ਹੋਇਆ ਕਿ ਅਸੀਂ ਮੋਹਿੰਜੋਦਾੜੋ, ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ, ਉੱਥੇ ਪੱਛਮੀ ਪੰਜਾਬ ਦੇ ਵਿੱਚ ਮੈਂ ਕਹੂੰਗਾ ਕਿਉਂਕਿ ਸਾਡਾ ਹੀ ਹਿੱਸਾ ਹੈ ਉਹ, ਉੱਥੋਂ ਅਸੀਂ ਲਾਈਵ ਹੋਣਾ ਸੀਗਾ। ਉੱਥੋਂ ਆਤਿਸ਼ ਕਿਆਨੀ ਸਾਹਿਬ ਨੇ, ਜੋ ਬਹੁਤ ਜ਼ਿਆਦਾ ਇਸ ਦੇ ਨਾਲ ਜੁੜੇ ਹੋਏ ਨੇ, ਹੜੱਪਾ ਦੇ ਹੀ ਰਹਿਣ ਵਾਲੇ, ਉਹ ਹੜੱਪਾ ਉਸੇ ਜਗ੍ਹਾ ਦੇ ਰਹਿਣ ਵਾਲੇ ਆ, ਸੱਥ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਆ। ਖਾਸ ਗੱਲ ਉਹਨਾਂ ਦੇ ਪਰਿਵਾਰ ਦੀ ਇਹ ਦੱਸ ਦੇਵਾਂ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਤਿੰਨੋਂ ਭਾਸ਼ਾਵਾਂ, ਹਿੰਦੀ, ਪੰਜਾਬੀ ਤੇ ਸ਼ਾਹਮੁਖੀ, ਗੁਰਮੁਖੀ ਤੇ ਸ਼ਾਹਮੁਖੀ, ਇਹ ਤਿੰਨੋਂ ਭਾਸ਼ਾਵਾਂ 'ਚ 8 ਸਾਲ ਦਾ ਬੇਟਾ ਉਹਨਾਂ ਦਾ, ਤੇ ਉਹ ਇਹਨਾਂ ਤਿੰਨਾਂ ਦੇ ਵਿੱਚ ਗੱਲ ਕਰਦਾ। ਤੇ ਉਹਨਾਂ ਦੇ ਜਿਹੜੇ ਬ੍ਰਦਰ ਨੇ, ਉਹ ਪੰਖੇਰੂ, ਜਿਹੜਾ ਸ਼ਾਹਮੁਖੀ ਦਾ ਮੈਗਜ਼ੀਨ ਆ ਬੱਚਿਆਂ ਲਈ, ਉਹ ਚਲਾਉਂਦੇ ਆ। ਤੇ ਬਹੁਤ ਵਧੀਆ, ਬਹੁਤ ਨਿੱਘੇ ਸੁਭਾਅ ਦੇ, ਬਹੁਤ ਵਧੀਆ ਕੰਮ ਕਰ ਰਹੇ। ਉਹਨਾਂ ਨੇ ਸਾਡੇ ਨਾਲ ਅੱਜ ਲਾਈਵ ਹੋਣਾ ਸੀਗਾ ਮੋਹਿੰਜੋਦਾਰੋ ਤੋਂ, ਪਰ ਉਹ ਕਿਸੇ ਕਾਰਨ ਕਰਕੇ, ਕਿਉਂਕਿ ਉੱਥੇ ਨੈਟਵਰਕ ਦਾ ਇਸ਼ੂ ਆ, ਤੇ ਉਹ ਨਹੀਂ ਹੋ ਸਕੇ। ਤੇ ਉਹਨਾਂ ਫਿਰ ਸਾਨੂੰ ਖਾਸ ਤੌਰ ਤੇ ਇੱਕ ਜਿਹੜਾ ਉੱਧਰ ਦਾ ਮਿਊਜ਼ੀਅਮ ਆ, ਉਹ ਕੋਵਿਡ ਕਰਕੇ, ਰੈਸਟ੍ਰਿਕਸ਼ਨਸ ਕਰਕੇ ਬੰਦ ਆ, ਤੇ ਉਹਨਾਂ ਨੇ ਫਿਰ ਸਾਨੂੰ ਖਾਸ ਤੌਰ ਤੇ ਉਹ ਵੀਡੀਓਜ਼ ਭੇਜੀਆਂ। ਉਹ ਲਾਈਵ ਤਾਂ ਨਹੀਂ ਹੋ ਸਕੇ, ਪਰ ਉਹ ਕੁਝ ਵੀਡੀਓਜ਼ ਉਹਨਾਂ ਨੇ ਸਾਡੇ ਨਾਲ ਮੋਹਿੰਜੋਦਾਰੋ ਦੀਆਂ ਸਾਂਝੀਆਂ ਕੀਤੀਆਂ, ਜੋ ਅਸੀਂ ਲਾਈਵ ਦਿਖਾਉਣੀਆਂ ਸੀ, ਉਹਨਾਂ ਨੇ ਕੱਲ ਸਾਨੂੰ ਫਿਰ ਕਰਕੇ ਭੇਜੀਆਂ ਨੇ। ਮੈਂ ਜਗਤਾਰ ਵੀਰ ਨੂੰ ਬੇਨਤੀ ਕਰੂੰਗਾ ਕਿ ਉਹ ਵੀਡੀਓਜ਼ ਜਿਹੜੀਆਂ ਆਤਿਸ਼ ਕਿਆਨੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੇ ਹਵਾਲੇ ਨਾਲ ਲਹਿੰਦੇ ਪੰਜਾਬ ਦੇ ਪੰਜਾਬੀ ਸਾਥ ਵੱਲੋਂ ਉਹ ਤਸਵੀਰਾਂ ਸਾਂਝੀਆਂ ਕਰਨ। ਮੈਂ ਆਤਿਸ਼ ਕਿਆਨੀ, ਪੰਜਾਬ ਦੇ ਕਦੀਮ ਤਰੀਨ ਸ਼ਹਿਰ ਹੜੱਪਾਈ ਰਹਿਤਰ, ਹੜੱਪਾਈ ਤਹਿਜ਼ੀਬ ਦੇ ਉਸ ਸ਼ਹਿਰ ਹੜੱਪਾ ਤੋਂ ਗੱਲ ਕਰ ਰਹੇ ਹਾਂ। ਔਰ ਹੜੱਪਾ ਬਾਰੇ ਮੈਂ ਗੱਲ ਥੋੜ੍ਹੀ ਜਿਹੀ ਕਰਦੇ ਹਾਂ ਕਿ ਇਹ 3500 ਕਬਲ ਮਸੀਹ ਇਹ ਤਹਿਜ਼ੀਬ ਅਰੂਜ ਤੇ ਸੀ, ਯਾਨੀ ਚੜ੍ਹਦੀ ਕਲਾ ਦੀ ਸੀ। ਔਰ ਇਸ ਤਹਿਜ਼ੀਬ ਨੂੰ ਹੜੱਪਾਈ ਤਹਿਜ਼ੀਬ ਦਾ ਹੀ ਨਾਮ ਦਿੱਤਾ ਜਾਂਦਾ ਹੈ। ਮੋਹਿੰਜੋਦਾੜੋ, ਹੜੱਪਾ, ਇਹਦੇ ਸ਼ਹਿਰ ਇਹਨਾਂ ਲੋਕਾਂ ਨੇ ਦੁਨੀਆ ਨੂੰ ਬਹੁਤ ਕੁਝ ਦਿੱਤਾ। ਇਹਨਾਂ ਲੋਕਾਂ ਯਾਨੀ ਸਾਡੇ ਪੰਜਾਬੀਆਂ ਨੇ ਇਸ ਸ਼ਹਿਰ ਦੀ ਦੁਨੀਆ ਨੂੰ ਪਹਿਲੀ ਲਿਪੀ ਦਿੱਤੀ, ਯਾਨੀ ਰਸਮੁਲ ਖਤ। ਇਸ ਸ਼ਹਿਰ ਨੇ ਦੁਨੀਆ ਨੂੰ ਸੀਵਰੇਜ ਸਿਸਟਮ ਦਿੱਤਾ ਪਹਿਲੀ ਦਫਾ, ਔਰ ਇਸ ਸ਼ਹਿਰ ਨੇ ਦੁਨੀਆ ਨੂੰ ਫਸੀਲ ਦਾ ਨਿਜ਼ਾਮ ਦੱਸਿਆ, ਔਰ ਇਹਨੇ ਰੋਸ਼ਨੀ ਦਿੱਤੀ, ਉੱਠਣ ਬੈਠਣ ਦੱਸਿਆ ਕੀ ਕਰਨਾ। ਔਰ ਮਦੀਰ ਨਾਲ ਰਾਜਾ ਜਹਾਂਗੀਰ ਕਮਰ ਨੇ, ਸਾਡੇ ਪੰਜਾਬ ਦੇ ਮੰਨੇ ਪਰਮੰਨੇ ਖੋਜਕਾਰ, ਔਰ ਉਹਨਾਂ ਦਾ ਤਹਿਕੀਕੀ ਕੰਮ ਔਰ ਮਕਾਲਾ ਜਿਹੜਾ ਹੜੱਪੇ ਬਾਰੇ ਆ, ਉਹ ਵੀ ਗੱਲ ਕਰਨਗੇ ਇਨਸ਼ਾ ਅੱਲਾਹ ਅੱਗੇ ਜਾ ਕੇ। ਹਾਂਜੀ, ਅੱਛਾ, ਇਹ ਸਾਹਮਣੇ ਜੋ ਤੁਹਾਨੂੰ ਨਜ਼ਰ ਆ ਰਹੇ ਨੇ, ਰਾਸਾ ਇੱਧਰ ਮਾਰਿਆ ਜੇ ਕੈਮਰਾ, ਇਹ ਦੋਸਤੋ ਇਹ ਖੰਡਰਾਤ ਜਿਹੜੇ ਨੇ, ਇਹਨਾਂ ਦੇ ਥੱਲੇ ਵੀ ਖੰਡਰਾਤ ਨੇ। ਔਰ ਸਿਰਫ ਟੋਟਲ ਜਿਹੜਾ ਨਾ ਇਹ ਇੱਥੇ ਸਾਡੇ ਇਲਾਕੇ 'ਚ ਇਹ ਸ਼ਹਿਰ ਜਿਹੜਾ 3 ਮੀਲ ਮਰਬਾ ਮੀਲ ਦੇ ਏਰੀਆ ਵਿੱਚ ਨਾ ਇਹ ਫੈਲਿਆ ਸੀ। ਔਰ ਇਹਦੇ 'ਚ ਅਜੇ 3% ਰਾਸਾ 3% ਖੁਦਾਈ ਹੋਈ ਹੈ ਇਸ ਸ਼ਹਿਰ ਦੀ। ਉਹ ਵੀ ਇੰਝ ਹੋਈ ਕਿ ਜਦੋਂ 1898 'ਚ ਰੇਲਵੇ ਲਾਈਨ ਵਿਛਾਉਣ ਲੱਗਾ, ਤੇ ਦੇਖ ਲਓ ਇੱਥੋਂ ਠੇਕੇਦਾਰ ਨੇ ਠੇਕਾ ਲਏ ਬਗੈਰ ਇੱਥੋਂ ਇੱਟਾਂ ਕੱਢਣੀਆਂ ਸ਼ੁਰੂ ਕੀਤੀਆਂ। ਉਹ ਇੱਟਾਂ ਕਾਫੀ ਮੋਟੀਆਂ ਤੇ ਮਜ਼ਬੂਤ ਸਨ। ਉਹ ਇੱਟ ਸਾਹੀਵਾਲ ਤੋਂ ਖਾਨੇਵਾਲ ਤੱਕ ਰੇਲਵੇ ਲਾਈਨ ਦੇ ਥੱਲੇ ਕੁੱਟ ਦਿੱਤੀਆਂ। ਅਜ਼ੀਮ ਤਹਿਜ਼ੀਬ ਦਾ ਜਿਹੜਾ ਨਾ ਇਹਨਾਂ ਨੁਕਸਾਨ ਕੀਤਾ। ਉਹ ਤੇ ਇੱਕ ਉਹ ਬ੍ਰਿਟਿਸ਼ ਸੀ, ਤੁਸੀਂ ਆਪਣੀ ਕਿਤਾਬ 'ਚ ਦਾ ਜੰਗੀਰ ਸਾਹਿਬ ਜ਼ਿਕਰ ਵੀ ਕੀਤਾ, ਉਸ ਨੂੰ ਪਤਾ ਲੱਗਾ ਤਾਂ ਉਦੋਂ ਨੇ ਠੇਕ ਬੰਦ ਕਰਾਇਆ। 3% ਹੋਈ ਹੈ। ਇੱਥੇ ਇੱਕ ਪ੍ਰੋਫੈਸਰ ਟਿੰਮੀ ਆਮਦੇ ਸਨ, ਕੈਨੇਡਾ ਦੇ ਸਨ ਗਾਲਬਨ, ਉਹਨਾਂ ਕੀਤੀ, ਕੋਈ ਸਟੂਡੈਂਟ ਆ ਕੇ ਕਰਦੇ, ਜਿਹਦੀ ਵਜ੍ਹਾ ਨਾਲ ਕੁਝ ਖੰਡਰਾਤ ਨਿਕਲੇ ਨੇ। ਔਰ ਖੰਡਰਾਤ ਅੱਗੇ ਚੱਲ ਕੇ ਤੁਹਾਨੂੰ ਦੱਸਣੇ ਆ, ਇੰਤਹਾਈ ਹਵਾਦਾਰ ਨੇ, ਔਰ ਸੀਵਰੇਜ ਸਿਸਟਮ ਮੌਜੂਦ ਹੈ। ਔਰ ਇਹਨਾਂ 'ਚ ਰਾਜ ਸਾਹਿਬ, ਇਹਨਾਂ ਲੋਕਾਂ 'ਚ ਇਸ਼ਤਰਾਕੀ ਨਜ਼ਰੀਆ ਮੌਜੂਦ ਸੀ ਕਿ ਇਹ ਆਪਣੇ ਸਾਰੀਆਂ ਚੀਜ਼ਾਂ ਇਕੱਠੀਆਂ ਰੱਖਦੇ ਸਨ। ਇੱਕ ਚੀਜ਼ ਸੁਣ ਕੇ ਪੰਜਾਬੀ ਪਿਆਰਿਓ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਸਾਡੇ ਹੜੱਪੇ 'ਚ ਸਾਡੇ ਪੰਜਾਬੀਆਂ ਦਾ ਜਿਹੜਾ ਸੀ ਉਹ ਸਿਲਸਿਲਾ ਮਾਦਰ ਸਰੀ ਸੀ।
ਮਾਦਰਸਰੀ ਯਾਨੀ ਕਿ ਪਹਿਚਾਨ ਨਸਬ ਮਾਂ ਦੇ ਨੂੰ ਚੱਲਦਾ ਸੀ, ਪਿਓ ਦਾ ਨਹੀਂ ਸੀ ਚੱਲਦਾ। ਜਦੋਂ ਦੁਨੀਆ ਪੂਰੀ 'ਚ ਔਰਤ ਦਾ ਕੋਈ ਮਕਾਮ ਨਹੀਂ ਸੀ, ਅਸੀਂ ਹੜੱਪੇ ਵਾਲੇ ਉਸ ਤੋਂ ਆਪਣਾ ਸਿਲਸਿਲਾ ਸ਼ੁਰੂ ਕੀਤਾ। ਇਹ ਪੰਜਾਬ ਮਾਂ ਬੋਲੀ ਮਾਂ, ਅਸੀਂ ਕਿਤਨੇ ਵੀ ਸਾਡਾ ਬੰਦਾ ਕੋਈ ਮਾੜਾ ਹੋ ਜਾਏ ਨਾ, ਮਾਂ ਸਾਹਮਣੇ ਆ ਚ ਨਾ ਮਾਂ ਦਾ ਯਾਦ ਰੱਖਣ ਕਰ ਰਵੱਈਆ ਦਾ ਨਾ, ਕੋਈ ਵੀ ਮਾਂ ਜਿਹੜੀ ਹੈ ਉਹ ਅੱਜ ਅਸੀਂ ਉਹਦਾ ਇਹਤਰਾਮ ਕਰਨੇ ਆ। ਉਹਦੀ ਮੇਨ ਵਜ੍ਹਾ ਕਿ ਸਾਡੇ ਖਮੀਰ 'ਚ ਔਰਤ ਦਾ ਇਹਤਰਾਮ ਕਰਨਾ ਔਰ ਇਹ ਚੀਜ਼। ਮਿੱਤਰ ਪਿਆਰਿਓ, ਇਹ ਇਲਾਕਾ ਉਹਨਾਂ ਦਾ ਰਿਹਾਇਸ਼ੀ ਇਲਾਕਾ ਸੀ ਸਾਡੇ ਡੱਪੇ ਵਾਲਿਆਂ ਦਾ। ਇਹਨੇ ਇੱਕ ਮਹੱਲਾ, ਬਹੁਤ ਸਾਰੇ ਮਹੱਲੇ ਹੋਰ ਵੀ ਨੇ। ਇਹ ਬੋਰਡ ਲੱਗਾ, ਮੈਂ ਜ਼ਰਾ ਉੱਚਾ ਕਰਨਾ ਸ਼ਾਇਦ ਨਜ਼ਰ ਆ ਜਾਏ, ਇੰਗਲਿਸ਼ ਵਾਲਾ ਪਾਸਾ ਕਰਨਾ ਕਿ ਤੁਹਾਡੇ ਉਧਰ ਤੋਂ ਉਰਦੂ ਪੜ੍ਹੀ ਨਹੀਂ ਜਾਂਦੀ। ਇਹ ਦੇਖ, ਬਹਰਹਾਲ ਇਹ ਰਿਹਾਇਸ਼ੀ ਇਲਾਕਾ ਸੀ। ਤੁਸੀਂ ਮਕਾਨਾਂ ਦੀ ਬੁਣਤਰ ਦੇਖ ਲਓ। ਇਹ ਨਾਲ ਜਿਹੜਾ ਜੇ ਸੀਵਰੇਜ ਸਿਸਟਮ ਜੇ ਇਹ ਲੱਗਾ ਨਜ਼ਰ ਆ ਰਿਹਾ, ਇਹ ਦਰਮਿਆਨ 'ਚ ਲਾਈਨ ਜੀ ਜਾ ਰਹੀ ਹੈ। ਔਰ ਉਸ ਤੋਂ ਬਾਅਦ ਮਕਾਨ ਦੇਖ ਲਓ ਔਰ ਮਕਾਨਾਂ ਦੀ ਸੇਫਟੀ ਦੇਖ ਲਓ। ਬੜੇ ਬਿਹਤਰੀਨ ਤਰੀਕੇ ਨਾਲ ਉਹਨਾਂ ਲੋਕਾਂ ਨੇ ਇਹ ਸਾਰੇ ਬਣਾਏ ਸਨ। ਔਰ ਉਹਦਾ ਦੇਖ ਲਓ ਕਿ ਅੱਜ ਵੀ ਅਸੀਂ ਜਿਹੜਾ ਆਪਣੇ ਘਰ ਬਣਾਉਂਦੇ ਹਾਂ ਨਾ, ਸ਼ਾਇਦ ਵੱਡਿਆਂ ਸ਼ਹਿਰਾਂ 'ਚ ਤਰਤੀਬ ਹੋਏਗੀ, ਆਮ ਸ਼ਹਿਰਾਂ ਛੋਟਿਆਂ ਮਹੱਲਿਆਂ 'ਚ ਅੜੱਪੇ 'ਚ ਅੱਜ ਵੀ ਨੇ। ਪਰ ਇੱਟ ਦਾ ਤੁਸੀਂ ਦੇਖਿਆ ਜੇ, ਇਹ ਇੱਟ ਜੇ ਕਦੀਮ ਉਸ ਦੌਰ ਦੀ, ਯਾਨੀ ਕਿ 3500 ਕਬਲ ਮਸੀਹ ਦੀ। ਤੁਸੀਂ ਇੱਟ ਦਾ ਜ਼ਰਾ ਤੱਕਿਆ ਜੇ ਕਿਸ ਕਦਰ ਇਹਦਾ ਹੈ ਜੇ ਵੱਡਾ ਸਾਈਜ਼ ਜਿਹੜਾ। ਔਰ ਸਾਡੇ ਇੱਥੇ ਬੜਾ ਚੋਰੀ ਵੀ ਹੋਇਆ। ਅੜੱਪੇ ਦੇ ਜਿੰਨੇ ਮਕਾਨ ਨੇ ਬਹੁਤ ਸਾਰੇ ਉਹ ਇਹਨਾਂ ਇੱਟਾਂ 'ਤੇ ਹੀ, ਇਹਨਾਂ ਇੱਟਾਂ ਨਾਲ ਹੀ ਬਣੇ ਨੇ। ਔਰ ਚੀਜ਼ ਇਹ ਅਗਲੀ ਕਿ ਇਹ ਜਿਹੜਾ ਇਹ ਵੀ ਇਹਦੇ ਥੱਲੇ ਸਾਰਾ ਚੁੱਲ੍ਹਾ ਜੇ, ਔਰ ਇਹ ਇਹਨਾਂ ਇੱਟਾਂ ਨਾਲ ਭਾਈ ਬਣੇ ਨੇ। ਔਰ ਨਾਲ ਹੀ ਇਹਨਾਂ ਕੀਤੀ ਗੱਲ ਇਹ ਕਿ ਕੁਝ ਰੇਲਵੇ ਲਾਈਨ ਥੱਲੇ ਉਹਨਾਂ ਕੋਟ ਦਿੱਤੀਆਂ। ਚਲੋ ਸ਼ੁਕਰ ਹੈ 3% ਹੀ ਕੰਮ ਹੋਇਆ, ਅਜੇ 97% ਸਾਡੇ ਖੰਡਰਾਤ ਮਹਿਫੂਜ਼ ਨੇ। ਯਾਨੀ ਪੰਜਾਬ ਦਾ ਅਸਾਸਾ ਦੋਵਾਂ ਪੰਜਾਬਾਂ ਲਈ। ਤੇ ਦੁਨੀਆ ਨੂੰ ਜੋ ਰੋਸ਼ਨੀ ਆਪਣੇ ਸ਼ਹਿਰ ਦਿੱਤੀ ਹੈ, ਸ਼ਾਇਦ ਹੋਰ ਕਿਸੇ ਹੋਰ ਕੋਈ ਜਗ੍ਹਾ ਐਸੀ ਕਿਸੇ ਤਹਿਜ਼ੀਬ ਨੇ ਇਤਨੀ ਨਹੀਂ ਦਿੱਤੀ। ਲਿਪੀ ਦੇਣਾ, ਸਿਰਫ ਦੇਖ ਤੇ ਲਿਆ ਆਪਣੀ ਚੀਜ਼ਾਂ ਇਕੱਠੀਆਂ ਰੱਖਣਾ। ਔਰ ਇਹ ਦੇਖ ਲਓ, ਇਹ ਉਹ ਲੋਕ ਨੇ ਜਦੋਂ ਦੁਨੀਆ ਦੀ ਆਬਾਦੀ ਉਸ ਟਾਈਮ ਵੱਧ ਰਹੀ ਸੀ ਨਾ। ਆਬਾਦੀ ਵਧਣ ਤੇ ਹੁੰਦਾ ਕਿ ਜਿਹੜੇ ਤੁਹਾਡੇ ਵਸੈਲ ਨੇ ਨਾ, ਉਹਨਾਂ ਤੋਂ ਜ਼ਿਆਦਾ ਹੋ ਜਾਏ, ਆਬਾਦੀ ਹੋ ਜਾਏ। ਉਦੋਂ ਲੋਕੀ ਸ਼ਹਿਦ ਇਸਤੇਮਾਲ ਕਰਦੇ ਸਨ ਗੁੜ ਦੀ ਥਾਂ ਆਪਣੇ ਜਗ੍ਹਾ 'ਤੇ। ਔਰ ਇਹਨਾਂ ਲੋਕਾਂ ਨੇ ਕੀਤਾ ਕਿ ਉਹ ਸ਼ਾਇਦ ਪੂਰਾ ਨਹੀਂ ਸੀ ਹੁੰਦਾ। ਸਭ ਤੋਂ ਪਹਿਲੇ ਹੜੱਪੇ ਵਾਲਿਆਂ ਨੇ ਗੁੜ ਦੀ ਥਾਂ 'ਤੇ ਹਮੇਸ਼ਾ ਦੀ ਥਾਂ 'ਤੇ ਗੁੜ ਬਣਾਇਆ ਔਰ ਉਹਨੂੰ ਬਕਾਇਦਾ ਜਿਹੜਾ ਯੂਨਾਨ ਤੱਕ ਪਹੁੰਚਾਇਆ। ਇਹ ਥੋੜ੍ਹੀ ਗੱਲ ਹੈ। ਕੱਪੜੇ ਦਾ ਬੁਣਨਾ ਵੀ ਇਹਨਾਂ ਦੱਸਿਆ, ਸੀਵਰੇਜ ਸਿਸਟਮ ਹੀ ਦੱਸਿਆ ਤੁਹਾਨੂੰ। ਔਰ ਕਾਫੀ ਲੰਮਾ ਚੌੜਾ ਮਸਲਾ ਅੱਗੇ ਜਿਹੜਾ ਇੰਸ਼ਾਅੱਲਾ ਨੈਕਸਟ ਮੈਂ ਜਿਹੜੀ ਬਣਾਈ ਉਸ 'ਚ ਤੁਹਾਨੂੰ ਭੇਜ ਦਿਆਂਗਾ। ਗਰਮੀ ਦਾ ਕਰਕੇ ਨਾ ਬਹੁਤ ਜ਼ਿਆਦਾ ਗਰਮੀ ਤੇ ਅੱਜ ਨਹੀਂ ਆਏ ਸਿਆਹ ਵੀ ਇਤਨੇ ਜਿਹੜੇ ਵੇਖਣ ਆਉਂਦੇ ਸਰਦਾਨਾ। ਇਹ ਨੀਚੇ ਜਿਤਨੇ ਜੇ ਇਹਨਾਂ ਉੱਤੇ ਵੀ ਹੈ ਬਣੇ ਥੱਲੇ ਖੰਡਰਾਤ ਹੀ ਨੇ। ਤੇ ਠੀਕ ਹੈ ਦੋਸਤੋ, ਫਿਰ ਬਾਅਦ 'ਚ ਇੰਸ਼ਾਅੱਲਾ ਤਾਲਾ ਜਿਹੜਾ ਨਾ ਕਿਸ ਦਿਨ ਮੈਂ ਰਾਜ ਸਾਹਿਬ ਇਹ ਦੱਸੋ, ਜਿਵੇਂ ਕਿ ਸਾਨੂੰ ਪਤਾ ਹੈ ਕਿ ਇਹਨਾਂ ਲੋਕਾਂ ਨੇ ਦੁਨੀਆ ਨੂੰ ਗੁੜ ਦਿੱਤਾ। ਪਹਿਲੇ ਲੋਕ ਸ਼ਾਇਦ ਇਸਤੇਮਾਲ ਕਰਦੇ ਸਨ। ਸੀਵਰੇਜ ਸਿਸਟਮ ਅਸੀਂ ਦਿੱਤਾ ਯਾਨੀ ਹੜੱਪੇ ਵਾਲਿਆਂ। ਔਰ ਉਸ ਤੋਂ ਬਾਅਦ ਦੁਨੀਆ ਨੂੰ ਜਿਹੜਾ ਕੱਪੜਾ ਬੁਣਨਾ ਅਸਾਂ ਦੱਸਿਆ। ਸ਼ਹਿਰਾਂ ਦੇ ਬਾਹਰ ਜਿਹੜੀ ਫਸੀਲ ਬਣਦੀ ਹੈ, ਫਸੀਲ ਜਿਹੀ ਕੰਧ ਬਣਦੀ ਸੀ ਕਿਲਿਆਂ ਦੇ ਬਾਹਰ, ਉਹ ਅਸੀਂ ਦੱਸੀ ਲੋਕਾਂ ਨੂੰ। ਇਸ ਤੋਂ ਇਲਾਵਾ ਵੀ ਬੇਸ਼ੁਮਾਰ ਚੀਜ਼ਾਂ ਨੇ ਜਿਹੜੀਆਂ ਹੜੱਪਾ ਤੋਂ ਮੁਤਾਰਫ ਹੋਈਆਂ। ਬੜਾ ਵੱਡਾ ਫਖਰ ਹੈ ਸਾਡੇ ਲੋਕਾਂ ਨੂੰ, ਪਤਾ ਨਹੀਂ ਇਸ ਚੀਜ਼ ਦਾ। ਅੱਛਾ, ਲਿਪੀ ਵੀ ਪਹਿਲੀ ਅਸੀਂ ਦਿੱਤੀ, ਰਸਮੁਲ ਖਤ। ਔਰ ਕੀ ਵਜ੍ਹਾ ਹੈ ਕਿ ਦੁਨੀਆ ਦੀਆਂ ਜਿਤਨੀਆਂ ਵੱਡੀਆਂ ਤਹਿਜ਼ੀਬਾਂ ਨੇ, ਮਿਸਰੀ ਤਹਿਜ਼ੀਬ ਦਾ ਖਤ ਪੜ੍ਹਿਆ ਗਿਆ, ਉਸ ਤੋਂ ਬਾਅਦ ਦੂਸਰੀਆਂ ਤਹਿਜ਼ੀਬਾਂ ਜਿਹੜੀਆਂ ਨੇ ਚਾਈਨੀ ਤਹਿਜ਼ੀਬ ਹੈ ਉਹਨਾਂ ਦਾ ਪੜ੍ਹਿਆ ਗਿਆ। ਸਾਡੀ ਹੜੱਪਾਈ ਤਹਿਜ਼ੀਬ ਇਸ ਦਾ ਕਿਉਂ ਨਹੀਂ ਖਤ ਪੜ੍ਹਨ ਹੋਇਆ? ਗਿਆਨੀ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਜਿਹੜੀਆਂ ਦੂਸਰੀਆਂ ਲਿਪੀਆਂ ਨੇ ਉਹ ਸਾਰੀਆਂ ਹੜੱਪੇ ਦੀ ਲਿਪੀ ਤੋਂ ਬਹੁਤ ਪੁਰਾਣੀਆਂ ਨੇ, ਬਹੁਤ ਨਵੀਆਂ ਲਿਪੀਆਂ ਨੇ। ਸਭ ਤੋਂ ਪੁਰਾਣੀ ਜਿਹੜੀ ਹੈ ਉਹ ਹੜੱਪੇ ਦੀ ਲਿਪੀ ਸੀ। ਇਸ ਵਾਸਤੇ ਨਹੀਂ ਪੜ੍ਹੀ ਗਈ, ਇਹਨੂੰ ਉਹਨਾਂ ਪ੍ਰਚਲਿਤ ਲਿਪੀਆਂ ਦੇ ਤਨਾਜ਼ਰ 'ਚ ਵੇਖ ਕੇ ਤੇ ਉਹਦੀ ਤਹਿਕੀਕ ਕੀਤੀ ਜਾਂਦੀ ਪਈ ਹੈ, ਜਦ ਕਿ ਇਹਨਾਂ ਨਾਲੋਂ ਉਹ ਬਹੁਤ ਪੁਰਾਣੀ ਹੈ। ਔਰ ਇੱਕ ਪੰਜਾਬੀ ਦੀ ਹੀ ਇੱਕ ਸ਼ਕਲ ਹੈ ਜਿਹਨੂੰ ਤੁਸੀਂ ਕਦੀਮ ਸ਼ਕਲ ਪੰਜਾਬੀ ਦੀ ਕਹਿ ਲਓ, ਜਿਹੜੀ ਹੁਣ ਤੱਕ ਤਬਦੀਲ ਹੁੰਦੀ ਹੋਈ ਪੰਜਾਬੀ ਦੀ ਸ਼ਕਲ 'ਚ ਅੱਜ ਮੌਜੂਦ ਹੈ ਦੋ ਪੰਜਾਬਾਂ ਦੇ ਵਿੱਚ। ਜਾਂ ਜਦੋਂ ਵੀ ਇਹ ਗੁੰਗੀਆਂ ਮੋਹਰਾਂ ਬੋਲਣਗੀਆਂ ਤੇ ਪੰਜਾਬੀ ਦੀ ਅਹਿਮੀਅਤ ਹੋਰ ਜ਼ਿਆਦਾ ਵਧੇਗੀ। ਔਰ ਇਹ ਸਾਬਤਸ਼ੁਦਾ ਬਾਤ ਹੈ ਕਿ ਪੰਜਾਬੀ ਹੀ ਕਦੀਮ ਤਰੀਨ ਜ਼ਬਾਨ ਔਰ ਇਹ ਜਿਹੜੀ ਇਹਦੀ ਲਿਪੀ ਹੈ, ਇਹ ਜਿੰਨੀਆਂ ਵੀ ਲਿਪੀਆਂ ਅੱਜ ਦੁਨੀਆ 'ਚ ਚੱਲ ਰਹੀਆਂ ਨੇ ਸਭ ਤੋਂ
ਕਦੀਮ ਲਿਪੀ ਹੜੱਪੇ ਦੀ। ਅੱਛਾ, ਤੁਹਾਡਾ ਮਕਸਦ ਇਹ ਹੈ ਕਿ ਬਾਕੀ ਲਿਪੀਆਂ ਜਿੰਨੀਆਂ ਨੇ ਇਸ ਤੋਂ ਕੋਈ 1000 ਸਾਲ ਬਾਅਦ 'ਚ, ਕੋਈ 1500, ਕੋਈ 2 ਇੰਜੀ ਪਹਿਲੀ ਲਿਪੀ ਜਿਹੜੀ ਹੈ ਉਹ ਸਾਡੀ ਹੜੱਪੇ ਦੀਆਂ ਬਣੀ, ਤੇ ਜਿਹੜੀ ਇਹ ਮੋਹਰਾਂ ਤਾਂ ਨਹੀਂ ਪੜ੍ਹਨ ਹੁੰਦੀਆਂ ਪਈਆਂ ਕਿ ਇਹਨਾਂ ਨੂੰ ਪੁਰਾਣੀਆਂ ਲਿਪੀਆਂ ਦੇ ਤਨਾਜ਼ਰ ਵਿੱਚ ਪੜਿਆ ਜਾ ਰਿਹਾ। ਇਹੋ ਗੱਲ ਕਹਿਣਾ ਚਾਹੁੰਦੇ ਹੋ? ਉਸ ਤੋਂ ਵੀ ਪੁਰਾਣੀ ਹੈਗੀ। ਹਾਂ, ਅੱਛਾ, ਇਹ ਪੜ੍ਹਨ ਦਾ ਤਰੀਕਾ ਕਾਰ ਹੀ ਮੈਂ ਵੀ ਸੋਚਦਾ ਸਾਂ ਕਿ ਇੰਨੀ ਦੇਰ ਤੇ ਕਦੇ ਨਹੀਂ ਲੱਗੀ। ਜਿਹੜੇ ਵਿਦਿਆਰਥੀ ਸੂਝਵਾਨ ਨੇ ਉਹ ਪੜ੍ਹ ਲੈਂਦੇ ਨੇ, ਤੇ ਇਹ ਇੰਨੀ ਦੇਰ ਕਿਉਂ? ਅੱਛਾ, ਮੇਨ ਮਕਸਦ। ਅੱਛਾ, ਇੱਕ ਹੋਰ ਚੀਜ਼ ਜਿਹੜੇ ਅਸੀਂ ਆਖਦੇ ਹਾਂ ਕਿ ਬਾਬਾ ਫਰੀਦ ਪੰਜਾਬੀ ਦੇ ਪਹਿਲੇ, ਬਾਬਾ ਫਰੀਦ ਰਹਿਮਤੁல்லாਹ ਅਲੈਹ ਪੰਜਾਬੀ ਦੇ ਪਹਿਲੇ ਮਾਲੂਮ ਸ਼ਾਇਰ ਨੇ। ਇਹਦੀ ਵਜ੍ਹਾ ਹੈ ਕਿ ਉਹ ਅਗਰ ਮੋਹਰਾਂ ਪੜ੍ਹੀਆਂ ਗਈਆਂ ਤਾਂ ਪਤਾ ਲੱਗੇਗਾ ਕਿ ਉਸ ਤੋਂ ਵੀ ਸ਼ਾਇਰ ਹੋਣਗੇ। ਫਰੂਨੇ ਲਤੀਫਾ ਹੈ ਸੀ ਨਾ? ਇਹ ਗੱਲ ਹੈ ਜੀ, ਨਜ਼ਮ ਜਾਂ ਸ਼ਾਇਰੀ ਜਦੋਂ ਦੇ ਬੰਦੇ ਨੇ ਬੋਲਣਾ ਸ਼ੁਰੂ ਕੀਤਾ ਹੈ ਉਦੋਂ ਦਾ ਹੀ ਇਹਦਾ ਵਜੂਦ। ਅੱਛਾ, ਤੇ ਉਦੋਂ ਦਾ ਹੀ ਇਹ ਵਜੂਦ ਚ ਆ ਗਈ ਸੀ, ਔਰ ਹਰ ਗੱਲਬਾਤ ਜਿਹੜੀ ਸਟਾਰਟ ਇਬਤਦਾਈ ਬੋਲ ਚਾਲ ਹੀ ਤੁਹਾਡੀ ਨਜ਼ਮ ਦੀ ਸ਼ਕਲ ਦੀ ਹੈ। ਅੱਛਾ, ਤੁਸੀਂ ਕੋਕੇ ਨਸਵਾਂ ਯਾਨੀ ਕਿ ਜ਼ਨਾਨੀਆਂ ਦੇ ਰੰਨਾਂ ਦੇ, ਮੇਰਾ ਸਵਾਲ ਪਹਿਲੇ ਜੇ ਤੁਸੀਂ ਰੰਨਾਂ ਦੇ ਕੂਕ ਬਾਰੇ, ਜ਼ਨਾਨੀਆਂ ਦੇ ਕੂਕ ਬਾਰੇ ਹਰ ਸਟੇਜ ਤੇ ਬੋਲੇ ਹੋ, ਆਵਾਜ਼ ਉਠਾਈ, ਬਲਕਿ ਤੁਹਾਡਾ ਇੱਕ ਪੰਜਾਬ 'ਚ ਕਾਫੀ ਕੰਮ ਇਸ ਪੰਜਾਬੀ ਤੋਂ ਇਲਾਵਾ ਨਾ ਇਹਦੇ ਇਸ ਹਵਾਲੇ ਨਾਲ ਵੀ ਜਿਹੜੀ ਸਾਡੀ ਕਦੀਮ ਹੜੱਪਾ ਦੀ ਔਰਤ ਸੀ ਉਹਨਾਂ ਬਾਰੇ ਕੀ ਆਖੋਗੇ? ਉਹਨਾਂ ਨੂੰ ਕਿੰਨੀ ਕੁ ਆਜ਼ਾਦੀ ਸੀ ਮਾਸ਼ਰੇ 'ਚ? ਕੋਈ ਹਾਰ ਸ਼ਿੰਗਾਰ ਦੀ, ਨਿਕਾਹ ਦੀ, ਯਾਨੀ ਉਹਦੇ ਬਾਰੇ ਕੋਈ ਦੱਸੋ ਕਿ ਅੱਜ ਦੀ ਔਰਤ ਤੋਂ ਜ਼ਿਆਦਾ ਆਜ਼ਾਦ ਸਨ ਜਾਂ ਘੱਟ? ਯਾਨੀ ਸਾਹਿਬ, ਅਸਲ ਮਸਲਾ ਇਹ ਹੈ ਕਿ ਤੁਸੀਂ ਸਿਰਫ ਇੱਕੋ ਹੀ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਔਰਤ ਨੂੰ ਕਿੰਨੀ ਇੱਥੇ ਆਜ਼ਾਦੀ ਸੀ। ਉਹਨੂੰ ਆਪਣੀ ਮਨ ਮਰਜ਼ੀ ਨਾਲ ਕੰਮ ਕਰਨ ਦਿੱਤੇ ਜਾਂਦੇ ਸਨ, ਕਿਉਂਕਿ ਇੱਥੇ ਨਿਜ਼ਾਮ ਹੀ ਮਦਰਸਰੀ ਨਿਜ਼ਾਮ ਸੀ। ਮਦਰਸਰੀ ਹੜੱਪੇ ਦਾ ਇਬਤਦਾਈ ਨਿਜ਼ਾਮ ਮਦਰਸਰੀ ਨਿਜ਼ਾਮ ਸੀ, ਤੇ ਮਦਰਸਰੀ ਨਿਜ਼ਾਮ ਦਾ ਮਤਲਬ ਇਹ ਕਿ ਔਰਤ ਮੁਖਤਾਰੇ ਕੁੱਲ ਹੁੰਦੀ ਸੀ, ਬੱਲੇ ਬੱਲੇ, ਔਰ ਉਹਦੇ ਨਾਲ ਉਹਦੇ ਤਹਿਤ ਹੀ ਸਾਰਾ ਖਾਨਦਾਨ ਜਾਂ ਮਾਸ਼ਰਾ ਚਲਾ ਜਾਂਦਾ ਸੀ, ਤੇ ਲਿਹਾਜ਼ਾ ਉਦੋਂ ਤੋਂ ਬਹੁਤ ਜ਼ਿਆਦਾ ਖੁਦ ਮੁਖਤਾਰ ਸੀ। ਔਰ ਉਸ ਦੌਰ 'ਚ ਬਾਕੀ ਤਹਿਜ਼ੀਬਾਂ ਜਿਹੜੀਆਂ ਸਨ ਉਹਨਾਂ ਵਿੱਚ ਔਰਤਾਂ ਦੇ ਕੀ ਹਾਲ, ਜਿਹੜੀ ਅਮਸਰ ਸੀ ਜਿਹੜੀ ਬਾਅਦ ਵਿੱਚ ਆਈਆਂ? ਅਮਸਰ ਔਰ ਬਾਅਦ ਆਉਣ ਵਾਲੀ ਨੂੰ ਸਭ ਤੋਂ ਜਦੀਦ ਤਰੀਨ ਤਹਿਜ਼ੀਬ ਹੜੱਪੇ ਦੀ ਤਹਿਜ਼ੀਬ, ਔਰ ਔਰਤ ਤੋਂ ਜ਼ਿਆਦਾ ਅੱਛੀ ਆਜ਼ਾਦੀ ਦੀ ਜਿਹੜੀ ਕਾਇਲ ਸੀ, ਜਾਂ ਜਿਹਨੇ ਆਜ਼ਾਦੀ ਅਮਲੀ ਤੌਰ ਤੇ ਦਿੱਤੀ, ਉਹ ਸਾਡੀ ਪੰਜਾਬ ਦੀ ਤਹਿਜ਼ੀਬ ਸੀ, ਪੰਜਾਬ ਦੀ ਰੈਤਲ ਸੀ, ਔਰ ਇੱਥੋਂ ਹੜੱਪੇ ਦੀ ਤਹਿਜ਼ੀਬ ਸੀ। ਅੱਛਾ, ਜਿਹੜੀ ਕਿ ਤੋੜ ਲੈਂਦੇ ਚੜ੍ਹਦੇ ਪੰਜਾਬ ਤੱਕ ਹੜੱਪਾਈ ਤਹਿਜ਼ੀਬ ਫੈਲੀ ਹੋਈ ਹੈ। ਨਹੀਂ, ਇਹ ਤਾਂ ਹੁਣ ਸਿੰਧ ਵੀ ਅੱਗੇ ਜਾਂਦੀ ਹੈ, ਰਿਆਜ਼ ਸਾਹਿਬ ਦੇ ਦੌਰ 'ਚ ਨੂੰ ਬਾਦੀ ਸਿੰਧ ਦੀ ਤਹਿਜ਼ੀਬ ਆਖਣਾ ਵਿੱਚ ਵੀ ਗੁਜਰਾਤ ਵਿੱਚ ਜਾ ਕੇ ਹੜੱਪਾਈ ਤਹਿਜ਼ੀਬ ਦੇ ਅਸਰ। ਅੱਛਾ, ਉਹ ਜਿਹੜੇ ਗੁਜਰਾਤ ਵਿੱਚ ਕੀ ਉਹ ਡੋਲਾ ਮਾਰ ਕੇ ਕੀ ਜਗ੍ਹਾ ਤੇ ਨਾ ਉਹ ਵੀ ਹੜੱਪੇ, ਇੰਡੀਆ ਦੇ ਵਿੱਚ ਵੀ 2 ਜਗ੍ਹਾ ਤੋਂ ਹੜੱਪਾਈ ਤਹਿਜ਼ੀਬ ਦੇ ਇਹੋ ਸੁਣਿਆ ਮੋਹਰਾਂ ਮਿਲੀਆਂ ਨੇ, ਇਹੋ ਅਸਾਰ ਮਿਲੇ ਨੇ। ਉਹ ਵੀ ਹਮ ਅਸਰ ਤਹਿਜ਼ੀਬ ਹੜੱਪੇ ਦੀ, ਮਤਲਬ ਇੱਕੋ ਤਹਿਜ਼ੀਬ ਤੇ ਹੀ ਹੋਈ ਨਾ, ਜਿਵੇਂ ਉਹ। ਅੱਛਾ, ਜਾਂਦਾ ਹੈ ਕਿ ਹੜੱਪਾਈ ਤਹਿਜ਼ੀਬ ਦੀ 7 ਲੱਖ ਕਿਲੋਮੀਟਰ। ਅੱਛਾ, ਇੱਕ ਬੜੀ ਪਿਆਰੀ ਗੱਲ ਹੋਈ ਜੀ, ਇਹ ਲੋਕੀ ਲਿਪੀ ਤੋਂ ਵਾਕਈ ਵਾਕਫ ਸਨ, ਕੁਝ ਨਾ ਕੁਝ ਪਤਾ ਸੀ ਕਿ ਦੇਖ ਲਓ ਮੰਜੂ ਦਾੜੋ ਆਖਦੇ ਨੇ ਸਿੰਧ ਦੀ ਜ਼ਬਾਨ ਵਿੱਚ ਮੁਰਦਿਆਂ ਦਾ ਸ਼ਹਿਰ, ਮਰੀਆਂ ਦਾ ਸ਼ਹਿਰ, ਲਾਸ਼ਾਂ ਦਾ। ਲੇਕਿਨ ਜਿਹੜੇ ਸਾਡੇ ਹੜੱਪਾ ਦਾ ਸਾਨੂੰ ਕਦੀਮ ਨਾਮ ਵੀ ਪਤਾ ਹੈ, ਅਸੀਂ ਇਹ ਬਕਾਇਦਾ ਇਹਦੇ 'ਚ ਵੀ ਆਇਆ, ਆਪਣੇ ਸਿਕੰਦਰ ਵੀ ਇੱਥੇ ਪਹੁੰਚਿਆ। ਸਿਕੰਦਰ ਸਾਹਿਬ, ਸਾਡੇ ਜਿਹੜਾ ਨਾ ਇੱਥੇ ਉਦੋਂ ਮੁਰਦਿਆਂ ਨੂੰ ਦਫਨਾਉਣ ਦੇ 2-3 ਤਰੀਕੇ ਆਮ ਪ੍ਰਚਲਿਤ ਸਨ, ਜਿਨ੍ਹਾਂ ਦੇ ਵਿੱਚ ਇੱਕ ਤੇ ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਦਫਨਾਉਂਦੇ ਹਾਂ, ਕਬਰਾਂ ਦੇ ਵਿੱਚ ਵੀ ਦਫਨਾਇਆ ਜਾਂਦਾ ਸੀ ਜੀ ਜੀ। ਇਸ ਤੋਂ ਇਲਾਵਾ ਕੁਝ ਮੁਰਦਿਆਂ ਨੂੰ ਸਾੜਨ ਦੇ ਵੀ ਇੱਥੇ ਸਬੂਤ ਮੌਜੂਦ ਨੇ, ਔਰ ਕੁਝ ਲੋਕਾਂ ਨੂੰ ਬਰਤਨਾਂ 'ਚ ਬੰਦ ਕਰਕੇ ਵੀ ਦਫਨਾਇਆ ਜਾਂਦਾ ਸੀ। ਨਹੀਂ, ਬਰਤਨ ਉਹਨਾਂ ਨੂੰ ਜਲਾ ਕੇ ਉਹਨਾਂ ਦੀ ਸੁਆਹ ਉਹਦੇ 'ਚ ਪਾ ਕੇ ਉਹਨਾਂ ਨੂੰ ਵੀ ਕੀਤਾ ਜਾਂਦਾ ਸੀ। 3-4 ਤਰੀਕੇ ਨਾਲ ਨਹੀਂ, ਉਹ ਜਿਹੜੇ ਜਿਸ ਤਰ੍ਹਾਂ ਪਾਰਸੀ ਕਰਦੇ ਨੇ ਕਿ ਲਾਸ਼ ਨੂੰ ਰੱਖ ਆਉਂਦੇ ਨੇ, ਤੇ ਮੈਂ ਕਿਤੇ ਪੜ੍ਹਿਆ ਸੀ ਕਿ ਉਹਦੀ ਲਾਸ਼ ਦੀ ਖਾ ਜਾਂਦੇ ਨੇ ਨਾ ਗੋਸ਼ਤ ਵਗੈਰਾ, ਹੱਡੀਆਂ ਜਿਹੜੀਆਂ ਨੇ ਉਹ ਕਰਦੇ ਸਨ। ਅੱਛਾ, ਇੱਕ ਰਾਜ ਸਾਹਿਬ, ਮੈਂ ਦੋਸਤਾਂ ਦੀ ਦਿਲਚਸਪੀ ਵਾਸਤੇ ਪੁੱਛਣਾ, ਇਹ ਲੋਕ ਵੈਜੀਟੇਰੀਅਨ ਸਨ, ਨਾਨ ਵੈਜੀਟੇਰੀਅਨ? ਉਦੋਂ ਦੋਵੇਂ ਤਰ੍ਹਾਂ ਦੇ ਮੌਜੂਦ ਸਨ। ਹੁਣ ਹੜੱਪੇ, ਸਾਡੇ ਹੜੱਪੇ ਵਿੱਚ ਅਜੇ ਵੀ ਹੜੱਪੇ ਦੇ ਵਿੱਚ ਮੂਰਤੀਆਂ ਐਸੀਆਂ ਪਈਆਂ ਨੇ, ਜਾਂ ਉਹਨਾਂ ਦੇ ਢਾਂਚੇ ਐਸੇ ਪਏ, ਢਾਂਚੇ ਮੂਰਤੀਆਂ ਦੇ ਢਾਂਚੇ ਆਖੋ ਨਾ। ਅੱਛਾ, ਜਿਨ੍ਹਾਂ ਤੇ ਤਹਿਕੀਕ ਹੋਈ ਹੈ ਔਰ ਸਾਬਤ ਹੋਇਆ ਕਿ ਕੁਝ ਲੋਕ ਹੀ ਵੈਜੀਟੇਰੀਅਨ ਸਨ ਔਰ ਕੁਝ ਲੋਕ ਗੋਸ਼ਤਖੋਰ ਸਨ, ਕੁਝ ਸਬਜ਼ੀ ਖੋਰ ਸਨ ਔਰ ਕੁਝ ਗੋਸ਼ਤਖੋਰ ਸਨ। ਉਦੋਂ ਵੀ ਇਸੇ ਤਰ੍ਹਾਂ ਹੀ ਤਫਰੀਕ, ਜਿਹੜੀ ਅੱਜ ਤਫਰੀਕ ਹੈ ਅੱਜ। ਅੱਛਾ, ਉਦੋਂ ਵੀ ਮੌਜੂਦ ਸੀ ਇਸੇ ਤਫਰੀਕ, ਫਿਰ ਜਿਹੜੀ ਮਜ਼ਹਬੀ ਤਫਰੀਕ ਵੀ ਆ ਸੀ। ਉਦੋਂ ਵੀ ਔਰਤ ਇੰਨੀ ਕੁ ਆਜ਼ਾਦ ਸੀ ਕਿ ਉਹਦੀਆਂ ਹਾਰ ਸ਼ਿੰਗਾਰ ਦੀਆਂ ਚੀਜ਼ਾਂ, ਉਹਦੀਆਂ ਚੂੜੀਆਂ, ਬਣਾਓ ਸ਼ਿੰਗਾਰ, ਉਹਦੇ ਕਾਂਟੇ ਵਗੈਰਾ ਹਰ ਚੀਜ਼ ਦੀਆਂ ਉਦੋਂ ਵੀ ਮੌਜੂਦ ਸੀ। ਯਾਨੀ ਕਿ ਬੜੀ ਤਹਿਜ਼ੀਬ ਯਾਫਤਾ ਸੀ। ਕਈਆਂ ਜਗ੍ਹਾ ਤੇ ਉਹ ਸ਼ੀਸ਼ਾ ਵੇਖ ਰਹੀ ਹੈ, ਕਿਸੇ ਜਗ੍ਹਾ ਤੇ ਕੰਘੀ ਪੱਟੀ ਕਰ ਰਹੀ ਹੈ, ਕਿਸੇ ਜਗ੍ਹਾ ਤੇ ਕਿਵੇਂ ਹੋ ਰਿਹਾ। ਮੈਚਿਕ ਚੀਜ਼ ਇੱਕ ਇੱਥੇ ਮੁਜਸਮਾ ਪਿਆ, ਉਸ 'ਚ ਕੋਈ ਤਖਤੀ ਪੜ੍ਹਦੀ ਪਈ ਹੈ, ਔਰਤ ਇੱਕ ਅੱਧ ਪੜ੍ਹਦੀ ਪੜੀ, ਇਹਦਾ ਮਤਲਬ ਸਾਡੀ ਔਰਤ ਪੜ੍ਹੀ ਲਿਖੀ ਸੀ ਉਸ ਤੋਂ, ਲਿਖੀ ਸੀ ਔਰ ਉਹ ਲਿਪੀ ਮੌਜੂਦ ਸੀ। ਮੈਂ ਫਿਰ ਉਹੀ ਗੱਲ ਕਰਾਂਗਾ, ਉਹ ਸਾਡੀ ਇਹ ਪੰਜਾਬੀ ਹੀ ਸੀ, ਪੰਜਾਬੀ ਦੀ ਕਦੀਮ ਸ਼ਕਲ ਉਹਨੂੰ ਕਹਿ ਲਓ, ਜਿਹੜੀ ਕਿ ਹੁਣ ਚੱਲ ਰਹੀ ਹੈ, ਕਿਉਂਕਿ ਇਹ ਜਗ੍ਹਾ ਲਗਾਤਾਰ ਆਬਾਦ ਰਹੀ, ਦੇਖੋ ਜੀ, ਹੁੰਦੀ ਰਹੀ, ਆਬਾਦ ਹੁੰਦੀ ਰਹੀ, ਲੇਕਿਨ ਜ਼ਬਾਨ ਤੇ ਚੱਲਦੀ ਰਹੀ। ਵੇਲੇ ਦੇ ਨਾਲ ਨਾਲ ਉਹਦੇ 'ਚ ਇਜ਼ਾਫਾ ਹੁੰਦਾ ਗਿਆ, ਕੋਈ ਤਬਦੀਲੀਆਂ ਆਉਂਦੀਆਂ ਗਈਆਂ, ਔਰ ਮੌਜੂਦਾ ਸ਼ਕਲ 'ਚ ਪੰਜਾਬੀ ਬਣੀ। ਅਸੀਂ ਜੀ ਇੱਕ ਤੇ ਮੰਗ ਕਰਨੀ, ਜੇ ਸਾਡਾ ਜਿਹੜਾ ਹੜੱਪਾ ਹੈ ਇਹ ਸਿਰਫ 3% ਖਦਾਈ ਹੋਈ ਹੈ, ਇਹ ਖਦਾਈ ਕੀਤੀ ਜਾਏ ਮੁਕੰਮਲ। ਦੂਆ ਲਾਲ ਫਿੱਤੇ ਵਿੱਚ ਅੱਧਾ ਹੜੱਪਾ ਸ਼ਹਿਰ ਆ ਰਿਹਾ, ਬਕੌਲ ਤੁਹਾਡੇ ਕਿ ਇਹ ਜਿਹੜੇ ਮਕਾਨ ਬਣੇ ਨੇ ਇਹਨਾਂ 'ਚ ਬਹੁਤ ਸਾਰੇ ਇਹਨਾਂ ਇੱਟਾਂ ਨਾਲ ਬਣੇ, ਇਹਨੂੰ ਤਬਾਹ ਹੋਣ ਤੋਂ ਬਚਾਓ,
ਔਰ ਇਹਨੂੰ ਕੀਤਾ ਜਾਏ ਮੁਕੰਮਲ। ਹੁਣ ਵੈਸੇ ਕੁਝ ਨਾ ਕੰਧ ਵਗੈਰਾ ਬਣਾ ਦਿੱਤੀ ਹੈ ਉਹਦੀ ਚਾਰ ਤੇ ਦੀਵਾਰੀ ਬਣ ਹਾਂ ਗਈ ਹੈ। ਔਰ ਹੜੱਪੇ ਦਾ ਦੱਸਦੇ ਨੇ ਕਿ ਕਹਿੰਦੇ ਨੇ ਕਿ ਇਹਦਾ ਜਿਹੜਾ ਚੌਗਰਦਾ ਸੀ 3 ਕਿਲੋਮੀਟਰ ਦਾ ਸੀ। ਯਾਨੀ ਸ਼ਮਾਲਨ ਜਨੂਬਨ 3 ਮੀਲ। ਹਾਂ ਹਰ ਸ਼ਮਾਲਨ ਜਨੂਬਨ ਮਸ਼ਰਕ ਮਗਰਬ 3-3 ਕਿਲੋਮੀਟਰ ਇਹਨੂੰ ਨਾਪ ਲਵੋ ਤੇ ਹੜੱਪੇ ਦੀ ਹਦੂਦ ਹੁੰਦੀ ਸੀ। ਨਹੀਂ ਤੁਸੀਂ ਹੁਣ ਵੀ ਦੇਖੋ ਨਾ, ਜਿਹੜਾ ਸਾਹਮਣੇ ਖੰਡਰਾਤ ਨੇ, ਇਹਨਾਂ ਖੰਡਰਾਤਾਂ ਦੇ ਉੱਤੇ ਜਿਹੜਾ ਦਰਖਤ ਉੱਗੇ ਨੇ, ਨੀਚੇ ਸਾਰੇ ਇਹ ਜਿਹੜੇ ਨਜ਼ਰ ਆ ਜਾਏ ਨਾ, ਇਹਨਾਂ ਨੀਚੇ ਸਾਰੇ ਜਿਹੜੇ ਇਹਨਾਂ ਢਾਇਆਂ ਦੇ ਅਜੇ ਵੀ ਖਜ਼ਾਨੇ ਮੌਜੂਦ ਹਨ। ਬਿਲਕੁਲ ਕਦੀਮ ਖਜ਼ਾਨੇ ਮੌਜੂਦ ਨੇ। ਜਿਹੜੇ ਆਪਣੇ ਮਿੱਟੀ ਦੇ ਜਿਹੜੇ ਟਿੱਲੇ ਨਾ, ਟਿੱਲਿਆਂ ਥੱਲੇ ਟੋਟਲੀ ਇਹ ਮੌਜੂਦ ਨੇ ਖੰਡਰਾਤ ਜਾਂ ਢਾਈ ਤੁਸੀਂ ਕਹਿ ਲਓ। ਔਰ ਬਹੁਤ ਵੱਡਾ ਜਿਹੜਾ ਨਾ ਇਹ ਸਾਡਾ ਖਜ਼ਾਨਾ ਹੈ, ਮਤਲਬ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਜੀਵੇ ਪੰਜਾਬ ਸਦਾ ਜੀ। ਬਹੁਤ ਧੰਨਵਾਦ ਜਗਤਾਰ ਵੀਰ ਔਰ ਕਿਆਨੀ ਸਾਹਿਬ ਦਾ ਖਾਸ ਤੌਰ ਤੇ ਧੰਨਵਾਦ, ਜਿਨ੍ਹਾਂ ਨੇ ਹਰੱਪਾ ਪਹੁੰਚ ਕੇ ਕੁਝ ਸਵਾਲ ਜਵਾਬ ਵੀ ਉਹ ਕੀਤੇ। ਜਿਹੜੀ ਹਰੱਪਾ ਦੀ ਸਕ੍ਰਿਪਟ ਹੈ ਉਹਦੇ ਬਾਰੇ ਖਾਸ ਤੌਰ ਤੇ ਗੱਲ ਹੋਈ, ਤੇ ਪੋਜੀਸ਼ਨ ਆਫ ਵੂਮਨ ਦੇ ਬਾਰੇ ਵੀ ਖਾਸ ਤੌਰ ਤੇ ਗੱਲ ਹੋਈ। ਬਈ ਉਸ ਟਾਈਮ ਦੇ ਵਿੱਚ ਵੀ ਔਰਤ ਦੀ ਬਹੁਤ, ਜਦੋਂ ਅਸੀਂ ਰਿਗਵੈਦਿਕ ਕਾਲ ਪੜ੍ਹਦੇ ਹਾਂ, ਜਿਹੜਾ ਜਿਹਨੂੰ ਅਰਲੀ ਵੈਦਿਕ ਏਜ ਕਹਿ ਦਿੰਦੇ ਆ, ਉਹਦੇ ਵਿੱਚ ਵੀ ਔਰਤ ਦੀ ਸਥਿਤੀ ਜਿਹੜੀ ਹਰੱਪਾ ਦੇ ਨਾਲ ਹੀ ਮਿਲਦੀ ਹੈ। ਹਰੱਪਾ ਜਦੋਂ ਜਿਹੜੇ ਮੰਨਿਆ ਜਾਂਦਾ ਕਿ ਆਰੀਅਨ ਜਦੋਂ ਆਉਣ ਲੱਗ ਪੈਂਦੇ, ਉਹ 1500 ਜਿਹੜਾ BC ਉਸ ਟਾਈਮ ਦੇ ਵਿੱਚ ਜਦੋਂ ਆਉਣਾ ਸ਼ੁਰੂ ਹੋ ਜਾਂਦੇ ਆ। ਹਰੱਪਾ ਖਤਮ ਹੁੰਦਾ 1900 ਤੱਕ ਚਲੇ ਜਾਂਦਾ ਹੈਗਾ। ਉਸ ਦੌਰਾਨੀਏ ਦੇ ਵਿੱਚ ਹੀ ਜਿਹੜਾ ਹੈ ਵੈਦਿਕ ਜਿਹੜੇ ਆਰੀਅਨ ਨੇ ਉੱਥੇ ਪਹੁੰਚਦੇ ਆ ਤੇ ਹੌਲੀ ਹੌਲੀ ਮਿਕਸਅਪ ਹੁੰਦੇ। ਤੋਂ ਰਿਗਵੇਦ ਦੇ ਵਿੱਚ ਜਦੋਂ ਇਹ ਆਉਂਦੇ ਆ ਤਾਂ ਇਹ ਮੰਨ ਲਈਏ ਕਿ ਔਰਤ ਦੀ ਸਥਿਤੀ ਬਹੁਤ ਜ਼ਿਆਦਾ ਚੰਗੀ, ਜਿਵੇਂ ਕਿਆਨੀ ਸਾਹਿਬ ਦੱਸ ਰਹੇ ਸੀ, ਬਹੁਤ ਜ਼ਿਆਦਾ ਅੱਛੀ ਉਸ ਟਾਈਮ ਦੇ ਵਿੱਚ ਸੀਗੀ। ਤੇ ਸਕ੍ਰਿਪਟ ਦੀ ਜਿਹੜੀ ਗੱਲ ਹੈ, ਸਕ੍ਰਿਪਟ ਦੇ ਬਾਰੇ ਕਾਫੀ ਸਾਰੀ ਜਿਹੜੀ ਰਿਸਰਚ ਹੈ ਆਲਰੇਡੀ ਚੱਲ ਵੀ ਰਹੀ ਆ, ਹੋਈ ਵੀ ਆ। 1994 ਦੇ ਵਿੱਚ ਇੱਕ ਕਿਤਾਬ ਛਪੀ ਸੀਗੀ, ਹਰੱਪਨ ਸਕ੍ਰਿਪਟ ਐਂਡ ਲੈਂਗੁਏਜ। ਇਹ ਲੈਂਗੁਏਜ ਡਿਸਕਵਰੀ ਆਫ ਸਿਵਿਲਾਈਜੇਸ਼ਨ ਇਹ ਸੀਗੀ, ਕਲਿਆਣਾ ਰਮਨ ਦੇ ਵੱਲੋਂ ਛਾਪੀ ਗਈ ਸੀ ਇਹ ਬੁੱਕ। ਤੇ ਮੈਨੂੰ ਉਹਨਾਂ ਦਾ ਪਬਲਿਸ਼ਰ ਦਾ ਨਹੀਂ ਪਤਾ, ਤੇ ਉਹਨਾਂ ਵੱਲੋਂ ਛਪੀ ਸੀ ਕਿ ਤੇ ਇੱਕ ਇਹਨਾਂ ਨੇ 1988 ਦੇ ਵਿੱਚ ਜਿਹੜੇ ਇੰਡੀਅਨ ਇੰਡਸ ਸਕ੍ਰਿਪਟ ਨੂੰ ਪੜ੍ਹਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਉਹ ਬੁੱਕ ਆਈ ਸੀ ਡਿਕਿਪਰਿੰਗ ਦਾ ਇੰਡੀਅਨ ਇੰਡਸ ਸਕ੍ਰਿਪਟ। ਇਹ ਆਸਕੋ ਰਾਈਟਰ ਸੀਗੇ, ਉਹਨਾਂ ਦੇ ਵੱਲੋਂ ਆਈ ਸੀਗੀ। ਤੋ ਸਕ੍ਰਿਪਟ ਨੂੰ ਪੜ੍ਹਨ ਦੇ ਲਈ ਵੀ ਕਾਫੀ ਸਾਰੀਆਂ ਜਿਹੜੀਆਂ ਕਿਤਾਬਾਂ ਨੇ, ਹੁਣ ਵੀ ਇੱਕ ਲੇਟੈਸਟ ਵੀ ਇੱਕ ਕਿਤਾਬ ਆਈ ਆ, ਤੇ ਉਹ ਵੀ ਮੈਂ ਸ਼ਾਇਦ ਮੈਂ ਕਿਤੇ ਰੱਖ ਕੇ ਭੁੱਲ ਗਿਆ। ਉਹ ਵੀ ਜਿਹੜੀ ਹੈ ਸਕ੍ਰਿਪਟ ਦੇ ਬਾਰੇ ਆਈ ਐ। ਸੋ ਲੋਕ ਕੋਸ਼ਿਸ਼ ਕਰ ਰਹੇ ਆ ਇਸ ਨੂੰ ਪੜ੍ਹਨ ਦੀ, ਇਸ ਨੂੰ ਸਮਝਣ ਦੀ, ਤੇ ਇਸ ਦੇ ਵਿੱਚ ਜੋ ਮੈਸੇਜ ਸੀ ਉਹ ਲੈਣ ਦੀ। ਖੈਰ, ਇਸ ਤੋਂ ਅੱਗੇ ਵੱਧਦੇ ਮੈਂ ਧੰਨਵਾਦ ਕਰਦੇ ਹਾਂ ਕਿਆਨੀ ਸਾਹਿਬ ਦਾ, ਉਹਨਾਂ ਦੇ ਸਾਥੀਆਂ ਦਾ, ਤੇ ਇੰਨੀ ਗਰਮੀ ਦੇ ਵਿੱਚ ਜਿਵੇਂ ਉਹ ਦੱਸ ਰਹੇ ਸੀ ਕਿ ਇਸ ਟਾਈਮ ਟੂਰਿਸਟ ਨਹੀਂ ਆ ਰਹੇ, ਤੇ ਉਹਨਾਂ ਨੇ ਸਾਡੇ ਲਈ ਇਹ ਵੀਡੀਓਜ਼ ਬਣਾ ਕੇ ਭੇਜੀਆਂ, ਤੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਸੀਗੀ, ਬਹੁਤ ਸਾਰੀ ਜਿਹੜਾ ਸਾਡੇ ਨਾਲ ਸ਼ੇਅਰ ਕੀਤਾ ਜਾ ਸਕਦਾ ਸੀ, ਉਹਨਾਂ ਨੇ ਕੀਤਾ। ਮੈਂ ਹੁਣ ਬੇਨਤੀ ਕਰੂੰਗਾ ਡਾਕਟਰ ਹਰਪ੍ਰੀਤ ਸਿੰਘ, ਜੋ ਖਾਸ ਤੌਰ ਤੇ ਰੋਪੜ ਪਹੁੰਚ ਗਏ ਨੇ ਹਰੱਪਨ ਸਾਈਟ ਦੇ ਉੱਤੇ, ਤੇ ਉਹ ਸਾਡੇ ਨਾਲ ਜਿਹੜਾ ਸਰਸਵਤੀ ਤੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਬਾਰੇ ਜਿਹੜਾ ਆਪਣਾ ਪਰਚਾ ਹੈ ਉਹ ਪੜ੍ਹਨਗੇ ਤੇ ਸਾਡੇ ਨਾਲ ਸਾਂਝਾ ਕਰਨਗੇ ਉਹਨਾਂ ਦਾ ਗਿਆਨ ਜੋ ਹੈ। ਡਾਕਟਰ ਹਰਪ੍ਰੀਤ ਸਿੰਘ ਪ੍ਰੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ। ਜੀ ਡਾਕਟਰ ਨਿਰਮਲ ਸਿੰਘ ਜੀ, ਮੋਤਾ ਸਿੰਘ ਬਾਜੀ ਤੇ ਹੋਰ ਸਾਰੇ ਵਿਦਵਾਨਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਡਾਕਟਰ ਅਨੁਜਾ ਤੇ ਡਾਕਟਰ ਅੰਜਲੀ ਬਹੁਤ ਕੁਝ ਦੱਸ ਚੁੱਕੇ ਹੈ। ਥੋੜੇ ਜਿਹੇ ਅੱਖਰਾਂ ਦੇ ਵਿੱਚ ਸਭ ਕੁਝ ਤਕਰੀਬਨ ਉਹਨਾਂ ਨੇ ਵਿਸਤਾਰ ਨਾਲ ਦੱਸ ਦਿੱਤਾ। ਬਾਕੀ ਕਿਆਨੀ ਸਾਹਿਬ ਦੀ ਵੀਡੀਓ ਨੇ ਤਾਂ ਵਾਕਈ ਕਮਾਲ ਕੀਤਾ, ਇਹ 'ਚ ਕੋਈ ਸ਼ੱਕ ਨਹੀਂ। ਤੇ ਰਹਿ ਗਈ ਗੱਲ, ਕੁਝ ਜਿਹੜੀਆਂ ਚੀਜ਼ਾਂ ਮੈਂ ਆਪਣੇ ਤੌਰ ਤੇ ਐਕਸਪਲੋਰ ਕਰਨਾ ਚਾਹੁੰਦਾ, ਉਹ ਇਹ ਹੈ ਕਿ ਜਿਹੜੀ ਇਹਦੀ ਖੁਦਾਈ ਹੋਈ ਸੀ ਉਹ 23 ਫਰਵਰੀ ਤੋਂ ਲੈ ਕੇ 25 ਅਪ੍ਰੈਲ 1902 ਦੇ ਵਿੱਚ ਹੋਈ ਸੀ। ਜਿਹੜੀ ਸ਼ੁਰੂਆਤ ਹੋਈ ਸੀ, ਉਹਨੂੰ 100 ਸਾਲ ਨਹੀਂ ਹੋਏ, 100 ਸਾਲ ਤੋਂ ਵੀ ਉੱਪਰ 20 ਸਾਲ ਹੋ ਗਏ। ਤੇ ਉਹ ਕਰਵਾਈ ਗਈ ਸੀ ਜਨਰਲ ਕਨਿੰਗਮ ਦੇ ਆਦੇਸ਼ ਤੇ। HWB ਗੈਰਿਕ ਨੇ ਕੀਤੀ ਸੀ। ਉਹ ਜਗ੍ਹਾ ਸੀ ਚਰਸਦਾ, ਜਿਹੜੀ ਕਿਸੇ ਟਾਈਮ ਗੰਧਾਰ ਰਾਜ ਦੀ ਰਾਜਧਾਨੀ ਪੁਸ਼ਕਲਾਵਤੀ ਵੀ ਬਣੀ ਹੈ ਬਾਅਦ ਵਿੱਚ। ਆ ਜਿਹੜੀ ਕਲਿੱਪ ਦਿਖਾਈ ਦੇ ਰਹੀ ਹੈ, ਉੱਥੇ ਦੀ ਬਾਲਾ ਹਿਸਾਰ ਉੱਚਾ ਕਿਲਾ ਇੱਕ, ਉੱਥੇ ਦੀ ਫੋਟੋ ਹੈ। ਇਹਦੇ ਨਾਲ ਹੀ ਮੀਰ ਜ਼ਿਆਰਤ ਦਾ ਕਿਲਾ ਹੈ। ਇਹ ਚਰਸਦਾ ਦੀ ਖੁਦਾਈ ਦੇ ਵਿੱਚੋਂ ਹਾਂਜੀ ਆ ਬਿਲਕੁਲ ਇਹ ਬਾਲਾ ਹਿਸਾਰ ਦਾ ਕਿਲਾ ਦਿਖਾਈ ਦੇ ਰਿਹਾ ਹੈ। ਤੇ ਇੱਥੇ ਦੀ ਖੁਦਾਈ ਦੇ ਵਿੱਚੋਂ ਆ ਬਾਲਾ ਹਿਸਾਰ ਦਾ ਹੁਣ ਦਾ ਰੂਪ ਹੈ, ਜਿਹੜਾ ਅੱਜ ਕੱਲ੍ਹ ਬਹੁਤ ਵਧੀਆ ਤਰੀਕੇ ਨਾਲ ਲਹਿੰਦੇ ਪੰਜਾਬ ਦੀ ਗੌਰਮੈਂਟ ਨੇ ਮੇਨਟੇਨ ਕੀਤਾ ਹੋਇਆ।
ਬਾਕੀ ਚਰਸਦਾ ਦੀ ਖੁਦਾਈ ਤੋਂ ਜਿਹੜੇ ਸ਼ਿਲਾਲੇਖ ਮਿਲੇ ਆ ਉਹ ਖਰੋਸ਼ਟੀ ਦੀ ਲਿਪੀ ਦੇ ਵਿੱਚ ਆ। ਤੁਹਾਡੇ ਕੋਲ ਖਰੋਸ਼ਟੀ ਲਿਪੀ ਦੇ ਵਿੱਚ ਦਿਖਾਈ ਦੇ ਰਹੀ ਹੈ। ਇਹ ਉੱਥੇ ਦੇ ਪਠਾਰ ਹੈਗੇ ਆ, ਇੱਕ ਜਗ੍ਹਾ ਤੇ ਉਸਨੂੰ ਸਿਰਫ ਢੇਰੀਓ ਕਿਹਾ ਜਾਂਦਾ ਹੈ ਤੇ ਇੱਕ ਮੀਰ ਜ਼ਿਆਰਤ ਹੈ, ਇੱਕ ਬਾਲਾ ਹਿਸਾਰ। ਸਵਾਤ ਨਦੀ ਦੇ ਕਿਨਾਰੇ ਹੈ, ਪਿਸ਼ਾਵਰ ਤੋਂ ਉੱਤਰ ਪੱਛਮ ਵੱਲ ਇਹ। ਤੇ ਇਸ ਦੇ ਵਿੱਚੋਂ ਜੋ ਆਪਣਾ ਡਾਕਟਰ ਅੰਜਲੀ ਨੇ ਦੱਸਿਆ ਕਿ ਜਿਸ ਤਰ੍ਹਾਂ ਮਾਤਾ ਦਾ ਰੂਪ ਦੱਸਿਆ ਕਿ ਬਿਰਖ ਵੀ ਉੱਡ ਰਿਹਾ ਤਾਂ ਉਹਦੀ ਗਰਭ ਦੇ ਵਿੱਚੋਂ ਉੱਠ ਰਿਹਾ, ਉਹ ਇਸੇ ਤਰੀਕੇ ਨਾਲ ਉੱਥੋਂ ਇੱਕ ਮੂਰਤੀ ਹੋਰ ਵੀ ਮਿਲੀ ਹੈ ਜਿਸ ਨੂੰ ਹਰਿਤੀ ਦੇਵੀ ਦੀ ਮੂਰਤੀ ਕਿਹਾ ਗਿਆ ਬਾਅਦ ਵਿੱਚ। ਹਰਿਤੀ ਦੇਵੀ ਦਾ ਮਤਲਬ ਹੁੰਦਾ ਕਿ ਬੱਚਿਆਂ ਦੀ ਸੰਭਾਲ ਕਰਨ ਵਾਲੀ ਮੂਰਤੀ। ਉਹਦਾ ਮਤਲਬ ਇਹ ਹੈ ਕਿ ਪੂਰੇ ਘਰ ਪਰਿਵਾਰ ਦੀ ਸੰਭਾਲ ਇੱਕ ਔਰਤ ਦੇ ਹੱਥ ਵਿੱਚ ਹੀ ਸੀ। ਇਹ ਜਿਹੜੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਦਿਖਾਈ ਦੇ ਰਹੀਆਂ, ਇਹ ਬਾਅਦ ਵਿੱਚ ਜਦੋਂ ਰਾਜਾ ਅਸ਼ੋਕ ਤੋਂ ਬਾਅਦ ਉੱਥੇ ਬੁੱਧ ਧਰਮ ਬਣ ਪਿਆ, ਉਦੋਂ ਇੱਥੇ ਜਗ੍ਹਾ ਜਗ੍ਹਾ ਤੇ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਹੂਣਾ ਨੇ ਆ ਕੇ 6ਵੀਂ ਸ਼ਤਾਬਦੀ ਦੇ ਵਿੱਚ ਆ ਕੇ ਤਬਾਹੀ ਮਚਾਈ ਹੈ, ਸਭ ਤੋਂ ਵੱਧ ਨੁਕਸਾਨ ਕੀਤਾ ਹੂਣਾ ਨੇ ਇਸ ਜਗ੍ਹਾ ਤੇ। ਜਿੰਨੀਆਂ ਉਸ ਇਮਾਰਤਾਂ ਸਾਜੀਆਂ, ਜਿੰਨੀਆਂ ਜੋ ਕੁਛ ਵੀ ਸੀ ਉੱਥੇ ਇਹਨਾਂ ਦਾ ਬਣਾਇਆ ਹੋਇਆ, ਸਭ ਦਾ ਸਭ ਜੋ ਤਹਿਸ ਨਹਿਸ ਕੀਤਾ ਉਹ ਹੂਣਾ ਨੇ ਆ ਕੇ ਕੀਤਾ। ਤੇ ਹਿਊਨ ਸਿੰਘ 629 ਤੋਂ 645 ਈਸਵੀ ਦੇ ਵਿੱਚ ਇਸ ਜਗ੍ਹਾ ਤੇ ਗੇੜਾ ਮਾਰ ਕੇ ਗਿਆ ਸੀ। ਉਸਨੇ ਦੱਸਿਆ, ਉਸਦੇ ਲਿਖਤ ਵਿੱਚ ਹੈ ਕਿ ਜਿਹੜਾ ਹੁਣ ਰਾਜਾ ਮੇਹਰਕੁਲ ਸੀ ਉਸ ਵੱਲੋਂ ਇਹ ਇਮਾਰਤਾਂ ਜ਼ਮੀਨਦੋਜ਼ ਕਰ ਦਿੱਤੀਆਂ ਗਈਆਂ ਸੀ ਉਹਦੇ ਆਉਣ ਤੱਕ। ਮਤਲਬ 1600 ਸਤੂਪ ਤੇ ਬੋਧੀ ਮਠ ਸੀ ਜਿਹੜੇ ਉਹਨੇ ਜ਼ਮੀਨਦੋਜ਼ ਕੀਤੇ ਆ। ਰਹੀ ਗੱਲ ਉੱਥੋਂ ਦੇ ਸਭਿਅਤਾ ਦੀ ਕਿ ਜਦੋਂ ਅਸੀਂ ਉੱਥੋਂ ਦੀ ਖੁਦਾਈ ਕਰਦੇ ਹਾਂ ਤਾਂ ਖੁਦਾਈ ਦੇ ਵਿੱਚੋਂ ਕੀ ਨਿਕਲਦਾ ਉਹ ਅਲੱਗ ਚੀਜ਼ ਹੈ। ਸਿੰਧੂ ਘਾਟੀ ਦੀ ਸਭਿਅਤਾ ਕੀ ਚੀਜ਼ ਹੈ ਉਹ ਮੇਰੇ ਹਿਸਾਬ ਨਾਲ ਬਿਲਕੁਲ ਅਲੱਗ ਹੈ, ਕਿਉਂਕਿ ਖੁਦਾਈ ਵਿੱਚੋਂ ਸਾਨੂੰ ਆਪਣਾ ਰਾਜਾ ਮਿਲਿੰਦ ਦੇ ਸਿੱਕੇ ਮਿਲਦੇ ਆ, ਕਨਿਸ਼ਕ ਦੇ ਸਿੱਕੇ ਮਿਲਦੇ ਆ, ਮਣਕੇ, ਘੋਗੇ, ਸਿੱਪੀਆਂ, ਗਹਿਣੇ, ਮਿੱਟੀ ਦੇ ਬਰਤਨ, ਬੁੱਧ ਮੂਰਤੀਆਂ। ਉਹ ਸਿੰਧ ਘਾਟੀ ਤੋਂ ਪਹਿਲਾਂ ਦੀਆਂ ਵੀ ਆ, ਸਿੰਧ ਘਾਟੀ ਤੋਂ ਬਾਅਦ ਦੀਆਂ ਵੀ ਆ। ਤੇ ਕੁਸ਼ਾਣ ਸਾਮਰਾਜ ਹੈ ਦੂਜੀ ਤੋਂ ਤੀਜੀ ਸ਼ਤਾਬਦੀ ਵਿੱਚ ਰਿਹਾ। ਹੜੱਪਾ ਸਭਿਅਤਾ ਜਿਹਨੂੰ ਆਪਾਂ ਕਹਿੰਦੇ ਆ, ਇਹ 1720 ਤੋਂ 1300 ਈਸਾ ਪੂਰਵ ਤੋਂ ਲੈ ਕੇ ਚਲਦੀ ਆਈ ਹੈ। ਆਪਾਂ ਕਹਿੰਦੇ ਕਿ ਇਹਦਾ ਪਤਨ ਹੋ ਗਿਆ। ਮੇਰੇ ਹਿਸਾਬ ਨਾਲ ਸਿੰਧ ਘਾਟੀ ਦਾ ਸਭਿਅਤਾ ਦਾ ਪਤਨ ਕਦੇ ਵੀ ਨਹੀਂ ਹੋਇਆ। ਉਹ ਮੈਂ ਤੁਹਾਨੂੰ ਦੱਸਦਾ ਕਿਸ ਤਰੀਕੇ ਨਾਲ ਕਿ ਇੱਕ ਤਾਂ ਜਦੋਂ 7ਵੀਂ ਸ਼ਤਾਬਦੀ ਦੀ ਸ਼ੁਰੂਆਤ ਚੱਲ ਰਹੀ ਸੀ, ਉਸ ਸਮੇਂ ਜਿਹੜਾ ਦਰਿਆ ਸੀ ਆਪਣਾ, ਜੇ ਤੁਸੀਂ ਆਪਣਾ ਜਗਤਾਰ ਸਿੰਘ ਜੀ ਦਿਖਾਓ ਜੇ ਤੁਸੀਂ ਉਹ ਵਾਲੀ ਪਿਕਚਰ ਵਿਰਾਸਤ ਪੰਜਾਬ ਵਾਲੀ, ਹਾਂ ਆਹ ਵਾਲਾ ਦਰਿਆਵਾਂ ਦਾ ਬਹਾਅ ਸੀ ਜਿਹੜਾ, ਇਹ ਘੱਗਰ, ਸਰਸਵਤੀ, ਮਾਰਕੰਡਾ, ਭੱਡਲੀ, ਟਾਂਗਰੀ, ਹੰਸਲਾ, ਇਹ ਨਦੀਆਂ ਸਾਰੀਆਂ ਮਿਲ ਕੇ ਸਤਲੁਜ ਦੇ ਨਾਲ ਮਿਲ ਕੇ ਗੁਜਰਾਤ ਦੀ ਕੱਛ ਦੀ ਖਾੜੀ 'ਚ ਜਾਂਦੀਆਂ ਸੀ। ਤਕਰੀਬਨ ਪੈਰਲਲ ਜਾਂਦੀ ਸੀ ਸਿੰਧ ਦਰਿਆ ਦੇ। 7ਵੀਂ ਸ਼ਤਾਬਦੀ ਵਿੱਚ ਕੀ ਹੋਇਆ ਕਿ ਇੱਕ ਤਾਂ ਗੁਜਰਾਤ ਦੀ ਕੱਛ ਦੀ ਖਾੜੀ ਦਾ ਪਾਣੀ ਉੱਪਰ ਉੱਠ ਗਿਆ। ਆ ਪੁਰਾਣਾ ਬਹਾਅ ਦਿਖਾਇਆ ਜਾ ਰਿਹਾ ਜਿੱਥੇ ਵਿੱਚ ਸਤਲੁਜ ਦਰਿਆ ਦਾ ਬਹਾਅ ਹੈਗਾ ਆਪਣਾ ਨਾਭੇ ਔਰ ਧੂਰੀ ਦੇ ਉੱਤਰ ਵੱਲ ਦੀ ਹੋ ਕੇ ਬਠਿੰਡੇ ਕੋਲੋਂ ਦੀ ਹੋ ਕੇ ਜਾ ਰਿਹਾ। ਇਹ ਰੋਪੜ ਤੋਂ ਬਹਾਅ ਬਾਅਦ ਵਿੱਚ 736 ਈਸਵੀ ਦੇ ਵਿੱਚ ਮੁੜਿਆ ਸੀ ਰਾਜਾ ਲਲਿਤਾ ਆਦਿਤਿਆ ਨੇ, ਜਿਹਦਾ ਸਭ ਤੋਂ ਵੱਧ ਨੁਕਸਾਨ ਸਿੰਧ ਘਾਟੀ ਦੀ ਸਭਿਅਤਾ ਨੂੰ ਹੋਇਆ। ਇਹਦਾ ਬਹਾਅ ਮੋੜਨ ਦੇ ਨਾਲ ਜਿਹੜਾ ਇਹਦਾ ਪੁਰਾਣਾ ਰੂਟ ਸੀ ਸਤਲੁਜ ਦਾ, ਉਸੇ ਸਤਲੁਜ ਨੂੰ ਕਦੇ ਸਰਸਵਤੀ ਦਾ ਨਾਮ ਵੀ ਦਿੱਤਾ ਗਿਆ, ਉਸੇ ਨੂੰ ਆਪਣਾ ਹਾਕੜਾ ਦਾ ਨਾਮ ਵੀ ਦਿੱਤਾ ਗਿਆ। ਹਿੰਦੂ ਧਰਮ ਦੇ ਹਿਸਾਬ ਨਾਲ ਉਸਨੂੰ ਸਰਸਵਤੀ ਕਹਿ ਕੇ ਪੁੱਜਦੇ ਸੀ, ਪਰ ਜਿਹੜੇ ਉੱਥੇ ਦੇ ਲੋਕ ਸੀ ਉਹਨੂੰ ਹਾਕੜਾ ਵੀ ਕਹਿੰਦੇ ਸੀ। ਸਿੰਧ ਘਾਟੀ ਸੀ ਜਿਹੜੇ। ਜਦੋਂ ਬਹਾਅ ਚੇਂਜ ਹੋ ਗਿਆ ਤਾਂ ਉਸ ਦੇ ਨਾਲ ਕੀ ਹੋਇਆ ਕਿ ਜਿਹੜਾ ਬਾਕੀ ਦੇ ਜਿਹੜੇ ਦਰਿਆ ਸੀ, ਸਰਸਵਤੀ, ਮਾਰਕੰਡਾ, ਘੱਗਰ, ਪੱਡਲੀ, ਟਾਂਗਰੀ, ਹੰਸਲਾ, ਇਹਨਾਂ ਵਿੱਚ ਇੰਨਾ ਪਾਣੀ ਨਹੀਂ ਸੀ ਹੁੰਦਾ ਕਿ ਇਹ ਸਿਰੇ ਤੱਕ ਉੱਥੇ ਪਹੁੰਚ ਸਕਣ, ਕਿਉਂਕਿ ਇੱਕ ਤਾਂ ਗੁਜਰਾਤ ਵਿੱਚੋਂ ਸਮੁੰਦਰ ਤੋਂ ਵਿੱਚੋਂ ਜ਼ਮੀਨ ਥੋੜੀ ਉੱਪਰ ਉੱਠ ਆਈ, ਔਰ ਦੂਸਰਾ ਉਹਨਾਂ ਦਿਨਾਂ 'ਚ ਹੜ੍ਹ ਬਹੁਤ ਜ਼ਿਆਦਾ ਆ ਗਏ। ਇਹ ਦੋਨਾਂ ਦੇ ਪਿੱਛੇ ਸਿਰਫ ਇੱਕੋ ਹੀ ਕਾਰਨ ਬੈਠਦਾ ਹੈ ਕਿ ਉਸ ਟਾਈਮ ਕਿਤੇ ਬਹੁਤ ਜ਼ਿਆਦਾ ਭੂਚਾਲ ਆਏ ਆ। ਭੂਚਾਲਾਂ ਦੇ ਨਾਲ ਜ਼ਮੀਨ 'ਚ ਉਥਲ ਪੁਥਲ ਹੋਈ ਹੈ, ਜਿਹਦੇ ਨਾਲ ਕੱਛ ਦੀ ਖਾੜੀ 'ਚੋਂ ਜ਼ਮੀਨ ਬਾਹਰ ਆਈ ਹੈ, ਜਿਹਦੇ ਨਾਲ ਭੂਚਾਲ ਹੜ੍ਹ ਆਏ ਆ। ਹੜ੍ਹ ਦੇ ਵਿੱਚੋਂ ਇਹ ਕਿਹਾ ਗਿਆ ਕਿ ਉਸ ਸਮੇਂ ਸਤਲੁਜ ਨੇ 80 ਕਿਲੋਮੀਟਰ ਚੌੜਾਈ ਦੇ ਵਿੱਚ ਮਾਰ ਕੀਤੀ ਸੀ, 80 ਮੀਲ ਚੌੜਾਈ ਦੇ ਵਿੱਚ ਮਾਰ ਕੀਤੀ ਸੀ। ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਸਮੇਂ ਜਦੋਂ ਉਥਲ ਪੁਥਲ ਹੋਈ ਹੈ ਸਾਰੀ, ਉੱਪਰੋਂ ਵੀ ਪਾਣੀ ਜ਼ਿਆਦਾ ਆਇਆ, ਭੂਚਾਲ ਵੀ ਆਏ ਆ, ਉਹਨਾਂ ਨਾਲ ਵੀ ਕਾਫੀ ਬਿਲਡਿੰਗਾਂ ਢੱਟੀਆਂ ਹੋਣਗੀਆਂ, ਪਰ ਹੂਣਾ ਨੇ ਉਸ ਤੋਂ ਪਹਿਲਾਂ ਹੀ ਨੁਕਸਾਨ ਕਰ ਚੁੱਕੇ ਸੀ। ਉਹ ਸਿੰਧ ਘਾਟੀ ਜਿੱਥੇ ਜਿੱਥੇ ਵੀ ਬਚੇ ਸੀ, ਜਦੋਂ ਇਹਦਾ ਦਰਿਆ ਦਾ ਬਹਾਅ ਚੇਂਜ ਹੋ ਗਿਆ
ਕੁਛ ਇੱਕ ਤਾਂ ਹਜੇ ਵੀ ਰੇਤੇ 'ਚ ਬੈਠੇ ਆ, ਜਿੰਨੇ ਰਾਜਸਥਾਨੀ ਹੈ ਰੇਤੇ ਦੇ ਵਿੱਚ ਬੈਠੇ ਆ, ਉਹ ਹੈ ਸਾਰੇ ਸਿੰਧ ਘਾਟੀ, ਅਸਲੀ ਸਿੰਧ ਘਾਟੀ ਉਹੀ ਹੈ। ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਤਾਂ ਖਾਨਾ ਬਦੋਸ਼ੀ ਹੈ, ਬੋਰੀਏ ਹੈ, ਪੇਂਜਾ, ਪੇਰਨਾ, ਸ਼ੇਖ ਮੰਸੂਰੀ, ਲਖੇਰੇ, ਚੂੜੀਗਰ, ਕੁਮਾਰ, ਗੁੱਜਰ, ਕੁਰੈਸ਼ੀ, ਕਸਾਬ, ਸਿਕਲੀਗਰ, ਸਾਂਸੀ, ਸਪੇਰੇ, ਇਹ ਜਿੰਨੀਆਂ ਵੀ ਕੌਮਾਂ ਨੇ, ਇਹ ਅਗਰ ਤੁਸੀਂ ਪਿੱਛੇ ਘੋਖ ਕਰੋ ਤਾਂ ਸਭ ਸਿੰਧ ਘਾਟੀ ਹੀ ਹੈ। ਤੇ ਅਗਰ ਆਪਾਂ ਇਸ ਦਾ ਦੇਖੀਏ ਕਿ ਮਿਲਾਵਟ, ਜੀਨ ਦੀ ਮਿਲਾਵਟ ਵੀ ਹੋਈ ਹੈ, ਕਿਉਂਕਿ ਸ਼ੱਕ, ਸਿਥੀਅਨ, ਕੁਸ਼ਾਣ ਤੇ ਹੂਣ ਜਦੋਂ ਇੱਥੇ ਆਏ ਆ ਵਾਰੀ-ਵਾਰੀ ਉਹਨਾਂ ਨੇ ਹਮਲੇ ਕੀਤੇ ਆ, ਇੱਥੇ ਦੇ ਵਸਨੀਕਾਂ ਨਾਲ ਉਹਨਾਂ ਨੇ ਵਿਆਹ ਕੀਤੇ ਆ। ਜਿਹੜੀਆਂ ਅੱਗੇ ਉਹਨਾਂ ਦੀਆਂ ਔਲਾਦਾਂ ਹੋਈਆਂ ਉਹਨਾਂ ਨੂੰ ਬਹੁਤਿਆਂ ਨੂੰ ਰਾਜਪੂਤ ਹੀ ਕਿਹਾ ਗਿਆ। ਤੇ ਉਹਦੇ ਵਿੱਚੋਂ ਜਿੱਦਾਂ ਰਹਿਗੜ, ਸੁਮਰੋ, ਡੋਗਰੇ, ਸ਼ੋਰਗਰ, ਪ੍ਰਤਿਹਾਰ, ਤੋਮਰ, ਚਾਲੁਕਿਆ, ਪਰਮਾਰ, ਗਰਦਵਾਲਾ, ਚੰਡੇਲਾ, ਬਰਗੁੱਜਰ, ਜਮਵਾਲ, ਜੰਜੂਆ, ਜੋਈਏ, ਜਤਾਵਤ, ਧਨਿਆਲ, ਬਰੜ, ਬਰਵਾੜ, ਚੌਹਾਨ, ਜਮੌਤ, ਭੋਪਾਲ, ਇਹੋ ਜਿਹੀਆਂ ਕੌਮਾਂ ਆਪਣੇ ਜਿਹੜੀਆਂ ਰਾਜਪੂਤ ਕੌਮਾਂ ਦੇ ਵਿੱਚ ਗਿਣੀਆਂ ਜਾਂਦੀਆਂ, ਇਹ ਸਭ ਸਿੰਧ ਘਾਟੀਆਂ ਦਾ ਹੀ ਬਾਹਰਲੇ ਲੋਕਾਂ ਦੇ ਨਾਲ ਮਿਸ਼ਰਣ ਤੋਂ ਬਾਅਦ ਇਹ ਕੌਮਾਂ ਉਤਪੰਨ ਹੋਈਆਂ। ਤੇ ਇਸ ਲਈ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਿੰਧ ਘਾਟੀ ਖਤਮ ਹੋ ਗਈ ਜਾਂ ਇਹ ਸਭਿਅਤਾ ਦਾ ਅੰਤ ਹੋ ਗਿਆ। ਇਹ ਸਭਿਅਤਾ ਬਾਕੀ ਸਭਿਅਤਾਵਾਂ ਦੇ ਵਿੱਚ ਰਲ ਗਈ, ਜਿਹੜੀ ਹਜੇ ਤੱਕ ਵੀ ਸਾਡੇ ਵਿੱਚ ਹੈ। ਹੋ ਸਕਦਾ ਅਸੀਂ ਵੀ ਸਿੰਧ ਘਾਟੀ ਹੋਈ ਹੈ, ਰਲੇ ਵੀ ਹੋ ਸਕਦੇ ਹਾਂ, ਨਿਰੋਲ ਵੀ ਹੋ ਸਕਦੇ ਹਾਂ, ਸਾਨੂੰ ਉਸਦਾ ਕੋਈ ਆਈਡੀਆ ਨਹੀਂ। ਪਰ ਇਹ ਕੌਮਾਂ ਜਿਨ੍ਹਾਂ ਦੇ ਨਾਮ ਮੈਂ ਤੁਹਾਨੂੰ ਗਿਣਾਏ ਗਏ ਆ, ਇਹ ਵਾਕਈ ਜਿਹੜੀਆਂ ਬਾਹਰੋਂ ਬੰਦੇ ਆਏ ਆ, ਜਿਨ੍ਹਾਂ ਨੇ ਪਹਿਲਾਂ ਆ ਕੇ ਇੱਥੇ ਅਟੈਕ ਕੀਤੇ ਆ, ਫਿਰ ਇਹਨਾਂ ਦੇ ਨਾਲ ਵਿਆਹ ਕੀਤੇ ਆ ਬਾਅਦ ਵਿੱਚ, ਇਹ ਸਾਰੇ ਉਹੀ ਹੈ। ਤੇ ਰਹਿ ਗਈ ਗੱਲ ਸਰਸਵਤੀ, ਸਰਸਵਤੀ ਅਜੇ ਵੀ ਪੇਹੋਵਾ ਦੇ ਨਾਲ ਦੀ ਜਾ ਰਹੀ ਹੈ। ਤੁਹਾਨੂੰ ਪਤਾ ਹੈ ਪੇਹੋਵਾ ਦੇ ਉੱਤਰ ਵੱਲ ਦੀ ਲੰਘਦੀ ਹੈ, ਫਿਰ ਖਨੌਰੀ ਦੇ ਉੱਤਰ ਪੂਰਬ ਵੱਲ ਰਸੌਲੀ ਪਿੰਡ ਹੈ, ਜਿਹਦੇ ਕੋਲ ਜਾ ਕੇ ਇਹ ਘੱਗਰ 'ਚ ਮਿਲਦੀ ਹੈ। ਜੇ ਅਸੀਂ ਜਿਹੜੀ ਗੱਲ ਮੈਂ ਮੁੱਖ ਤੌਰ ਤੇ ਤੁਹਾਨੂੰ ਇਸ ਮਾਮਲੇ 'ਚ ਦੱਸਣਾ ਚਾਹੁੰਦਾ ਕਿ ਅਗਰ ਆਪਾਂ ਹੁਣ ਵੀ ਸਤਲੁਜ ਦੇ ਪੁਰਾਣੇ ਏਰੀਏ ਨੂੰ, ਬਹਾਲ ਏਰੀਏ ਨੂੰ ਅਗਰ ਆਪਾਂ ਐਕਸਪਲੋਰ ਕਰ ਲਈਏ, ਉਸਦੀ ਖੁਦਾਈ ਨਵੇਂ ਸਿਰੇ ਤੋਂ ਕਰਾ ਕੇ ਸਤਲੁਜ ਪੁਰਾਣੀ ਜਗ੍ਹਾ ਤੇ ਹੀ ਪਾ ਦਈਏ ਦੁਬਾਰਾ, ਤਾਂ ਸਾਨੂੰ ਕਿਸੇ SYL ਨਹਿਰ ਦੀ ਲੋੜ ਨਹੀਂ, ਸਾਨੂੰ ਕਿਸੇ ਸ਼ੋਰ ਸ਼ਰਾਬੇ ਦੀ, ਆਪਣੇ ਭਾਈਚਾਰੇ ਨਾਲ ਲੜਨ ਦੀ ਲੋੜ ਨਹੀਂ। ਸਾਰੀ ਜਗ੍ਹਾ ਉੱਦਾਂ ਮੁੜ ਕੇ ਹਰੀ ਭਰੀ ਹੋ ਸਕਦੀ ਹੈ, ਪਰ ਉਸ ਪਾਸੇ ਨੂੰ ਕੋਈ ਵੀ ਨਹੀਂ ਸੋਚ ਰਿਹਾ। ਤੁਸੀਂ ਸੈਟੇਲਾਈਟ ਇਮੇਜ ਦੇਖੋ, ਉਹਦਾ ਬਹਾਅ ਹਜੇ ਵੀ ਨਜ਼ਰ ਆਉਂਦਾ ਹੈ, ਸਤਲੁਜ ਦਾ ਪੁਰਾਣਾ ਬਹਾਅ, ਜਿਹਨੂੰ ਆਪਾਂ ਸਰਸਵਤੀ ਕਹਿ ਰਹੇ ਹਾਂ। ਸਰਸਵਤੀ ਸਤਲੁਜ ਉਸ ਟਾਈਮ ਇੱਕੋ ਹੀ ਸੀ, ਪਿੱਛੋਂ ਅਲੱਗ-ਅਲੱਗ ਆ ਰਹੇ ਸੀ, ਅੱਗੇ ਜਾ ਕੇ ਉਸਦਾ ਨਾਂ ਅਲੱਗ-ਅਲੱਗ ਲਿਆ ਹੋ ਗਿਆ, ਪਰ ਦਰਿਆ ਇੱਕੋ ਹੀ ਸੀ ਉਹ। ਅਗਰ ਅਸੀਂ ਉਸ ਬਹਾਅ ਨੂੰ ਅਗਰ ਹੁਣ ਤੋਂ ਮੁੜ ਸੁਰਜੀਤ ਕਰ ਦਿੰਦੇ ਹਾਂ, ਤਾਂ ਸਾਡਾ ਪੰਜਾਬ, ਹਰਿਆਣਾ, ਰਾਜਸਥਾਨ, ਆਪਣਾ ਲਹਿੰਦਾ ਪੰਜਾਬ ਮੁੜ ਕੇ ਓਨਾ ਹੀ ਹਰਿਆ ਭਰਿਆ ਹੋ ਜਾਣਾ ਜਿਸ ਤਰ੍ਹਾਂ ਦਾ ਪਹਿਲਾਂ ਚੱਲਿਆ ਆ ਰਿਹਾ ਸੀ। ਕਿਸੇ ਟਾਈਮ ਸੀ ਜਿਸ ਟਾਈਮ ਅਸੀਂ ਇਹਨੂੰ ਸਪਤ ਸਿੰਧੂ ਕਹਿੰਦੇ ਸੀ, ਸਿੰਧ ਤੋਂ ਲੈ ਕੇ ਯਮੁਨਾ ਤੱਕ ਦਾ ਏਰੀਆ ਜਿਹੜਾ ਸੀ ਸਪਤ ਸਿੰਧੂ ਆਪਾਂ ਕਹਿ ਰਹੇ ਸੀ। ਤੇ ਮਤਲਬ ਇਹਦੇ ਵਿੱਚ ਜੋ ਸਭਿਅਤਾ ਦਾ ਨਾਸ਼ ਨਹੀਂ ਹੋਇਆ, ਨਾਸ਼ ਅਸੀਂ ਕੀਤਾ ਹੋਇਆ। ਜਦੋਂ ਆਪਣੇ ਦਰਿਆਵਾਂ ਦਾ ਮੁੱਖ ਮੋੜ ਦਿੱਤਾ, ਅਸੀਂ ਆਪਸ ਚ ਲੜ ਕੇ ਬਹਿ ਗਏ, ਪੋਲੀਟੀਕਲ ਸਰਹੱਦਾਂ ਖਿੱਚ ਦਿੱਤੀਆਂ, ਆ ਭਾਰਤ ਹੈ ਜੀ, ਆ ਪਾਕਿਸਤਾਨ ਹੈ ਜੀ, ਆ ਹਰਿਆਣਾ ਹੋ ਗਿਆ ਜੀ, ਹਿਮਾਚਲ ਹੋ ਗਿਆ। ਇਹ ਜਿਹੜੀਆਂ ਰਾਜਨੀਤਿਕ ਰੇਖਾਵਾਂ, ਨੁਕਸਾਨ ਸਾਨੂੰ ਇਹਨਾਂ ਨੇ ਕੀਤਾ ਹੋਇਆ। ਬਾਕੀ ਮੇਰੇ ਤੋਂ ਵੱਧ ਦੱਸਣ ਵਾਲੇ ਡਾਕਟਰ ਨਿਰਮਲ ਸਿੰਘ ਜੀ ਬੈਠੇ ਆ, ਮੋਤਾ ਸਿੰਘ ਭਾਜੀ ਬੈਠੇ ਆ, ਦੱਸਣਗੇ। ਕੋਈ ਗਲਤੀ ਹੋ ਗਈ ਹੋਵੇ ਤਾਂ ਕਿਵੇਂ ਦਾ ਜਾਚਕ ਆ। ਬਹੁਤ ਧੰਨਵਾਦ ਡਾਕਟਰ ਸਾਹਿਬ। ਫਿਰ ਅਸੀਂ ਗੱਲ ਸਹੀ ਕਹੀ ਸੀ ਕਿ ਇਹ 6 ਦਿਨ ਲੋਕਾਂ ਦੇ ਟੀਕਾ ਲਾਉਂਦੇ ਆ ਤੇ 7ਵੇਂ ਦਿਨ ਇਹ ਟੀਕਾ ਫਿਰ ਰਿਸਰਚਰ ਭਰ ਲੈਂਦੇ ਆ ਤੇ ਫਿਰ ਉਹ ਬਾਕੀਆਂ ਚ ਵੰਡ ਦਿੰਦੇ ਆ। ਤੇ ਉਹਨਾਂ ਦਾ ਕਾਫੀ ਤੌਰ ਤੇ ਅਜਿਹਾ ਜਿਹੜਾ ਅਗਿਆਨਤਾ ਦਾ ਕਰੋਨਾ ਉਹ ਭਜਾ ਦਿੰਦੇ ਆ ਟੀਕਾ ਲਾ ਤੇ ਵੈਕਸੀਨੇਸ਼ਨ ਕਰਦੇ ਇਸ ਤਰੀਕੇ ਦੀ। ਸੋ ਜਿਹੜੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ ਵੀ ਸਤਲੁਜ ਦੁਬਾਰਾ ਉੱਥੇ ਰੱਖ ਲਿਆ ਜਾਏ ਤਾਂ ਦੁਬਾਰਾ ਚੀਜ਼ਾਂ ਪੋਲੀਟੀਕਲੀ ਜਿਵੇਂ ਅਸੀਂ ਵੰਡੇ ਹੋਏ ਆ ਜਾਂ ਕਿਸੇ ਖਾਸ ਕਾਰਨ ਕਰਕੇ ਜਾਂ ਕਿਸੇ ਖਾਸ ਕਰਕੇ ਵੰਡੇ ਹੋਏ ਆ, ਤੇ ਉਸ ਨੂੰ ਸਾਨੂੰ ਸਮਝ ਲੈਣਾ ਚਾਹੀਦਾ। ਤੇ ਜੇ ਦੁਆਰ ਤੋਂ ਨੇੜਤਾ, ਜਿਵੇਂ ਹੁਣ ਸਾਡੇ ਪੱਛਮੀ ਪੰਜਾਬ ਵਾਲੇ ਭਰਾ ਸੀਗੇ, ਉਹਨਾਂ ਨੇ ਕਿਆਨੀ ਸਾਹਿਬ ਜਿਵੇਂ ਸਾਡੇ ਨਾਲ ਉਹ ਕਰਕੇ, ਇਹ ਸੱਥ ਦਾ ਮਤਲਬ ਹੀ ਇਹੀ ਹੈ ਕਿ ਅਸੀਂ ਸਾਰੀ ਦੁਨੀਆ 'ਚ ਜਾਂ ਇਹ ਕਹਿ ਲਈਏ ਜਿਹੜੇ ਸੱਥ ਦਾ ਮਤਲਬ ਸਮਝਦੇ ਆ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਂਦਾ। ਇਹਦੇ ਵਿੱਚ ਡਾਕਟਰ ਨਿਰਮਲ ਸਿੰਘ ਉਹਨਾਂ ਦਾ, ਮੋਤਾ ਸਿੰਘ ਭਾਜੀ ਦਾ ਖਾਸ ਤੌਰ ਤੇ ਇਹਨਾਂ ਦਾ ਯੋਗਦਾਨ ਹੈ। ਅਸੀਂ ਇਹਨਾਂ ਤੋਂ ਸਿੱਖਦੇ ਜਿਹੜੀਆਂ ਚੀਜ਼ਾਂ ਕਰ ਸਕਦੇ ਹਾਂ। ਕਈ ਵਾਰ ਅਸੀਂ ਵੱਡਾ ਪੰਗਾ ਵੀ ਲੈ ਲੈਂਦੇ, ਸਾਨੂੰ ਸ਼ਾਬਾਸ਼ ਦੇ ਕੇ ਤੋਰ ਦਿੰਦੇ ਵੀ ਨਹੀਂ ਚੱਲ ਕਰਕੇ ਦੇਖ ਲਓ,
ਜਿਵੇਂ ਕਿ ਇਹ ਵਾਲਾ ਵੀ ਐਸਾ ਹੀ ਸੀ ਕਿ ਆ ਚੱਲ ਕਰ ਲਓ ਤੁਸੀਂ। ਮੈਂ ਤੇ ਜਗਤਾਰ ਵੀਰ ਅਸੀਂ ਕਰਦੇ ਹਾਂ। ਡਾਕਟਰ ਸਾਹਿਬ ਨੇ ਜਿਹੜਾ ਦੱਸਿਆ ਹਨਾ, ਤੇ ਇਹਨਾਂ ਦਾ ਇਹ ਵਿਰਾਸਤ ਪੰਜਾਬ ਕਿਤਾਬ ਜਿਹੜੀ ਆਈ ਸੀ 2013 ਦੇ ਵਿੱਚ ਪੰਜਾਬੀ ਸੱਥ ਵੱਲੋਂ ਛਾਪੀ ਗਈ ਸੀ, ਬਹੁਤ ਐਕਸਟੈਂਸਿਵ ਰਿਸਰਚ ਦੇ ਉੱਤੇ ਬੇਸ ਦਾ ਬਹੁਤ ਅੱਛੀ ਕਿਤਾਬ ਆ। ਹੁਣ ਉਹਦਾ ਐਡੀਸ਼ਨ ਮੇਰਾ ਦੁਬਾਰਾ ਉਹ ਹੋਰ ਜਿਹੜਾ ਐਕਸਟੈਂਡਡ ਵਰਜ਼ਨ ਜਿਹੜਾ ਉਹਦਾ ਛਪ ਰਿਹਾ ਤੇ ਬਹੁਤ ਜਲਦੀ ਤੁਹਾਡੇ ਕੋਲ ਹੋਊਗਾ। ਇਹ ਸੋਈ ਸਿੱਖ ਜੋ ਖੋਜ ਲਏ ਡਾਕਟਰ ਹਰਪ੍ਰੀਤ ਸਿੰਘ, ਉਹ ਉਹਨਾਂ ਸਿੱਖਾਂ ਵਿੱਚ। ਹਾਂਜੀ ਡਾਕਟਰ ਸਾਹਿਬ ਕੁਝ ਕਹਿਣਾ ਚਾਹੁੰਦੇ? ਹਾਂਜੀ, ਮੈਂ ਐਕਚੁਅਲੀ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ। ਮੈਂ ਪਹੁੰਚਿਆ ਸੀ ਅੱਜ ਰੋਪੜ ਸਿੰਧ ਘਾਟੀ ਦੀ ਸੱਭਿਅਤਾ ਦੀ ਸਾਈਟ ਤੇ, ਜੀ ਜੀ, ਪਰ ਉਹ ਸਰਪ੍ਰਾਈਜ਼ ਮੈਨੂੰ ਮਿਲ ਗਿਆ ਕਿ ਤਾਲੇ ਲੱਗੇ ਹੋਏ ਸੀ। ਕੋਈ ਗੱਲ ਨਹੀਂ। ਤੇ ਇਹ ਤੁਸੀਂ ਸਾਨੂੰ ਨਾਲ ਲੈ ਕੇ ਨਹੀਂ ਨਾ ਗਏ ਤਾਂ ਇਦਾਂ ਹੋ ਗਿਆ। ਮੈਂ ਸਰਪ੍ਰਾਈਜ਼ ਦੇਣ ਦੇ ਤੌਰ ਤੇ ਚਲਾ ਗਿਆ। ਸਾਡੇ ਲਈ ਇੱਕ ਸਰਪ੍ਰਾਈਜ਼ ਵੀ, ਇੱਕ ਸਾਡੇ ਲਈ ਜਿਹੜਾ ਆਸ਼ੀਰਵਾਦ ਵੀ ਮੁੱਤਾ ਸਿੰਘ ਭਾਜੀ ਉਹਨਾਂ ਦਾ ਸਾਡੇ ਨਾਲ ਹੋਣਾ, ਇਹ ਸਾਡੇ ਲਈ ਆਸ਼ੀਰਵਾਦ ਹੈ ਬਹੁਤ ਵੱਡਾ। ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਪ੍ਰੋਗਰਾਮ, ਇਸ ਸਮਾਗਮ ਦੇ ਬਾਰੇ ਆਪਣੇ 2 ਸ਼ਬਦ ਜਿਹੜੇ ਆ ਤੇ ਇਸ ਘਾਟੀ ਦੇ ਬਾਰੇ ਜੋ ਉਹਨਾਂ ਨੂੰ ਪਤਾ ਹੈ ਉਹ ਸਾਡੇ ਨਾਲ ਸਾਂਝਾ ਕਰ। ਮੁੱਤਾ ਸਿੰਘ ਭਾਜੀ, ਆਪਣੀ ਸਾਰਿਆਂ ਦੀ ਨਜ਼ਰ। ਤੇ ਹਾਂਜੀ, ਗੁਰਪ੍ਰੀਤ, ਜਗਤਾਰ, ਡਾਕਟਰ ਪ੍ਰੀਤ ਜੀ, ਡਾਕਟਰ ਆਪਣੇ ਸ਼ਰਮਾ ਜੀ, ਰਾਣਾ ਜੀ, ਡਾਕਟਰ ਭੱਟੀ ਜੀ, ਤੇ ਮੇਰੀ ਆਪਣੇ ਰੂਹ ਦੇ ਨੇੜੇ ਤੇ ਸੁਪਨੇ ਵਿੱਚ ਆਉਣ ਵਾਲੇ ਡਾਕਟਰ ਨਿਰਮਲ ਸਿੰਘ ਜੀ। ਇਹਦਾ ਮਤਲਬ ਇਹ ਨਹੀਂ ਵੀ ਬਾਕੀ ਕੋਈ ਨਹੀਂ ਆਉਂਦਾ, ਇਹ ਜ਼ਿਆਦਾ ਆਉਂਦੇ ਰਹਿੰਦੇ ਆ, ਮੈਨੂੰ ਜ਼ਿਆਦਾ ਲੋੜਦੇ ਰਹਿੰਦੇ ਆ। ਤੇ ਹੋਰ ਵੀ ਜਿੰਨੇ ਵੀ ਆਪਣੇ ਪਾਰਟਿਸਪੈਂਟਸ ਹੈ, ਖਾਸ ਕਰਕੇ ਲਹਿੰਦੇ ਪੰਜਾਬ ਤੋਂ ਤੁਸੀਂ ਆਪਣੇ ਗਿਆਨੀ ਸਾਹਿਬ ਤੇ ਮੈਂ ਨਾਲ ਹੀ ਰਾਏ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਾਂ, ਜਿਨ੍ਹਾਂ ਨੇ ਮੇਰੇ ਗਿਆਨ ਦੇ ਵਿੱਚ ਆਪਣੇ ਵਤਨ ਦੀ ਮਿੱਟੀ ਤੋਂ ਦੂਰ ਵਸਦਿਆਂ ਵੀ ਅੱਜ ਜਿਹੜਾ ਵਾਧਾ ਕੀਤਾ, ਇਹ ਬਹੁਤ ਮੁੱਲਵਾਨ ਹੈ। ਛੋਟੇ ਵੀਰੋ, ਤੁਹਾਨੂੰ ਦੋਹਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਇਸ ਗੱਲ ਦੇ ਲਈ ਧੰਨਵਾਦ। ਇਹ ਪਹਿਲੀ ਤਾਂ ਗੱਲ ਹੈ ਤੁਸੀਂ ਮੇਰੇ ਵਾਸਤੇ ਵੀ ਇੱਕ ਸਬੱਬ ਬਣਾਇਆ, ਤੇ ਦੂਸਰਾ ਧੰਨਵਾਦ ਇਸ ਗੱਲ ਦੇ ਲਈ ਵੀ ਇਸੇ ਤਰ੍ਹਾਂ ਦੀਆਂ ਮਹਿਫਲਾਂ ਜਿਹੜੀਆਂ ਤੁਸੀਂ ਜੋੜਦੇ ਰਹਿੰਦੇ ਆ। ਮੇਰੇ ਪਿਛਲੇ ਕੁਝ ਹਫ਼ਤਿਆਂ ਤੋਂ ਸਿਹਤ ਨਾ ਠੀਕ ਹੋਣ ਦਾ ਕਰਕੇ ਮੈਂ ਉਹਨਾਂ 'ਚ ਹਿੱਸਾ ਨਹੀਂ ਲੈ ਸਕਿਆ, ਪਰ ਅੱਜ ਦਾ ਜਿਹੜਾ ਪ੍ਰੋਗਰਾਮ ਆ, ਹਰਪ੍ਰੀਤ ਜੀ ਹੋਣੀ ਵੀ ਜਿਹੜੀਆਂ ਹੁਣ ਆਪਣੇ ਡਾਕਟਰ ਸਾਹਿਬ ਹੋਣੀ ਕੁਛ ਆਪਣੇ ਗੱਲਾਂ ਦੱਸੀਆਂ, ਬੜੀਆਂ ਪਿਆਰੀਆਂ ਗੱਲਾਂ। ਪਰ ਮੈਂ ਇੱਕ ਗੱਲ ਆਪਣੇ ਬਾਰੇ ਦੇਸੀ ਜਿਹੇ ਢੰਗ ਦੇ ਨਾਲ ਤੁਹਾਨੂੰ ਦੱਸ ਜਾਵਾਂ। ਮੇਰੇ ਵਾਸਤੇ ਜਿਹੜੀ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਅੱਜ ਦੇ ਪ੍ਰੋਗਰਾਮ ਦੀ, ਤੁਸੀਂ ਆਪਣੇ ਖਾਸ ਕਰਕੇ ਡਾਕਟਰ ਆਪਣੇ ਸ਼ਰਮਾ ਨੇ ਪਹਿਲਾਂ ਆਫ ਦਾ ਰੈਕੋਰਡ ਸੀ ਜਦੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ, ਆਪਣੇ ਡਾਕਟਰ ਰਾਣਾ ਜੀ ਹੁਣੀ ਵੀ ਕਰ ਰਹੇ ਸੀ, ਤੇ ਵੀ ਪੰਜਾਬ ਧਰਤੀ ਦੇ ਉਹਨਾਂ ਟੁਕੜਿਆਂ ਦੇ ਵਿੱਚੋਂ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਧਰਤੀ ਦਾ ਸਭ ਤੋਂ ਪਹਿਲਾ ਸੱਭਿਅਕ ਮਨੁੱਖ ਜਿਹੜਾ ਉਹ ਵਿਚਰਿਆ। ਕਿਉਂਕਿ ਵੱਖ ਵੱਖਰੀਆਂ ਆਪਣੇ ਸੱਭਿਅਤਾਵਾਂ ਦੀ ਗੱਲ ਡਾਕਟਰ ਨਿਰਮਲ ਸਿੰਘ ਜੀ ਹੋਣੀ ਕਰਨਗੇ, ਇਹ ਅਕਸਰ ਕਰਦੇ ਰਹਿੰਦੇ ਹੁੰਦੇ ਆ ਵਿਸਥਾਰ ਪੂਰਵਕ। ਪਰ ਸਾਡੇ ਵਾਸਤੇ ਇਹ ਏਡੀ ਜ਼ਿਆਦਾ ਮਾਣ ਵਾਲੀ ਗੱਲ ਆ ਵਿਦੇਸ਼ਾਂ ਦੀ ਧਰਤੀ ਉੱਤੇ ਰਹਿਣ ਵਾਲਿਆਂ ਵਾਸਤੇ ਵੀ, ਜਿਸ ਧਰਤੀ ਦੇ ਟੁਕੜੇ ਉੱਤੇ ਅਸੀਂ ਰਹਿ ਰਹੇ ਹਾਂ, ਜਿਨ੍ਹਾਂ ਦਿਨਾਂ ਦੇ ਵਿੱਚ ਅੱਜ ਜਿਸ ਤਰ੍ਹਾਂ ਦੀਆਂ ਆਪਣੇ ਗੱਲਾਂ ਬਾਤਾਂ ਦੱਸੀਆਂ ਗਈਆਂ ਸਿੰਧ ਘਾਟੀ ਦੀ ਸੱਭਿਅਤਾ ਬਾਰੇ, ਸਾਡੇ ਕੋਲ ਕਿਹੜੀ ਕਿਸਮ ਦੇ ਇੰਤਜ਼ਾਮ ਸੀ। ਤੇ ਮੈਨੂੰ ਨਹੀਂ ਪਤਾ ਵੀ ਜਿਵੇਂ ਇਹਨਾਂ ਦੇ ਦਰਵਾਜ਼ੇ ਖੜਕਾ ਕੇ ਇਹਨਾਂ ਨੂੰ ਪੁੱਛਣਾ ਹੋਵੇ ਵੀ ਉਸ ਸਮੇਂ ਦੇ ਕੋਲ ਰਹਿਣ ਸਹਿਣ, ਖਾਣ ਪੀਣ, ਪਹਿਨਣ ਪਚੜਨ ਦਾ ਕਿਹੜਾ ਢੰਗ ਸੀ। ਏਡੇ ਵਧੀਆ ਸਿਸਟਮ ਦੇ ਵਿੱਚ ਸਿਰਫ ਰਹਿਣ ਲਈ ਉਹਨਾਂ ਲੋਕਾਂ ਨੇ ਮਕਾਨ ਹੀ ਨਾ ਸੀ ਪਾਏ ਹੋਏ, ਜਾਂ ਆਪਣਾ ਖਾਣ ਪੀਣ ਦਾ ਢੰਗ ਨਾ ਸੀ ਆਪਣੇ ਕੀਤਾ ਹੋਇਆ। ਉਹਨਾਂ ਦੇ ਵਿੱਚ ਕੁਝ ਡਿਸਿਪਲਿਨ ਵਾਸਤੇ ਜਿਹੜਾ ਆਪਾਂ ਅੱਜ ਨਹੀਂ ਪਤਾ ਕਿ ਕੋਈ ਜੁਡੀਸ਼ੀਅਲ ਸਿਸਟਮ, ਕੋਈ ਪੋਲਿਸਿੰਗ ਸਿਸਟਮ ਜਿਹੜਾ ਹੋਏਗਾ, ਇਹ ਮੈਂ ਸਮਝਦਾ ਕਿ ਉਹ ਵੀ ਮਾਰਕੇ ਵਾਲਾ ਹੀ ਹੋਏਗਾ। ਸਾਡੇ ਇਹ ਪੰਜਾਬੀਆਂ ਵਾਸਤੇ ਖਾਸ ਕਰਕੇ ਮਾਣ ਵਾਲੀ ਗੱਲ ਆ ਕਿ ਪੰਜਾਬ ਨੂੰ ਖਾਸ ਕਰਕੇ ਇਸ ਗੱਲ ਦੇ ਲਈ ਪਿੰਨ ਪੁਆਇੰਟ ਕੀਤਾ ਜਾਂਦਾ ਹੈ ਕਿ ਜਿਸ ਧਰਤੀ ਦੇ ਉੱਤੇ ਸੰਸਾਰ ਦਾ ਸੱਭਿਅਕ ਮਨੁੱਖ ਵਿਚਰਿਆ, ਆਪਾਂ ਉਸ ਧਰਤੀ ਦੇ ਵਸਨੀਕ ਆ, ਜਾਂ ਵਿਦੇਸ਼ਾਂ ਦੀ ਧਰਤੀ ਉੱਤੇ ਜਿਹੜੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਆ ਗਏ ਆ, ਉਹਨਾਂ ਦਾ ਧਰਤੀ ਦੇ ਉਸ ਟੁਕੜੇ ਦੇ ਨਾਲ ਸਿੱਧੇ ਤੌਰ ਦੇ ਉੱਤੇ ਵਾਹ ਵਾਸਤਾ। ਇੱਕ ਮੈਂ ਗੱਲ ਹੋਰ ਮਾੜੀ ਜਿਹੀ ਤੇਜ਼ੀ ਦੇ ਨਾਲ ਦੱਸ ਜਾਵਾਂ ਕਿਉਂਕਿ ਮਿੰਟ 2 ਦਾ ਹੀ ਸਮਾਂ ਮੈਂ ਸਮੇਂ ਤੋਂ ਵਾਕਿਫ ਹਾਂ। ਕੱਲ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਆਸਟ੍ਰੇਲੀਆ ਦੇ ਵਿੱਚ ਹਿੱਸਾ ਲਿਆ ਸੀ, ਤੇ ਉਹਦੇ ਵਿੱਚ ਮੈਂ ਆਪਣੇ ਪਿਛਲੇ ਪਿਛੋਕੜ ਬਾਰੇ ਥੋੜ੍ਹੀ ਜਿਹੀਆਂ ਗੱਲਾਂ ਕਰ ਦਿੱਤੀਆਂ ਵੀ ਕਿਸਾਨੀ ਮੋਰਚਾ ਜਿਹੜਾ ਲੱਗਾ ਹੋਇਆ ਉਹਦਾ ਤਾਂ ਮੈਂ ਨਾਂ ਨਹੀਂ ਲਿਆ, ਪਰ ਇੱਕ ਗੱਲ ਮੈਂ ਦੱਸੀ ਸੀ ਵੀ ਇੱਕ ਸਮਾਂ ਸੀ ਜਦੋਂ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ, ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਦਿਹਾੜੀਦਾਰ ਜਾਂ ਨੌਕਰ ਜਾਂ ਜਿਹੜਾ ਵੀ ਮਰਜ਼ੀ ਆਪਾਂ ਉਹਨਾਂ ਵਾਸਤੇ ਸ਼ਬਦ ਸਮਝ ਲਈਏ, ਜਦੋਂ ਫਾਦਰ ਸਾਹਿਬ ਹੁਣੀ ਕਿਤੇ ਥਕਾਵਟ ਹੋ ਜਾਣੀ ਤੇ ਮੈਂ ਨਿੱਕਾ ਹੁੰਦਾ ਉਹਨਾਂ ਦੇ ਮਗਰ ਤੁਰਿਆ ਫਿਰਦਾ ਹੁੰਦਾ ਸੀ ਆਪਣੇ ਵਾਹਣ ਦੇ ਵਿੱਚ, ਤੇ ਫਾਦਰ ਸਾਹਿਬ ਹੁਣੀ ਇੱਕ ਸਿਆੜ ਦੇ ਵਿੱਚ ਸੁੱਤੇ ਪਏ ਹੁੰਦੇ ਸੀ, ਤੇ ਨਾਲ ਦੇ ਸਿਆੜ ਦੇ ਵਿੱਚ ਸਾਡਾ ਜਿਹੜਾ ਘਰ ਦਾ ਕੰਮ ਆ ਉਹ ਸੁੱਤਾ ਪਿਆ ਹੁੰਦਾ ਸੀ।
ਤੇ ਜੇ ਮੈਨੂੰ ਵੀ ਕਿਤੇ ਨੀਂਦ ਆ ਜਾਣੀ ਤੇ ਮੈਂ ਵੀ ਉਸੇ ਵਾਹਣ ਦੇ ਵਿੱਚ ਹੀ ਆਪਣੇ ਸੌ ਜਾਣਾ। ਤੇ ਉਹ ਮਿੱਟੀ ਦੀ ਜਿਹੜੀ ਖੁਸ਼ਬੂ ਆ ਵਿਦੇਸ਼ਾਂ ਦੀ ਧਰਤੀ ਉੱਤੇ ਵੀ ਮੇਰੀ ਰੂਹ ਨੂੰ ਸਰਸ਼ਾਰ ਕਰ ਦਿੰਦੀ ਹੈ। ਕਿਸੇ ਕਿਸਮ ਦਾ ਜਿਹੜਾ ਅਸਰ ਫਲੇਰ ਜਾਂ ਆਫਟਰ ਸ਼ੇਪ ਵਗੈਰਾ ਜਿਹੜੀਆਂ ਸਪਰੇਆਂ ਵਗੈਰਾ ਅਕਸਰ ਅਸੀਂ ਸਾਰੇ ਬਾਹਰਲੇ ਦੇਸ਼ਾਂ ਵਿੱਚ ਵਰਤਦੇ ਰਹਿੰਦੇ ਹਾਂ, ਮੈਨੂੰ ਉਹਨਾਂ ਦੀ ਕਿਸੇ ਵੀ ਸਪਰੇਅ ਨੇ ਅੱਜ ਤੱਕ ਅਪੀਲ ਨਹੀਂ ਕੀਤਾ ਜਿੰਨੀ ਆਪਣੇ ਪੰਜਾਬ ਦੀ ਮਿੱਟੀ ਦੀ ਜਿਹੜੀ ਖੁਸ਼ਬੂ ਸੀ ਤੇ ਬਾਹਰਲੇ ਕਿਸੇ ਵੀ ਮੁਲਕ ਦੀ ਜਿਹੜੀ ਮਿੱਟੀ ਜਦੋਂ ਵਿਦੇਸ਼ ਦੀ ਧਰਤੀ ਉੱਤੇ ਕਿਤੇ ਹੋਰ ਥਾਂ ਦੇ ਉੱਤੇ ਵੀ ਜਾਣਾ ਪਵੇ ਮੈਨੂੰ ਉਹ ਅਪੀਲ ਕਰਦੀ ਹੈ। ਜੇ ਕਿਤੇ ਕੋਈ ਹਲ ਵਾਹੁੰਦਾ ਹੋਵੇ ਤੇ ਮੈਂ ਖੇਤ ਤੇ ਲੱਗਦੀ ਲੰਘਾਂ ਤੇ ਮੈਂ ਡਰਾਈਵਰ ਨੂੰ ਕਹਿੰਦਾ ਹੁੰਦਾ ਤੇ ਗੱਡੀ ਥੋੜੀ ਜਿਹੀ ਹੌਲੀ ਕਰਕੇ ਲੰਘਾਈ। ਮੈਂ ਆਪਣੀ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਉਸ ਮਿੱਟੀ ਦੀ ਖੁਸ਼ਬੂ ਨੂੰ ਅੰਦਰ ਗੱਡੀ ਤੇ ਵਾੜਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਇਹ ਮੇਰਾ ਹਮੇਸ਼ਾ ਹੀ ਯਤਨ ਰਹਿੰਦਾ ਜਦੋਂ ਵੀ ਪੰਜਾਬ ਦੀ ਧਰਤੀ ਉੱਤੇ। ਪਰ ਜਿਹੜੀ ਸਭ ਤੋਂ ਵੱਡੀ ਗੱਲ ਆ, ਇਹਨਾਂ ਦੇਸ਼ਾਂ ਦੇ ਵਿੱਚ ਵਿਚਰਦੇ ਇੱਕ ਮਿੱਤਰ ਜਿਹੜੀ ਮੇਰੇ ਆਪਣੇ ਸਰਕਲ ਦੇ ਵਿੱਚ ਆਪਣੇ ਵਿਚਰਿਆ ਰੂਹ ਦੇ ਨੇੜੇ ਆ, ਮੈਨੂੰ ਬਾਅਦ ਵਿੱਚ ਟੈਲੀਫੋਨ ਕਰਕੇ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸਰਾਏ ਸਾਹਿਬ ਇਹ ਹੁਣ ਗਈਆਂ ਗੁਜ਼ਰੀਆਂ, ਇਹ ਨਾ ਹੀ ਕੀਤੀਆਂ ਜਾਣ ਤਾਂ ਠੀਕ ਆ। ਜੇ ਉਹ ਕਿਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਝਾਤੀ ਮਾਰ ਲੈਂਦਾ ਤੇ ਉਸ ਤੋਂ ਬਾਅਦ ਮੇਰਾ ਖਿਆਲ ਹੈ ਵੀ ਸਾਰਿਆਂ ਵਾਸਤੇ ਸ਼ਾਇਦ ਉਹ ਕੋਈ ਨਾ ਕੋਈ AK-47 ਦਾ ਆਪਣੇ ਵਾਸਤੇ ਇੰਤਜ਼ਾਮ ਕਰਦਾ ਵੀ ਇਹ ਬੰਦੇ ਤਾਂ ਉਸ ਤੋਂ ਵੀ ਪਿੱਛੇ ਆਪਣੇ ਚਲੇ ਗਏ ਆ। ਸੋ ਉਸ ਦੌਰ ਦੇ ਵਿੱਚ ਆਪਣੇ ਛੋਟੇ ਵੀਰੋ ਜਦੋਂ ਸਾਡਾ ਸਾਰਾ ਕੁਝ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਡਾਕਟਰ ਸਾਹਿਬ ਹੁਣੀ ਉਹ ਇੱਕ ਲਾਈਨ ਪੜ੍ਹਦੇ ਹੁੰਦੇ ਆ ਵੀ ਦੇਖਦਿਆਂ ਸਾਡੇ ਹੰਸ ਉੱਡ ਗਏ ਪੰਜਾਬ ਦੇ। ਇਹ ਪੰਜਾਬ ਦੇ ਨਹੀਂ, ਸਾਰੀ ਦੁਨੀਆ ਦੇ ਹੰਸ ਉੱਡੇ ਜਾ ਰਹੇ ਆ। ਤੇ ਹਾਲੇ ਵੀ ਬਹੁਤ ਸਾਰੇ ਸਾਡੇ ਆਪਣੇ ਜਿਹੜੇ ਮਿੱਤਰ ਪਿਆਰੇ ਆ ਜਿਹੜੇ ਸਾਡੇ ਸਰਕਲ ਦੇ ਵਿੱਚ ਆਪਰੇਟ ਕਰ ਰਹੇ ਆ ਉਹ ਇਸ ਗੱਲ ਨੂੰ ਨਹੀਂ ਸਮਝਦੇ। ਤੁਹਾਨੂੰ ਦੋਹਾਂ ਨਿੱਕੇ ਭਰਾਵਾਂ ਨੂੰ ਆਪਣੇ ਬਹੁਤ ਬਹੁਤ ਇਸ ਗੱਲ ਦੇ ਲਈ ਪਿਆਰ ਤੇ ਡਾਕਟਰ ਨਿਰਮਲ ਸਿੰਘ ਹੋਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿਕਾਰ, ਕਿਉਂਕਿ ਉਹਨਾਂ ਦੁਆਰਾ ਲਾਇਆ ਹੋਇਆ ਬੂਟਾ ਇਹ ਵਿਦੇਸ਼ ਦੀ ਧਰਤੀ ਉੱਤੇ ਮੈਂ ਤੁਹਾਨੂੰ ਆਪਣੇ ਮੇਰੇ ਕੋਲ ਕੋਈ ਅਪਰੋਪਰੀਏਟ ਵਰਡਸ ਨਹੀਂ ਜਿਹਦੇ ਵਾਸਤੇ ਦੱਸ ਸਕਾਂ ਵੀ ਇਹ ਕੀ ਕੁਝ ਕਰ ਰਿਹਾ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਮੁਤਬਾ ਜੀ ਤੁਹਾਡਾ, ਜਿਹੜਾ ਸਾਨੂੰ ਸਹਿਯੋਗ ਰਹਿੰਦਾ, ਜਿਹੜਾ ਤੁਹਾਡਾ ਆਸ਼ੀਰਵਾਦ ਰਹਿੰਦਾ ਤੇ ਜਿਹੜੀ ਮੋਟੀਵੇਸ਼ਨ ਰਹਿੰਦੀ ਹੈ ਉਹ ਹਮੇਸ਼ਾ ਹੀ ਸਾਨੂੰ ਇਹੋ ਜਿਹੇ ਕੰਮ ਕਰਨ ਲਈ ਪ੍ਰੇਰਦੀ ਵੀ ਰਹਿੰਦੀ ਹੈ ਕਿ ਅਸੀਂ ਕੁਛ ਨਾ ਕੁਛ ਸਮੇਂ ਦੇ ਹਾਣ ਦਾ ਕਰ ਸਕੀਏ। ਅਸੀਂ ਮਤਲਬ ਇਹ ਵੈਬੀਨਾਰ ਜਦੋਂ ਹੋਣ ਲੱਗੇ ਤੇ ਅਸੀਂ ਵੀ ਇਹ ਸੋਚ ਕੇ ਇਹ ਚੀਜ਼ ਕੀਤੀ ਕਿ ਆਪਾਂ ਇੱਦਾਂ ਵੀ ਇਕੱਠੇ ਹੋ ਸਕਦੇ ਹਾਂ, ਇੱਦਾਂ ਵੀ ਕੀਤਾ ਜਾ ਸਕਦਾ। ਇਸ ਸਮੇਂ ਨੂੰ ਗਵਾਇਆ ਨਾ ਜਾਵੇ। ਇਸ ਸਮੇਂ ਦੇ ਵਿੱਚ ਜਿਹੜਾ ਅਸੀਂ ਕਰ ਸਕਦੇ ਹਾਂ, ਤੁਹਾਡਾ ਆਸ਼ੀਰਵਾਦ ਰਿਹਾ, ਤੁਹਾਡਾ ਸਹਿਯੋਗ ਰਿਹਾ, ਤੁਹਾਡੀ ਮੋਟੀਵੇਸ਼ਨ ਰਹੀ, ਡਾਕਟਰ ਨਿਰਮਲ ਸਿੰਘ ਹੁਣਾਂ ਦੀ ਗਾਈਡੈਂਸ ਰਹੀ, ਗੱਲ ਹੁੰਦੀ ਰਹਿੰਦੀ ਹੈ। ਹੁਣ ਥੋੜੇ ਦਿਨ ਤੋਂ ਡਾਕਟਰ ਸਾਹਿਬ ਥੋੜਾ ਬਿਮਾਰ ਚੱਲ ਰਹੇ ਸੀ, ਉਸ ਤਰੀਕੇ ਗੱਲ ਨਹੀਂ ਹੋਈ। ਤੇ ਬਹੁਤ ਸਾਰੀਆਂ ਚੀਜ਼ਾਂ ਇਸ ਦੌਰਾਨ ਦੇ ਵਿੱਚ ਜਦੋਂ ਆਪਾਂ ਇਹ ਸਾਰਾ ਸੈਮੀਨਾਰ ਜਦੋਂ ਚੱਲ ਰਿਹਾ ਸੀ ਵਿੱਚ ਕੁਝ ਸਵਾਲ ਆ ਰਹੇ ਸੀ। ਮੈਂ ਉਹ ਭੱਟੀ ਸਾਹਿਬ ਜੇ ਤੁਹਾਡੀ ਇਜਾਜ਼ਤ ਨਾਲ ਉਹ ਪ੍ਰੈਜ਼ੀਡੈਂਸ਼ੀਅਲ ਐਡਰੈਸ ਤੇ ਛੱਡਦਾ। ਜੇ 2 ਸਵਾਲ ਸੀਗੇ ਬਸ। ਇੱਕ ਤਾਂ ਸੀਗਾ ਕਿ ਜਿਹੜੀਆਂ ਰਿਪੋਰਟਸ ਆਈਆਂ ਨੇ ਐਕਸਕੇਵੇਸ਼ਨ ਦੀਆਂ ਉਹ ਸੈਟਿਸਫੈਕਟਰੀ ਹੈਗੀਆਂ, ਵਰਦੀ ਐਕਸਕੇਵੇਸ਼ਨ ਰਿਪੋਰਟਸ ਆਫ 96 ਸਿਟੀਜ਼ ਅਪ ਟੂ ਦ ਮਾਰਕ, ਇਹ ਮੁਸਕਾਨ ਬਜਾਜ ਜੀ ਵੱਲੋਂ ਆਇਆ। ਤੇ ਦੂਜਾ ਆਇਆ ਵੇਸਟ ਮੈਨੇਜਮੈਂਟ ਸਿਸਟਮ ਦੇ ਬਾਰੇ। ਤੇ ਮੈਂ ਇਹਨਾਂ ਸਵਾਲ ਡਾਕਟਰ ਸਾਹਿਬ ਸੋ ਮੈਂ ਇਸ ਸਵਾਲਾਂ ਦਾ ਉਹਦੇ ਵਿੱਚ ਕਰ ਲਾਂਗੇ। ਮੈਂ ਇਸ ਟਾਈਮ ਡਾਕਟਰ ਭੱਟੀ ਸਾਹਿਬ ਜੋ ਸਾਡੇ ਵਿੱਚ ਹੈਗੇ, ਡਾਕਟਰ ਸਾਹਿਬ ਮੈਂ ਤੁਹਾਨੂੰ ਹੀ ਸੱਦਾ ਦੇ ਰਿਹਾ। ਹੁਣ ਤੁਸੀਂ ਮੈਂ ਡਾਕਟਰ ਸਾਹਿਬ ਦੇ ਬਾਰੇ ਥੋੜਾ ਜਿਹਾ ਦੱਸੂਗਾ। ਜਗਤਾਰ ਵੀਰ ਨੇ ਸ਼ੁਰੂਆਤ ਵਿੱਚ ਦੱਸ ਹੀ ਦਿੱਤਾ ਸੀ ਕਿ ਡਾਕਟਰ ਭੱਟੀ ਜਿਹੜੇ ਸੋਸ਼ੀਓਲੋਜੀ ਡਿਪਾਰਟਮੈਂਟ ਤੋਂ ਐਜ਼ HOD ਰਿਟਾਇਰ ਹੋਏ ਹਨ। 1970 ਸੇਵਾ ਮੁਕਤ ਹਨ ਹੁਣ, ਪਰ ਇਹ ਕਿਸਾਨੀ ਅੰਦੋਲਨ ਦੇ ਨਾਲ, ਸਾਹਿਤ ਦੇ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਹਨ ਤੇ ਉਸ ਤੋਂ ਕਦੇ ਵੀ ਇਹ ਰਿਟਾਇਰ ਨਾ ਹੋਣਗੇ, ਨਾ ਇਹਨਾਂ ਨੇ ਹੋਣਾ। ਤੇ ਉਸ ਨਾਲ ਸ਼ਬਦਾਂ ਦੇ ਨਾਲ ਸਾਡੇ ਨਾਲ ਸਾਂਝ ਪਾ ਕੇ ਰੱਖਣਗੇ, ਸਾਨੂੰ ਗਿਆਨ ਵੀ ਉਸ ਤਰੀਕੇ ਦਿੰਦੇ ਰਹਿਣਗੇ। ਪੋਇਟਰੀ ਦੀ ਕਿਤਾਬ ਇਹਨਾਂ ਦੀ ਆਈ ਹੈ। ਪਾਰਟੀਸ਼ਨ ਤੇ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਹੈ। ਵਾਤਾਵਰਨ ਦੇ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਹਨ ਅਤੇ ਕਾਫੀ ਲੰਬੇ ਸਮੇਂ ਤੋਂ ਸਾਹਿਤ ਦੇ ਨਾਲ ਜੁੜੇ ਹੋਏ ਨੇ। ਨੈਸ਼ਨਲ ਤੇ ਇੰਟਰਨੈਸ਼ਨਲ ਕਮੇਟੀਜ਼ ਦੇ ਮੈਂਬਰ ਰਹੇ ਹਨ। ਤੇ ਸਾਡੇ ਵਿੱਚ ਅੱਜ ਪ੍ਰੈਜ਼ੀਡੈਂਸ਼ੀਅਲ ਐਡਰੈਸ ਲਈ, ਪ੍ਰਧਾਨਗੀ ਭਾਸ਼ਣ ਲਈ, ਇਹ ਸਾਰੇ ਸਮਾਗਮ ਦੇ ਉੱਤੇ ਆਪਣਾ ਜਿਹੜੀ ਯੋਗ ਅਗਵਾਈ ਦੇਣ ਲਈ ਸਾਡੇ ਵਿੱਚ ਨੇ। ਤੇ ਡਾਕਟਰ ਸਾਹਿਬ ਮੈਂ ਤੁਹਾਨੂੰ ਸੱਦਾ ਦੇ ਰਿਹਾ ਸਾਰਿਆਂ ਦੇ ਵਿੱਚ ਤੇ ਸਾਡੇ ਨਾਲ ਆਪਣਾ ਜਿਹੜੀ ਇਨਫੋਰਮੇਸ਼ਨ ਸਾਂਝੀ ਕਰੋ। ਬਹੁਤ ਤੁਹਾਡਾ ਧੰਨਵਾਦ ਜੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ। ਜਗਤਾਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਸੱਤ ਨੂੰ, ਨਿਰਮਲ ਸਿੰਘ ਜੀ ਹੋਰਾਂ ਨੂੰ, ਮੋਤਾ ਸਿੰਘ ਜੀ ਹੋਰਾਂ ਨੂੰ, ਜਿਹੜੇ ਬਹੁਤ ਵੱਡਾ ਕੰਮ ਕਰ ਰਹੇ ਨੇ। ਔਰ ਮੈਨੂੰ ਬੜੀ ਦੇਰ ਤੋਂ ਇਹ ਅਸੀਂ ਮਿਲੇ ਨਹੀਂ ਕਦੇ ਉਸ ਤਰ੍ਹਾਂ ਫਾਰਮਲੀ, ਪਰ ਮੈਨੂੰ ਪਤਾ ਹੈ ਕਿ ਇਹਨਾਂ ਦਾ ਕੰਮ ਹੈ ਜਿਹੜਾ ਅਸਲੀ ਕਰਨ ਵਾਲਾ ਜਿਹੜਾ ਕੰਮ ਹੈ ਇਹੀ ਕਰ ਰਹੇ ਨੇ। ਸੱਚੀ ਗੱਲ ਇਹ ਹੈ। ਅਸੀਂ ਇੱਕ ਵਾਰੀ ਬਹੁਤ ਪਹਿਲਾਂ ਦੀ ਗੱਲ ਹੈ ਕਿ ਮੈਂ ਤੇ ਗੁਰਪ੍ਰੀਤ ਲਹਿਲ ਅਸੀਂ ਪੰਜਾਬੀ ਲੈਂਗੁਏਜ ਦਾ ਥੋੜਾ ਬਹੁਤ ਕੀਤਾ ਸੀ। ਇਹਨਾਂ ਨੇ ਉਹਨੂੰ ਉੱਤੇ ਸੱਦ ਕੇ ਸਨਮਾਨ ਵੀ ਕੀਤਾ ਸੀ।
ਅਸੀਂ ਉਦੋਂ ਇੱਕ ਇੰਟਰਨੈਟ ਦੇ ਉੱਪਰ ਇੱਕ ਪ੍ਰੋਗਰਾਮ ਬਣਾਇਆ ਸੀ ਕਿ ਅਸੀਂ ਸ਼ਾਹਮੁਖੀ ਨੂੰ ਗੁਰਮੁਖੀ ਨੂੰ ਸ਼ਾਹਮੁਖੀ 'ਚ ਕਨਵਰਟਰ ਬਣਾ ਦਈਏ ਸਾਰੇ। ਤੇ ਅੱਜ ਦੀ ਡੇਟ 'ਚ ਆਪਾਂ ਪਾਕਿਸਤਾਨ ਦੇ ਸਾਰੇ ਅਖਬਾਰ ਪੜ੍ਹ ਸਕਦੇ ਹਾਂ ਇੱਕ ਬਟਨ ਦਬ ਕੇ, ਤੇ ਉਹ ਆਪਣੇ ਪੜ੍ਹ ਸਕਦੇ ਨੇ। ਇਹ ਬਾਰਡਰ ਜਿਹੜੇ ਅਸੀਂ ਕ੍ਰੀਏਟ ਕਰੇ ਸੀ ਉਹਨੂੰ ਤੋੜਨ ਲਈ ਸੱਥ ਬੜਾ ਵੱਡਾ ਕੰਮ ਕਰ ਰਹੀ ਹੈ। ਪਰ ਜਿਹੜਾ ਅੱਜ ਦਾ ਤੁਸੀਂ ਉਦਮ ਕੀਤਾ, ਮੈਂ ਤਾਂ ਬਿਲਕੁਲ ਹੀ, ਮੇਰੇ ਕੋਲ ਸ਼ਬਦ ਨਹੀਂ ਕਿ ਤੁਸੀਂ ਇਹਨੇ ਥੋੜੇ ਸਾਧਨਾਂ ਦੇ ਨਾਲ ਥੋੜੇ ਸਮੇਂ ਦੇ ਵਿੱਚ, ਇਹ ਬਹੁਤ ਵੱਡਾ ਕੰਮ ਹੈ ਇਹ। ਜਿੰਨੀ ਇਹਦੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ, ਮੈਂ ਸਮਝਦਾ। ਐਕਚੁਅਲੀ ਮੇਰਾ ਸਬਜੈਕਟ ਸੋਸ਼ੀਓਲੋਜੀ ਹੈ, ਮੈਂ ਐਕਟਿਵਿਸਟ ਰਿਹਾ। ਮੈਨੂੰ ਖੁਦ ਸਾਡਾ ਥੋੜਾ ਐਂਥਰੋਪੋਲੋਜੀ ਕਰਕੇ ਆਰਕੀਓਲੋਜੀ ਨਾਲ ਸੰਬੰਧ ਹੁੰਦਾ, ਪਰ ਮੈਨੂੰ ਜ਼ਿਆਦਾ ਨਹੀਂ ਸੀ ਪਤਾ। 2005 ਚ ਮੇਰੇ ਕੋਲ ਮੇਰੇ ਇੱਕ ਦੋਸਤ ਅਮਰੀਕਾ ਤੋਂ ਸਾਡੇ ਪ੍ਰੋਫੈਸਰ ਆਏ, ਉਹ ਮੇਰੇ ਦੋਸਤ ਬਣ ਗਏ ਇੱਥੇ ਆ ਕੇ, ਐਲਨ ਫਰ, ਉਹ ਅਲਬਾਮਾ ਯੂਨੀਵਰਸਿਟੀ ਦੇ ਵਿੱਚ ਹੁਣੇ ਹੀ ਸੇਵਾ ਮੁਕਤ ਹੋ। ਉਹ ਮੈਨੂੰ ਕਹਿਣ ਲੱਗੇ ਕਿ ਮੈਂ ਪੰਜਾਬ ਦਾ ਕੋਈ ਪਿੰਡ ਦੇਖਣਾ ਚਾਹੁੰਦਾ। ਸਾਡਾ ਜਿਹੜਾ ਹੈੱਡ ਸੀ ਉਹ ਹਰਿਆਣਵੀ ਸੀ, ਉਹਨੇ 2-4 ਵਾਰ ਕਿਹਾ। ਉਹ ਵਿਚਾਰਾ ਹੁਣ ਪੰਜਾਬੀ ਪਿੰਡ ਕਿਹੜਾ ਦਿਖਾਉਂਦਾ। ਉਹਨੇ ਮੈਨੂੰ ਇੱਕ ਦਿਨ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਸੀ, ਮੇਰੀ ਵਾਈਫ ਤੇ ਬੇਟੀ ਨੇ ਆਉਣਾ ਸੀ। ਮੈਂ ਉਹਨੂੰ ਕਿਹਾ ਤੂੰ ਗਲਤ ਬੰਦੇ ਨੂੰ ਕਹਿ ਰਿਹਾ, ਤੂੰ ਮੈਨੂੰ ਦੱਸਣਾ ਸੀ। ਅਸੀਂ ਸੈਟਰਡੇ ਦਾ ਦਿਨ ਸੀ, ਅਸੀਂ ਚਲੇ ਗਏ ਇੱਥੋਂ। ਮੈਂ ਉਹਨੂੰ ਪਹਿਲਾਂ ਫਤਿਹਗੜ੍ਹ ਸਾਹਿਬ ਲੈ ਕੇ ਗਿਆ, ਗੁਰਦੁਆਰਾ ਸਾਹਿਬ ਦੀ ਸਾਹਿਬਜ਼ਾਦਿਆਂ ਦਾ। ਫਿਰ ਅਸੀਂ ਰੋਜ਼ਾ ਸ਼ਰੀਫ ਦੇ ਵਿੱਚ ਗਏ। ਉਹ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਇਹ ਸਾਈਟ ਵੀ ਦੇਖ ਚੱਲਦੇ ਹਾਂ। ਤੁਸੀਂ ਤਾਂ ਨਹੀਂ ਜਾ ਸਕੇ, ਮੈਂ ਅੰਦਰ ਜਾ ਕੇ ਅਸੀਂ ਦੇਖਿਆ, ਫੋਟੋ ਖਿੱਚੀਆਂ। ਤੁਲਸੀ ਦਾ ਇੱਕ ਬਹੁਤ ਪੁਰਾਣਾ ਬੂਟਾ ਉੱਥੇ ਖੜਾ ਹੈ। ਫਿਰ ਅਸੀਂ ਉਹ ਮਿਊਜ਼ੀਅਮ ਦੇਖਿਆ, ਤੇ ਉਹਦੇ ਤੇ ਬਾਅਦ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ। ਦੂਜਾ ਮੈਂ ਉਹਨੂੰ ਭੈਣੀ ਸਾਹਿਬ ਦਿਖਾਇਆ। ਉਹ ਤੋਂ ਬਾਅਦ ਤੁਸੀਂ ਅੰਦਾਜ਼ਾ ਲਾਓ ਕਿ ਉਹ ਹੁਣ ਵੀ ਬੰਦਾ ਸਾਡੇ ਕੋਲ ਆਉਂਦਾ, ਉਹਦੀ ਬੇਟੀ ਵੀ ਆਉਂਦੀ, ਉਹਦੀ ਵਾਈਫ ਵੀ ਆਉਂਦੀ। ਉਹ ਕਹਿੰਦਾ ਵੀ ਮੈਂ ਗਲਤੀ ਨਾਲ ਉੱਥੇ ਅਮਰੀਕਾ 'ਚ ਜੰਮ ਪਿਆ, ਬੇਸਿਕਲੀ ਮੈਂ ਪੰਜਾਬੀ ਹਾਂ। ਮਤਲਬ ਇੰਨਾ ਪ੍ਰਭਾਵ ਉਹਦੇ ਉੱਪਰ ਇਸ ਗੱਲ ਦਾ ਪਿਆ। ਤੇ ਜਿਹੜੀ ਅਸੀਂ ਉਹ ਦੇਖਿਆ, ਜਿਹੜਾ ਮਿਊਜ਼ੀਅਮ ਹੈ, ਜਿਹੜਾ ਮੈਂ ਥੋੜੀਆਂ ਗੱਲਾਂ ਕਰਦਾ, ਉਹਨੂੰ ਜਾਣੇ ਅੰਜਲੀ ਨੇ ਕਰਤੀਆਂ ਨੇ, ਉਹ ਲੜਕੀਆਂ ਨੇ, ਤੇ ਗਿਆਨੀ ਸਾਹਿਬ ਨੇ ਵੀ ਕਰੀ, ਹਰਪ੍ਰੀਤ ਸਿੰਘ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਜਿਹੜਾ ਜੈਂਡਰ ਦਾ ਕੀ ਲੈਵਲ ਸੀ ਉਹ ਸੁਸਾਇਟੀ ਦੇ ਵਿੱਚ। ਇੱਥੇ ਲਗਭਗ 101 ਮੂਰਤੀਆਂ ਪਈਆਂ ਨੇ ਇਹਦੇ ਵਿੱਚ। ਆਪਣਾ ਜਿਹੜਾ ਮਿਊਜ਼ੀਅਮ ਹੈ ਸੰਘੋਲ, ਉਹਦੇ 'ਚ ਮੂਰਤੀਆਂ ਜੇ ਤੁਸੀਂ ਜਾ ਕੇ ਦੇਖੋਗੇ, 2-3 ਮੂਰਤੀਆਂ ਐਸੀਆਂ ਨੇ। ਇੱਕ ਇਹ ਕਿ ਔਰਤ ਦੁਕਾਨ ਕਰਦੀ ਹੋਈ, ਉਹਦੇ ਕੇਲੇ 'ਚ ਰੱਖੇ ਹੋਏ ਨੇ ਅੱਗੇ। ਇੱਕ ਖਾਸ ਜਿਹੜੀ ਇਹ ਸੀ ਕਿ ਔਰਤ ਸ਼ਰਾਬ ਪੀਂਦੀ ਹੋਈ। ਉਹ ਤੋਂ ਵੀ ਅੱਗੇ ਇਹ ਸੀ ਇੱਕ ਔਰਤ ਆਪਣੇ ਪਤੀ ਨੂੰ ਕੁੱਟਦੀ ਹੋਈ। ਮਤਲਬ ਇਹ ਬਣੀਆਂ ਹੋਈਆਂ ਨੇ ਮੂਰਤੀਆਂ। ਮੈਨੂੰ ਇਹ ਲੱਗਿਆ ਕਿ ਅੱਜ ਤੋਂ 5-6 ਹਜ਼ਾਰ ਸਾਲ ਪਹਿਲਾਂ ਜੇ ਇਹ ਕਿਸੇ ਕਿਆਸ ਦੇ ਵਿੱਚ ਇਹ ਗੱਲ ਆ ਸਕਦੀ ਸੀ, ਸਾਡੇ ਜਿਹੜਾ ਸਤੀ ਪ੍ਰਥਾ ਦਾ ਮੁਲਕ ਹੈ ਸਾਡਾ ਤਾਂ ਹੁਣ, ਇਹਦਾ ਮਤਲਬ ਸਾਨੂੰ ਜਿਹੜੀ ਸਟੋਰੀ, ਜਿਹੜੀ ਮਿਥ ਔਰਤ ਦੀ ਅਬਲਾ ਹੋਣ ਦੀ ਦੱਸੀ ਗਈ ਹੈ, ਕਮ ਸੇ ਕਮ ਇਸ ਇਲਾਕੇ ਦੇ ਵਿੱਚ ਔਰਤ ਫਰੀ ਸੀ। ਪਰ ਸੰਘੋਲ ਨੂੰ ਤੁਹਾਨੂੰ ਪਤਾ ਹੀ ਹੈ, ਸਗਲਦੀਪ ਵੀ ਕਹਿੰਦੇ ਨੇ, ਉਹਦਾ ਬੜੀਆਂ ਸਟੋਰੀਆਂ ਨੇ ਉਹਦੀਆਂ। ਸੋ ਸਾਡੀ ਦਸ਼ਾ ਇਹ ਹੈ ਅਸਲ ਦੇ ਵਿੱਚ ਕਿ ਮੈਨੂੰ ਕਹਾਣੀ ਯਾਦ ਆਉਂਦੀ ਹੁੰਦੀ ਹੈ ਕਿ ਕੋਈ ਬੰਦਾ ਨਾ ਮੰਗਤਾ ਟੋਪੀ ਰੱਖ ਕੇ ਸੜਕ ਤੇ ਬੈਠਾ ਮੰਗ ਰਿਹਾ ਸੀ, ਕਿਸੇ ਨੂੰ ਕਹਿੰਦਾ ਜੀ ਮੈਨੂੰ ਭੀਖ ਦੇ ਦਿਓ। ਉਹ ਇੱਕ ਟਰੰਕੀ ਦੇ ਉੱਪਰ ਬੈਠਾ ਸੀ, ਤੇ ਉਹ ਬੰਦਾ ਕਹਿੰਦਾ ਤੇਰੀ ਟਰੰਕੀ 'ਚ ਕੀ ਹੈ? ਉਹ ਕਹਿੰਦਾ ਕੁਝ ਨਹੀਂ, ਇਹਦਾ ਮੈਂ ਵੈਸੇ ਬੈਠਣ ਲਈ ਰੱਖੀ ਹੈ। ਉਹ ਕਹਿੰਦਾ ਤੂੰ ਇਹਨੂੰ ਖੋਲਤਾ ਸੀ? ਕਹਿੰਦਾ ਨਹੀਂ, ਤਾਂ ਲੋਕ ਲੱਗਿਆ ਹੋਇਆ। ਉਹ ਕਹਿੰਦਾ ਲੋਕ ਤੋੜ ਕੇ ਦੇਖਿਆ ਕਿਉਂਕਿ ਉਹ ਕਹਿੰਦਾ ਮੈਂ 20 ਸਾਲ ਤੋਂ ਮੰਗ ਰਿਹਾ ਇਹਦੇ ਉੱਪਰ ਹੀ ਬੈਠ ਕੇ, ਇਹਦੇ ਵਿੱਚ ਕੁਝ ਵੀ ਨਹੀਂ ਹੈ, ਖਾਲੀ ਹੈ। ਉਹਨੇ ਇਨਸਿਸਟ ਕੀਤਾ, ਕਹਿੰਦਾ ਤੋੜਤਾ ਸੀ। ਜਦੋਂ ਤੋੜਿਆ ਤਾਂ ਉਹ ਮੋਹਰਾਂ ਦੇ ਨਾਲ ਭਰੀ ਹੋਈ ਸੀ। ਸਾਡੀ ਪੰਜਾਬੀਆਂ ਦੀ ਆਪਣੇ ਵਿਰਸੇ ਬਾਰੇ ਇਹੀ ਹਾਲਾਤ ਹੈ ਕਿ ਅਸੀਂ ਟਰੰਕੀ ਦੇ ਉੱਪਰ ਬੈਠੇ ਹਾਂ, ਮੋਹਰਾਂ ਨਾਲ ਭਰੀ ਹੋਈ ਹੈ, ਤੇ ਅਸੀਂ ਭਿਖਾਰੀਆਂ ਦੀ ਤਰ੍ਹਾਂ ਦੂਜਿਆਂ ਕੋਲੋਂ ਮੰਗਦੇ ਫਿਰਦੇ ਹਾਂ ਜਾ ਕੇ। ਸੋ ਜਿੰਨੀ ਵੀ ਰਿਸਰਚ ਜਿਹੜੀ ਹੋ ਰਹੀ ਹੈ, ਸੋ ਇਹ ਮੈਂ ਤੁਹਾਨੂੰ ਮਤਲਬ ਇਹ ਟਰੰਕੀ ਦਾ ਜਿੰਦਾ ਤੋੜਨ ਤੇ ਖੋਲਣ ਦੇ ਲਈ ਵਧਾਈ ਦਿੰਦਾ ਕਿ ਤੁਸੀਂ ਬਹੁਤ ਅੱਛਾ ਕੰਮ ਕੀਤਾ। ਔਰ ਪਾਕਿਸਤਾਨ ਵਾਲੇ ਤਾਂ ਖੈਰ ਚਲੋ ਇਹ ਹੈ ਕਿ ਸਾਡਾ ਅਸੀਂ ਪਾਸਟ ਨੂੰ ਯਾਦ ਕਰਦੇ ਹਾਂ, ਕਿ ਅਸੀਂ ਉਹਨੂੰ ਅਪਰੋਪਰੀਏਟ ਕਰਨਾ ਚਾਹੁੰਦੇ ਹੁੰਦੇ ਹਾਂ ਕਿ ਅੱਜ ਸਾਡਾ ਸਹੀ ਹੈ, ਕਿ ਸਾਡਾ ਬੜਾ ਪੁਰਾਣੇ ਖਾਨਦਾਨੀ ਬੰਦੇ ਆ ਜੇ। ਮੈਂ ਹਮੇਸ਼ਾ ਜਿਹੜੀ ਜਿੰਨੀ ਕੁ ਹਿਸਟਰੀ ਪੜ੍ਹੀ ਹੈ ਸੋਸ਼ੀਓਲੋਜੀਕਲ, ਸਾਡੇ ਜਿਹੜੀ ਹਿਸਟਰੀ ਪੜ੍ਹਾਉਣ ਦਾ ਤਰੀਕਾ ਉਹ ਗਲਤ ਹੈ। ਅਸੀਂ ਅਲੈਗਜ਼ੈਂਡਰ ਨੂੰ, ਹੋਰ ਨੂੰ, ਵੱਡੇ ਵੱਡਿਆਂ ਨੂੰ ਜਿਹੜੇ ਸੀ, ਅਸੀਂ ਉਹਨਾਂ ਨੂੰ ਹੀਰੋ ਬਣਾਇਆ ਹੋਇਆ। ਹੀਰੋ ਕਿਸ ਚੀਜ਼ ਦੇ ਸੀ? ਕਿਉਂਕਿ ਉਹ ਬੰਦਿਆਂ ਨੂੰ ਬੜੇ ਆਰਗੇਨਾਈਜ਼ ਤਰੀਕੇ ਨਾਲ ਮਾਰ ਸਕਦੇ ਸੀ, ਹੋਰ ਕੋਈ ਹੀਰੋਇਜ਼ਮ ਨਹੀਂ ਸੀ। ਅੱਜ ਤੱਕ ਮੈਂ ਆਪਣੇ ਬੱਚਿਆਂ ਨੂੰ ਵੀ ਕਲਾਸ 'ਚ ਕਹਿੰਦਾ ਹੁੰਦਾ, ਤੁਸੀਂ ਵੀ ਕਦੇ ਸੋਚਣਾ, ਅੱਜ ਤੱਕ ਕੋਈ ਬੰਦਾ ਰੱਜਿਆ ਪੁੱਜਿਆ ਆਪਣੇ ਘਰ 'ਚ ਜਿਹੜਾ ਸੰਤੁਸ਼ਟ ਬੈਠਾ ਹੈ, ਉਹ ਕਦੇ ਕਿਸੇ ਭੁੱਖੇ ਨੰਗੇ ਦੇ ਘਰੇ ਚੋਰੀ ਕਰਨ ਗਿਆ? ਸੁਣਿਆ ਤੁਸੀਂ ਕਦੇ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਕਿ ਕੋਈ ਰੱਜਿਆ ਪੁੱਜਿਆ ਬੰਦਾ ਕਿਸੇ ਭੁੱਖ ਨੰਗ ਵਾਲੀ ਜਗ੍ਹਾ ਦੇ ਉੱਪਰ ਗਿਆ ਹੋਵੇ ਕੁਛ ਲੱਭਣ, ਚੋਰੀ ਕਰਨ ਜਾਂ ਠੱਗੀ ਮਾਰਨ? ਹਮੇਸ਼ਾ ਭੁੱਖੇ ਨੰਗੇ ਨੇ ਜਿਹੜੇ ਉਹੀ ਰੱਜੀ ਹੋਈ ਜਗ੍ਹਾ ਨੂੰ ਆਉਂਦੇ ਨੇ। ਸੋ ਤੁਸੀਂ ਤਾਂ ਜਿਓਗ੍ਰਾਫੀ ਦੇ ਟੀਚਰ ਹੋ ਬਹੁਤ ਸਾਰੇ ਤੁਹਾਡੇ ਵਿੱਚ, ਤੁਹਾਨੂੰ ਪਤਾ ਹੈ ਕਿ ਇਹ ਬਾਇਓਲੋਜੀਕਲੀ, ਇਹ ਬਾਇਓਡਾਇਵਰਸਿਟੀ ਦੇ ਤੌਰ ਤੇ ਕਿੰਨਾ ਰਿਚ ਏਰੀਆ ਹੈ। ਦੁਨੀਆ ਭਰ ਦੀ ਹਿਸਟਰੀ ਚੈਨਲ ਨੇ
1 ਘੰਟੇ ਦੀ ਬਣਾਈ ਸੀ, ਔਰ ਉਹਦੇ 'ਚ ਇਹ ਸੀ ਕਿ 98% ਸਾਡਾ ਟਾਈਮ ਹੈ ਜਿਹੜਾ ਮੈਨਕਾਇੰਡ ਦਾ ਇਸ ਚੀਜ਼ ਦੇ ਵਿੱਚ ਲੰਘੀ ਹੈ ਸਾਡੀ ਹਿਸਟਰੀ, ਕਿ ਅਸੀਂ ਪਾਣੀ ਤੇ ਖਾਣੇ ਦੀ ਖੋਜ ਦੇ ਵਿੱਚ ਲੰਘੇ। ਇਹ ਜਗ੍ਹਾ ਸੀ ਜਿੱਥੇ ਪਾਣੀ ਤੇ ਖਾਣਾ ਜਿਹੜਾ ਬਹੁਤ ਵੱਡੇ ਪੱਧਰ ਤੇ ਉਪਲਬਧ ਸੀ। ਸੋ ਆਰੀਅਨਸ ਦੀ ਇਕੱਲੀ ਗੱਲ ਨਹੀਂ, ਹਰ ਇੱਕ ਹੀ ਭੁੱਖਾ ਨੰਗਾ ਇੱਥੇ ਨੂੰ ਆਇਆ ਅੰਗਰੇਜ਼ਾਂ ਤੱਕ। ਇਹ ਤਾਂ ਹੁਣ ਅਸੀਂ ਜ਼ਹਿਰਾਂ ਜੂਰਾਂ ਛਿੜਕ ਲਈਆਂ, ਹੁਣ ਸਾਡੇ ਬੰਦੇ ਬਾਹਰ ਜਾ ਰਹੇ ਨੇ ਜਿਹੜੇ ਚੱਜ ਦੇ ਬੰਦੇ ਨੇ। ਮੈਂ ਕਹਿੰਦਾ ਉਹਨਾਂ ਦੇ ਜਿਹੜੇ ਚੰਗੇ ਨੇ ਉਹ ਬਾਹਰ ਚਲੇ ਗਏ, ਨਿਕੰਮੇ ਸਾਡੇ ਵਰਗੇ ਇੱਥੇ ਰਹਿ ਗਏ। ਪਰ ਇਹ ਬੜੀ ਵੱਡੀ ਗੱਲ ਹੈ ਕਿ ਜਿਹੜੇ ਬਾਹਰ ਗਏ ਨੇ ਉਹ ਬਾਹਰ ਨਹੀਂ ਗਏ, ਉਹ ਜੁੜੇ ਹੋਏ ਨੇ ਇੱਥੇ, ਪਰ ਉਹਨੇ ਵਾਪਸ ਆ ਜਾਣਾ, ਇਹਨੇ ਠੀਕ ਹੋ ਜਾਣਾ। ਇਹ ਦੁਨੀਆ ਦੇ ਇਤਿਹਾਸ 'ਚ ਇਸ ਤਰ੍ਹਾਂ ਦੀਆਂ ਜਿਹੜੀਆਂ ਲਹਿਰਾਂ ਨੇ ਮੂਵਮੈਂਟ ਦੀਆਂ, ਇੱਧਰੋਂ ਉੱਧਰ ਜਾਣਾ, ਉੱਧਰੋਂ ਇੱਧਰੋਂ ਆਉਣਾ, ਚੱਲਦੀਆਂ ਰਹਿੰਦੀਆਂ ਨੇ। ਇਹ ਜਗ੍ਹਾ ਕੁਦਰਤ ਦੀ ਪ੍ਰਯੋਗਸ਼ਾਲਾ ਹੈ। ਜਿਸ ਤਰ੍ਹਾਂ ਮੋਤਾ ਸਿੰਘ ਜੀ ਕਹਿ ਰਹੇ ਸੀ, ਪੰਜਾਬ ਦੀ ਜੇ ਤੁਸੀਂ ਹਿਸਟਰੀ ਪੜ੍ਹੋ, ਪੰਜਾਬ ਦੀ ਸੋਸ਼ੋਲੋਜੀ ਪੜ੍ਹੋ, ਪੰਜਾਬ ਦੀ ਆਰਕੀਓਲੋਜੀ ਪੜ੍ਹੋ, ਪੰਜਾਬ ਦੀ ਐਂਥਰੋਪੋਲੋਜੀ ਪੜ੍ਹੋ, ਇਹਦੇ ਵਿੱਚ ਬਹੁਤ ਕੁਝ ਰਲਿਆ ਹੋਇਆ। ਮਲਟੀਕਲਚਰਲਿਜ਼ਮ ਹੁਣ ਕਹਿਣ ਲੱਗੇ ਨੇ ਕੈਨੇਡਾ ਵਾਲੇ ਤਾਂ, ਇੱਥੇ ਤਾਂ ਸਾਡੇ ਕੋਲ ਤਾਂ 3300 ਸਾਲ ਪਹਿਲਾਂ ਮਲਟੀਕਲਚਰਲਿਜ਼ਮ ਸੀਗਾ, ਜ਼ਿਆਦਾ ਲੈਂਗੁਏਜ ਸੀਗੀ। ਸੋ ਇਸ ਕਰਕੇ ਸਾਨੂੰ ਇਹ ਜ਼ਰੂਰ ਹੈ ਕਿ ਸਾਨੂੰ ਇਹਦੇ ਤੇ ਮਾਣ ਕਰਨਾ ਚਾਹੀਦਾ ਵਿਰਸੇ ਤੇ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਭਿਅਤਾ ਵੀ ਉਜੜੀ, ਐਡੀ ਵੱਡੀ ਸੀ, ਪਲੈਨਡ ਸੀ, ਸਿਆਣੇ ਸੀ, ਸ਼ਹਿਰ ਸੀ, ਸਭ ਕੁਝ ਸੀ। ਸਭਿਅਤਾਵਾਂ ਬਣਦੀਆਂ ਕਿਉਂ ਤੇ ਉਜੜਦੀਆਂ ਕਿਉਂ ਨੇ? ਇਹ ਕੁਦਰਤ ਦਾ ਨਿਯਮ ਹੈ। ਤੁਸੀਂ ਕਦੇ ਵਰਮੀ ਨੂੰ ਦੇਖਿਓ, ਸਿਉਂਕ ਦੀ ਨੂੰ, ਜਦੋਂ ਬਹੁਤ ਜ਼ਿਆਦਾ ਸਿਉਂਕ ਪੈਦਾ ਹੋ ਜਾਂਦੀ ਹੈ ਤਾਂ ਇੱਕਦਮ ਉੱਡਦੇ ਨੇ ਤੇ ਖਤਮ। ਜਿਹੜੀ ਕੰਸਨਟ੍ਰੇਸ਼ਨ ਹੈ ਜ਼ਿਆਦਾ ਡਿਵੈਲਪਮੈਂਟ ਦਾ, ਜਿਹੜਾ ਅਸੀਂ ਮਾਡਲ ਫੜ ਲਿਆ, ਕਿਸਾਨ ਉਹਦੇ ਲਈ ਉਹ ਲੜ ਰਹੇ ਨੇ, ਅਸੀਂ ਮਾਡਲ ਉਹ ਫੜ ਲਿਆ ਕਿ ਅਸੀਂ ਸੋਰਸਿਸ ਨੂੰ ਇੱਕ ਜਗ੍ਹਾ ਇਕੱਠੇ ਕਰ ਰਹੇ ਹਾਂ, ਸ਼ਹਿਰਾਂ ਦੇ ਵਿੱਚ, ਕੁਝ ਹੱਥਾਂ ਦੇ ਵਿੱਚ। ਇਹ ਜਦੋਂ ਇਸ ਤਰ੍ਹਾਂ ਕਰ ਲੈਂਦੇ, ਇਹ ਸਸਟੇਨੇਬਲ ਨਹੀਂ ਹੁੰਦਾ। ਜਦੋਂ ਕਰੋੜਾਂ ਲੋਕ ਅਸੀਂ ਇੱਕ ਜਗ੍ਹਾ ਵਸਣ ਲਾ ਦਾਂਗੇ, ਕੁਦਰਤ ਉਹਨੂੰ ਨਹੀਂ ਮਦਦ ਕਰ ਸਕੂਗੀ। ਉਹਨਾਂ ਦੀ ਟੋਇਲਟ, ਉਹਨਾਂ ਦਾ ਨਹਾਉਣਾ, ਉਹਨਾਂ ਦਾ ਖਾਣਾ ਪੀਣਾ, ਇਹ ਸੰਭਵ ਨਹੀਂ ਹੈ। ਇਹ ਇਨਵਾਇਰਮੈਂਟਲ ਸੋਸ਼ੀਓਲੋਜੀ 'ਚ ਅਸੀਂ ਪੜ੍ਹਦੇ ਪੜ੍ਹਾਉਂਦੇ ਵੀ ਹਾਂ ਕਿ ਇਹ ਸੰਭਵ ਨਹੀਂ ਹੈ। ਸਾਡੀ ਹੁਣ ਦੁਨੀਆ ਭਰ ਦੀ ਸਿਵਲਾਈਜੇਸ਼ਨ ਹੈ ਜਿਹੜੀ, ਉਹ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ 'ਚ ਕੇਂਦਰਿਤ ਹੋ ਗਈ ਹੈ। ਇਹਨੇ ਖਿਲਰਨਾ ਹੀ ਹੈ, ਚਾਹੇ ਕਰੋਨਾ ਆ ਜਾਵੇ, ਚਾਹੇ ਕੁਛ ਆ ਜਾਵੇ। ਤੁਸੀਂ ਇਹ ਦੇਖੋ, ਸਾਡੇ ਸਾਹਮਣੇ ਦੋ ਸਭਿਅਤਾਵਾਂ ਦਿੱਲੀ 'ਚ ਲੜ ਰਹੀਆਂ ਨੇ। ਇੱਕ ਪਿੰਡਾਂ ਦੀ ਸਭਿਅਤਾ, ਉਹਨਾਂ ਕੋਲ ਕੱਖ ਨਹੀਂ ਹੈ, ਲੰਗਰ ਲਾ ਕੇ ਰੱਜੇ ਬੈਠੇ ਨੇ, ਕਰੋਨਾ ਵੀ ਨਹੀਂ ਹੋ ਰਿਹਾ। ਲੋਕ ਉੱਥੇ ਮੈਂ 20 ਵਾਰੀ ਜਾ ਕੇ ਆਇਆ, 90 ਸਾਲ ਦੇ ਬਜ਼ੁਰਗ ਔਰਤਾਂ ਮਾਤਾਵਾਂ ਬੈਠੀਆਂ ਨੇ, ਸਾਰੇ ਠੀਕ ਠਾਕ ਨੇ। ਜਿਹੜੇ ਪੌਸ਼ ਏਰੀਆ ਨੇ ਉਹਨਾਂ 'ਚ ਹੋ ਰਿਹਾ, ਕਿਉਂਕਿ ਇਮਿਊਨਿਟੀ ਵੀ ਘੱਟ ਹੈ ਉੱਥੇ। ਉੱਥੇ ਇਮਿਊਨਿਟੀ ਨਾਲੋਂ ਵੱਧ ਇਹ ਹੈ ਕਿ ਬਿਰਤੀ ਠੀਕ ਨਹੀਂ ਹੈ, ਭਾਈਚਾਰੇ ਦੀ ਤਾਕਤ ਨਹੀਂ ਹੈ। ਗੁਆਂਢੀ ਇੱਕ ਦੂਜੇ ਦੇ ਉੱਪਰ ਨਿਗਾਹ ਰੱਖ ਰਿਹਾ ਹੈ ਕਿ ਇਹ ਤਾਂ ਨਹੀਂ ਕਰੋਨਾ ਫੈਲਾ ਰਿਹਾ। ਲੋਕ ਆਪਣੇ ਮਾਂ ਪਿਓ ਨੂੰ ਨਹੀਂ ਕਰਮੇਟ ਕਰਨ ਜਾ ਰਹੇ। ਇਹ ਮੌਤ ਹੁੰਦੀ ਹੈ ਸਭਿਅਤਾ ਦੀ। ਤੋ ਜਦੋਂ ਇਹ ਸਿੰਧ ਘਾਟੀ ਦੀ ਸਭਿਅਤਾ ਵੀ ਜ਼ਿਆਦਾ ਕੰਸਨਟਰੇਟ ਹੋਈ ਹੋ, ਸਾਡੇ ਕੋਲ ਹਿਸਟਰੀ ਨਹੀਂ ਹੈ, ਪਿੰਡ ਬਹੁਤ ਸਾਰੇ ਹੋਣਗੇ, ਉਦੋਂ ਵੀ ਕਿਰਦਾਰ ਪਹਿਲਾਂ ਗਿਰਿਆ ਹੋਊਗਾ, ਸਭਿਅਤਾ ਬਾਅਦ 'ਚ ਗਿਰੀ ਹੋਣੀ। ਸੋ ਅੱਜ ਵੀ ਸਾਨੂੰ ਜਦੋਂ ਅਸੀਂ ਇਹਦੀ ਗੱਲ ਕਰ ਰਹੇ ਹਾਂ, ਸਾਨੂੰ ਇਹ ਸਬਕ ਸਿੱਖਣ ਦੀ ਜ਼ਰੂਰਤ ਹੈ ਕਿ ਸਭਿਅਤਾ ਇਨਸਾਨ ਬਣਾਉਂਦਾ, ਉਹਦਾ ਕਿਰਦਾਰ ਬਣਾਉਂਦਾ। ਪਰ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਬਹੁਤ ਵੱਡੀ ਵਧਾਈ ਵਾਲੀ ਗੱਲ ਹੈ। ਨਿਰਮਲ ਸਿੰਘ ਜੀ ਤਾਂ ਮੈਨੂੰ ਪਤਾ ਹੀ ਹੈ, ਇਹ ਚੰਗੀ ਗੱਲ ਨੂੰ ਪ੍ਰਮੋਟ ਕਰਦੇ ਨੇ। ਇੱਕੋ ਗੁਣ ਇਹ ਹੁੰਦਾ ਹੈ ਕਿ ਔਗਣ ਦਾ ਦੁਨੀਆ 'ਚ ਨਫ਼ਰਤ ਸਾੜਾ ਬੜਾ ਕੁਛ ਫੈਲਿਆ ਹੋਇਆ, ਆਪਾਂ ਕਰ ਵੀ ਸਕਦੇ ਹੁੰਦੇ ਹਾਂ। ਤੁਸੀਂ ਕਰੋ ਹੀ ਉਹ ਜਿਹੜਾ ਚੰਗਾ ਹੈ, ਤੁਸੀਂ ਮਾੜੀ ਗੱਲ ਕਿਉਂ ਕਰਨੀ ਹੈ? ਆਪੇ ਚੰਗਾ ਫੈਲ ਜੂ। ਬਦਬੂ ਹੈ ਜਿਹੜੀ, ਉਹਨੂੰ ਰੋਕ ਨਹੀਂ ਸਕਦੇ, ਹਨੇਰੇ ਨੂੰ ਅਸੀਂ ਰੋਕ ਨਹੀਂ ਸਕਦੇ। ਖੁਸ਼ਬੂ ਫੈਲਾਓ, ਪੱਤੀ ਔਨ ਕਰ ਲਓ, ਹਨੇਰਾ ਆਪਣੇ ਆਪ ਚਲੇ ਜਾਓ। ਸੋ ਤੁਸੀਂ ਇਹ ਬੜਾ ਅੱਛਾ ਐਫਰਟ ਕੀਤਾ, ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਵਰਤੀ ਸਮਝਿਆ ਕਿ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ। ਬਹੁਤ ਬਹੁਤ ਵਧਾਈ। ਸਾਰੇ ਪੇਪਰ ਬਹੁਤ ਅੱਛੇ ਸੀ, ਬੜੀ ਮਿਹਨਤ ਕਰੀ ਹੋਈ ਸੀ, ਈਵਨ ਗਿਆਨੀ ਸਾਹਿਬ ਤੱਕ। ਔਰ ਮੈਨੂੰ ਪਤਾ ਤੁਹਾਡੇ ਕੋਲ ਸਾਧਨ ਥੋੜੇ ਨੇ, ਔਰ ਇੰਨੇ ਥੋੜੇ ਸਮੇਂ 'ਚ ਸਾਰਾ ਪਾਕਿਸਤਾਨ ਤੱਕ ਗੇੜਾ ਮਾਰਨਾ ਇਹਨਾਂ ਸਮਿਆਂ 'ਚ ਹੋਈ, ਇਹ ਬਹੁਤ ਵੱਡੀ ਗੱਲ ਹੈ। ਸੋ ਜਿਉਂਦੇ ਵਸਦੇ ਰਹੋ, ਪਰਮਾਤਮਾ ਤੁਹਾਨੂੰ ਹੋਰ ਸਮਰੱਥਾ ਦੇਵੇ। ਸ਼ੁਕਰੀਆ ਸਰ, ਇਹ ਬਹੁਤ ਕਮਾਲ ਦੇ ਜਿਹੜੇ ਸ਼ਬਦ ਸੀਗੇ। ਜਿਹੜੀ ਤੁਸੀਂ ਗੱਲ ਕੀ ਕਿ ਸੱਭਿਅਤਾਵਾਂ ਬਾਅਦ 'ਚ ਮਰਦੀਆਂ, ਪਹਿਲਾਂ ਕਿਰਦਾਰ ਮਰ ਜਾਂਦੇ। ਤਾਂ ਸਾਨੂੰ ਕਿਰਦਾਰਾਂ ਤੇ ਕੰਮ ਕਰਨ ਦਾ ਜਿਹੜਾ ਹੈ ਉਹ ਜ਼ਿਆਦਾ ਲੋੜ ਹੈ। ਤੇ ਅਸੀਂ ਉਹੀ ਗੱਲ ਕਿ ਆਪ ਸਭ ਵੱਡਿਆਂ ਦੀ ਦੇਖ ਰੇਖ ਦੇ ਵਿੱਚ, ਆਪ ਛਾਂਦਾਰ ਰੁੱਖਾਂ ਦੀ ਛਾਂ ਦੇ ਵਿੱਚ ਬੈਠ ਕੇ ਅਸੀਂ ਇਹ ਗਰੋ ਕਰ ਰਹੇ ਹਾਂ, ਅਸੀਂ ਅੱਗੇ ਵਧ ਰਹੇ ਹਾਂ ਜਿੰਨਾ ਕੁ ਵੀ ਅਸੀਂ ਆਪਣੇ ਜੋਗਾ ਕਰ ਸਕਦੇ ਹਾਂ। ਤੇ ਇਸ ਲੀਗੇਸੀ ਨੂੰ ਅਸੀਂ ਅੱਗੇ ਵੀ ਲੈ ਕੇ ਜਾਵਾਂਗੇ, ਇਹ ਵੀ ਸਾਡੇ ਮਨਾਂ ਦੇ ਵਿੱਚ ਹੈ। ਸਰ, 2 ਸਵਾਲ ਸੀਗੇ ਕਿ ਐਕਸਕੇਵੇਸ਼ਨ ਜਿਹੜੀਆਂ ਰਿਪੋਰਟਸ ਨੇ 96 ਸਿਟੀਜ਼ ਦੀਆਂ ਜਿਹੜੀਆਂ ਆਈਆਂ ਨੇ, ਤੇ ਮੁਸਕਾਨ ਬਜਾਜ ਜੀ ਨੇ ਪੁੱਛਿਆ ਸੀ, ਤੇ ਉਹ ਕੀ ਅਪ ਟੂ ਮਾਰਕ ਹੈਗੀਆਂ ਕਿ ਉਹਨਾਂ 'ਚ ਕੋਈ ਘਾਟਵਾਦ ਹੈਗੀ ਹੈ? ਦੂਜਾ ਵੇਸਟ ਮੈਨੇਜਮੈਂਟ ਸਿਸਟਮ। ਦੂਜਾ ਕਿਹੜਾ ਸੀ?
ਦੂਜਾ ਸੀਗਾ ਇਹਨਾਂ ਦਾ ਉਹ ਡਰੇਨੇਜ ਸਿਸਟਮ ਨਹੀਂ ਸੀਗਾ, ਵੇਸਟ ਮੈਨੇਜਮੈਂਟ ਸਿਸਟਮ, ਉਹ ਮੇਰੇ ਖਿਆਲ ਉਹਨਾਂ ਨੇ ਡਾਕਟਰ ਅਨੁਜਾ ਨੇ ਉਹ ਕਵਰ ਕਰ ਲਿਆ ਸੀਗਾ। ਵਾਟਰ ਮੈਨੇਜਮੈਂਟ ਤੇ ਵੇਸਟ ਮੈਨੇਜਮੈਂਟ। ਹਾਂਜੀ। ਐਕਚੁਅਲੀ ਦੇਖੋ, ਇੱਕ ਤਾਂ ਇਹ ਹੁੰਦਾ ਕਿ ਮੈਂ ਖੁਦ ਉਹ ਰਿਪੋਰਟਾਂ ਦੇਖੀਆਂ ਨਹੀਂ, ਮੈਂ ਇਸ ਕਰਕੇ ਕਮੈਂਟ ਕਰਨ ਦੇ ਮੈਂ ਯੋਗਤਾ ਨਹੀਂ ਰੱਖਦਾ, ਪਰ ਜਨਰਲੀ ਇਹ ਹੈ ਕਿ ਜਿਹੜੇ ਸਬਜੈਕਟ ਤੇ ਕੋਈ ਰਿਸਰਚ ਨਾ ਹੋ ਰਹੀ ਹੋਵੇ, ਸਮਥਿੰਗ ਆਲਵੇਜ਼ ਬੈਟਰ ਦੈਨ ਨਥਿੰਗ। ਜੀ ਜੋ ਵੀ ਹੋਇਆ ਤਾਂ ਅੱਛਾ ਹੀ ਹੋਇਆ ਹੋਣਾ, ਉਹਨੂੰ ਹੋਰ ਇੰਪਰੂਵ ਕੀਤਾ ਜਾ ਸਕਦਾ ਹੈ। ਜੀ। ਸੋ ਜਿਹੜਾ ਹੈ ਕਿ ਉਹ ਅਰਬਨਾਈਜੇਸ਼ਨ ਸੀ, ਉੱਥੇ ਵੇਸਟ ਮੈਨੇਜਮੈਂਟ ਸੀ, ਵਾਟਰ ਮੈਨੇਜਮੈਂਟ ਸੀ, ਸਾਡੇ 'ਚ ਇੱਕ ਨੁਕਸ ਹੁੰਦਾ ਕਿ ਅਸੀਂ ਨਾ ਸਾਰਾ ਕੁਝ ਹੀ ਲੱਭਣ ਲੱਗ ਜਾਂਦੇ ਹਾਂ ਉਹਦੇ ਵਿੱਚੋਂ। ਬਿਲਕੁਲ ਲਿਮਿਟੇਸ਼ਨਸ ਵੀ ਹੋਣਗੀਆਂ ਜ਼ਰੂਰ, ਐਸੀ ਗੱਲ ਨਹੀਂ, ਪਰ ਉਹਨਾਂ ਸਮਿਆਂ ਦੇ ਵਿੱਚ ਇੰਨੇ ਸੋਹਣੇ ਸ਼ਹਿਰ ਵਸਾ ਲੈਣੇ ਬੜੀ ਵੱਡੀ ਗੱਲ। ਸੋ ਵੇਸਟ ਮੈਨੇਜਮੈਂਟ ਜਿਹੜਾ ਸੀ ਉਹ ਡਾਕਟਰ ਅਨੁਜਾ ਨੇ ਸ਼ਾਇਦ ਆਪਣੀ ਉਹਦੇ ਵਿੱਚ ਕਵਰ ਕਰ ਲਿਆ ਸੀਗਾ, ਤੇ ਅੱਛੀ ਗੱਲ ਹੈ ਜੀ। ਹਾਂ ਬਈ ਜੇ ਕੁਛ ਨਹੀਂ ਹੈ ਉਸਨੂੰ ਅੱਗੇ ਵਧਾਇਆ ਜਾ ਸਕਦਾ ਹੈ। ਰਿਸਰਚ ਪ੍ਰੋਬਲਮਸ ਆਲਵੇਜ਼ ਮਤਲਬ ਉਹ ਜੋ ਫਾਰਮੂਲੇਟ ਕੀਤੀਆਂ ਜਾ ਸਕਦੀਆਂ ਨੇ, ਜੋ ਘਾਟ ਹੈ, ਜੋ ਵੈਕਿਊਮ ਹੈ, ਉਹ ਭਰਿਆ ਜਾ ਸਕਦਾ। ਬਹੁਤ ਧੰਨਵਾਦ ਡਾਕਟਰ ਭੱਟੀ ਸਾਹਿਬ, ਬਹੁਤ ਹੀ ਗਿਆਨਵਾਨ ਗੱਲਾਂ ਤੇ ਸਾਡੇ ਲਈ ਸੇਧ ਦੇਣ ਵਾਲੀਆਂ ਵੀ ਸੀ। ਹੁਣ ਮੈਂ ਸਾਡੇ ਜਿਹੜੇ ਬੋਹਤ ਨੇ, ਜਿਹੜੇ ਸਰਪੰਚ ਨੇ ਸਾਡੇ, ਸਰਪ੍ਰਸਤ ਨੇ ਡਾਕਟਰ ਨਿਰਮਲ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਸਾਰੇ ਸਮਾਗਮ ਦੇ ਬਾਰੇ ਆਪਣੇ ਵਿਚਾਰ ਤੇ ਸਰਪ੍ਰਸਤ ਹੋਣ ਨਾਤੇ ਅਸੀਂ ਉਹਨਾਂ ਤੋਂ ਅੱਜ ਇੱਕ ਬਹੁਤ ਨਿਮਾਣਾ ਜਿਹਾ ਕੰਮ ਵੀ ਲਵਾਂਗੇ ਕਿ ਵੋਟ ਆਫ ਥੈਂਕਸ ਵੀ ਉਹ ਕਰ ਦੇਣਗੇ ਸਾਡੇ ਵੱਲੋਂ, ਸਾਰਿਆਂ ਦਾ ਪੰਜਾਬੀ ਸਾਥ ਵੱਲੋਂ। ਇਹ ਹੁਣੀ ਆਇਆ ਸਵਾਲ ਹੈ ਨਾ? 30 ਹਾਂਜੀ ਹੁਣੀ ਆਇਆ। ਓਕੇ ਜਗਤਾਰ ਜੀ, ਸਵਾਲ ਕੀ ਹੈ? ਕਿਉਂ ਨਹੀਂ ਇਹਦਾ ਬਸ ਇੱਕ ਲਾਈਨ ਦਾ ਹੀ ਜਵਾਬ ਹੈ ਜੀ ਕਿ ਬੇਸ਼ੱਕ ਆਪਣੇ ਤੇ ਉਹਨਾਂ ਨੇ ਬੜੇ ਜ਼ੁਲਮ ਢਾਏ, ਹੋਰ ਕਰਿਆ, ਕ੍ਰੈਡਿਟ ਅੰਗਰੇਜ਼ਾਂ ਨੂੰ ਜਾਂਦਾ ਇਹਦਾ। ਸਾਡੀ ਸਰਕਾਰ ਨਹੀਂ ਸੀ, ਸਾਡੀਆਂ ਸਰਕਾਰਾਂ ਅੰਗਰੇਜ਼ਾਂ ਤੋਂ ਵੀ ਭੈੜੀਆਂ ਨੇ, ਇਹ ਕਿਸੇ ਦੀ ਪ੍ਰਾਇਓਰਟੀ ਤੇ ਨਹੀਂ ਹੈ। ਅੱਜ ਕੱਲ੍ਹ ਸਰਕਾਰਾਂ ਬਣਦੀਆਂ ਨੇ, ਅਗਲੇ 5 ਸਾਲ ਤੇ ਨਿਗਾਹ ਲੱਗ ਜਾਂਦੀ ਹੈ ਕਿ ਕਿੱਥੇ ਕਿੱਥੇ ਦਾਲ ਰੋਟੀ ਦਾ ਪ੍ਰੋਗਰਾਮ ਬਣਾਈਏ ਤੇ ਵੋਟਾਂ ਲਈਏ। ਇਹ ਸਰਵਾਈਵਲ ਮੋਡ 'ਚ ਨੇ ਸਾਰੇ। ਸੋ ਇਸ ਕਰਕੇ ਹੋਣਾ ਵੀ ਨਹੀਂ, ਇਹ ਤਾਂ ਕੋਈ ਲੋਕ ਪੱਖੀ ਚੱਜ ਦੇ ਬੰਦਿਆਂ ਦੀਆਂ ਸਰਕਾਰਾਂ ਆਉਣਗੀਆਂ ਤਾਂ ਹੀ ਕਰੂਗਾ ਕੋਈ। ਇਹਨਾਂ ਕੋਲ ਵਿਚਾਰਿਆਂ ਕੋਲ ਟਾਈਮ ਕਿੱਥੇ, ਤਾਂ ਇੱਕ ਦੂਜੇ ਦੇ ਖਿਲਾਫ ਸਾਜ਼ਿਸ਼ਾਂ ਤੋਂ ਨਹੀਂ ਮੌਕਾ ਮਿਲਦਾ। ਏਡੀ ਸਿੰਘ ਘਾਟੀ ਦੀ ਸਬਤਾ, ਇਹਨਾਂ ਨੂੰ ਤਾਂ ਕੱਲ ਦਾ ਫਿਕਰ ਹੈ। ਇੱਕ ਦਿਨ ਦਾ ਗਿਣ ਕੇ ਐਮਐਲਏ ਤਾਂ ਸੌਂਦੇ ਨੇ, ਮੁੱਖ ਮੰਤਰੀ ਕਿਹੜੀ ਖੋਜ ਕਰਨਗੇ? ਬਾਕੀ ਜੇ ਖੋਜ ਕਰਨਗੇ ਵੀ ਤਾਂ ਕੱਢ ਕੇ ਵੇਚ ਦੇਣਾ ਸਾਰਾ ਕੁਝ ਇਹਨਾਂ ਨੇ। ਤਾਂ ਉਹ ਕਿਸੇ ਦੇਖਣਗੇ ਇਹਦੇ ਵਿੱਚ ਵੋਟਾਂ ਕਿੰਨੀਆਂ ਮਿਲਦੀਆਂ ਨੇ, ਮਤਲਬ ਵੋਟਾਂ ਕਿਨੇ, ਇਸ ਗੱਲ ਤੇ ਵੋਟ ਕਿੱਥੇ ਪਾਉਂਦਾ ਕੋਈ। ਕਿ ਇਸ ਗੱਲ ਨਾਲ ਮੈਂ ਸਹਿਮਤ ਇਸ ਕਰਕੇ ਵੀ ਹਾਂ ਕਿ ਅਸੀਂ ਨਾ ਜਿਹੜੇ ਤੇਜਾ ਸਿੰਘ ਜੀ ਸੀ, ਜਿਹੜੇ ਸੰਘੋਲ ਦਾ ਜਿਹੜੀ ਮੋਨੈਸਟਰੀਜ਼ ਨੇ ਸਾਰੇ ਦੇਖਦੇ ਆ, ਸ਼ੁਰੂ ਤੋਂ ਹੀ ਦੇਖ ਰਹੇ ਆ, ਮਤਲਬ ਉਹ ਐਕਸਕੇਵੇਸ਼ਨ ਦੇ ਟਾਈਮ ਤੋਂ ਨਾਲ ਨੇ ਉਹਨਾਂ ਦੇ, ਤੇ ਹੁਣ ਰਿਟਾਇਰ ਹੋ ਗਏ। ਤੇ ਉਹਨਾਂ ਨਾਲ ਸਾਨੂੰ ਗੱਲ ਕਰਨ ਦਾ ਮੌਕਾ ਲੱਗਿਆ, ਕਹਿੰਦੇ ਮੈਨੂੰ 400 ਸਾਈਟਸ ਹੋਰ ਪਤਾ ਨੇ ਇਸ ਟਾਈਮ। ਅਸੀਂ ਉਹਨਾਂ ਦਾ ਮਤਲਬ ਵੀਡੀਓਜ਼ ਬਣਾਈਆਂ, ਇੰਟਰਵਿਊਜ਼ ਵਾਂਗੂ ਕੀਤਾ ਉਹਨਾਂ ਦਾ, ਤੇ 400 ਸਾਈਟਸ ਮੈਨੂੰ ਪਤਾ ਨਹੀਂ, ਬਟ ਕੋਈ ਤਿਆਰ ਨਹੀਂ ਉਹਨਾਂ ਨੂੰ ਐਕਸਕੇਵੇਟ ਕਰਨ ਲਈ, ਉਹਨਾਂ ਨੂੰ ਖੋਦਣ ਲਈ, ਉਹਨਾਂ ਦੀ ਖੁਦਾਈ ਕਰਨ ਲਈ ਕੋਈ ਤਿਆਰ ਨਹੀਂ ਹੈਗਾ। ਸਰਕਾਰਾਂ ਤਿਆਰ ਨਹੀਂ ਤਾਂ ਬਹੁਤ ਕੁਝ ਐਸਾ ਹੈ ਜਿਹੜਾ ਮੈਨੂੰ ਪਤਾ, ਜਿਹੜੀ ਮੇਰੀ ਨੌਲੇਜ ਦੇ ਵਿੱਚ, ਕਿਉਂਕਿ ਨਾ ਉਹ ਫਿਰਦੇ ਰਹਿੰਦੇ, ਉਹਨਾਂ ਨੂੰ ਇੱਕ ਇਹ ਲੈ ਲਓ ਵੀ ਉਹਨਾਂ ਨੂੰ ਜਨੂਨ ਹੈ ਇਹੀ ਚੀਜ਼ ਦਾ। ਉਹਨਾਂ ਸਾਰਾ ਕੁਝ ਸਾਨੂੰ ਜਿਵੇਂ ਦੱਸਿਆ, ਤਾਂ ਇਹ ਚੀਜ਼ ਵਾਕਈ ਸਹੀ ਹੈ ਕਿ ਏਦਾਂ ਹੈਗਾ। ਸਰ ਕੋਈ ਐਸੀ ਆਰਗੇਨਾਈਜੇਸ਼ਨ ਵੀ ਹੋ ਸਕਦੀ ਹੈ ਜਿਹੜੀ ਕਿ ਸਰਕਾਰ ਤੱਕ ਜਾਂ ਸਰਕਾਰ ਨੂੰ ਇਹ ਕੋਈ ਮੈਮੋਰੰਡਮ ਦਿੱਤਾ ਜਾਵੇ ਕਿ ਇਹ ਜਿਹੜੀਆਂ ਖੁਦਵਾਈਆਂ ਨੇ ਇਹ ਕਰਵਾਈਆਂ ਜਾਣ, ਪਹਿਲ ਦੇ ਆਧਾਰ ਤੇ ਕਰਵਾਈਆਂ ਜਾਣ, ਜਾਂ ਕਿਸ ਤਰ੍ਹਾਂ ਵੀ ਕਰਵਾਈਆਂ ਜਾਣ? ਕੋਈ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਵੀ ਕ੍ਰੀਏਟ ਕੀਤੀ ਜਾ ਸਕਦੀ ਹੈ? ਆਰਕੀਓਲੋਜੀਕਲ ਸਰਵੇ ਆਫ ਇੰਡੀਆ ਆਲਰੇਡੀ ਹੈਗਾ, ਉਹਨਾਂ ਦਾ ਕੰਮ ਇਹੀ ਹੈ ਬੇਸਿਕਲੀ, ਉਹਨਾਂ ਨੇ ਇਹੀ ਕਰਨਾ ਹੁੰਦਾ, ਤੇ ਉਹਨਾਂ ਕੋਲੇ ਡੇਟਾ ਰਹਿੰਦਾ ਵੀ ਹੈ। ਬਟ ਉਹੀ ਗੱਲ ਜਿਵੇਂ ਵੀ ਨੀਅਤ ਹੀ ਸ਼ਾਇਦ ਕੋਈ ਇਸ ਤਰੀਕੇ ਦਾ ਹੋਵੇ, ਜਾਂ ਉਹਨਾਂ ਦੇ ਆਪਣੇ ਹੱਥ ਬੰਨੇ ਹੋਣ, ਤਾਂ ਉਹ ਮੈਮੋਰੈਂਡਮਸ ਵਗੈਰਾ ਉਹਨਾਂ ਕੋਲ ਸਾਰੀਆਂ ਚੀਜ਼ਾਂ ਹੈਗੀਆਂ, ਉਹਨਾਂ ਨੂੰ ਸ਼ਾਇਦ ਆਇਡੈਂਟੀਫਾਈਡ ਵੀ ਨੇ ਜਿਹੜੀਆਂ, ਉਹਨਾਂ ਨੂੰ ਇਹੀ ਮੇਨਟੇਨੈਂਸ ਜਿਹੜੀ ਹੈ, ਜਿਵੇਂ ਹੁਣ ਸੰਘੋਲ ਹੈ ਉਹ ਪੰਜਾਬ ਦਾ, ਬਟ ਉਹ ਹੁਣ ਸੈਂਟਰ ਦੇ ਅੰਡਰ ਆ ਗਿਆ। 1988 ਦੇ ਵਿੱਚ ਉਹ ਸੈਂਟਰ ਦੇ ਅੰਡਰ ਲਿਆਉਣਾ ਪਿਆ, ਕਿਉਂਕਿ ਜਿਹੜੀ ਸੂਬਾ ਸਰਕਾਰ ਹੈ ਉਹ ਨਹੀਂ ਕਰ ਸਕੀ ਉਹਨੂੰ ਮੇਨਟੇਨ। ਸੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹ ਹੈਗਾ ਆਲਰੇਡੀ ਇਹਨਾਂ ਕੰਮਾਂ ਦੇ ਲਈ, ਬਟ ਕਿਸ ਤਰੀਕੇ ਦਾ ਕੰਮ ਹੈ ਜਾਂ ਕਿੱਧਰ ਉਹਨਾਂ ਦਾ ਜ਼ਿਆਦਾ ਧਿਆਨ ਹੈ, ਇਹ ਚੀਜ਼ ਪ੍ਰਾਇਓਰਟਾਈਜ਼ ਕਿਹੜਾ। ਡਾਕਟਰ ਨਿਰਮਲ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਤੇ ਡਾਕਟਰ ਸਾਹਿਬ ਤੁਹਾਡਾ ਸਵਾਗਤ। ਹਾਂਜੀ, ਪਹਿਲਾਂ ਤਾਂ ਗੁਰਪ੍ਰੀਤ ਤੁਹਾਨੂੰ ਆਵਾਜ਼ ਆਉਂਦੀ ਹੁਣ? ਜੀ ਆ ਰਹੀ ਹੈ ਜੀ ਆ ਰਹੀ ਹੈ। ਚਲੋ ਬਹੁਤ ਧੰਨਵਾਦ। ਮੈਂ ਤੁਹਾਡਾ ਸਾਰਿਆਂ ਦਾ ਇੰਨੇ ਜ਼ਿਆਦਾ ਵਿਦਵਾਨ ਇਕੱਠੇ ਕਰਨ ਦਾ, ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਇਕੱਠੇ ਕਰਨ ਦਾ, ਯੂਨੀਵਰਸਿਟੀਆਂ ਤੱਕ ਦੇ ਖੋਜੀਆਂ ਦਾ, ਤੁਹਾਡਾ ਸਾਰੇ
ਕਿ ਸਾਡੇ ਆਪਣੇ ਬੱਚੇ ਹੋ ਤੁਸੀਂ, ਤੁਹਾਡਾ ਧੰਨਵਾਦ ਕਿਵੇਂ ਕਰਾਂ, ਮੇਰੇ ਕੋਲ ਸ਼ਬਦ ਹੈ ਨਹੀਂ। ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਜਾਂ ਜਿਹੜੀ ਇਹ ਸੋਚ ਹੈ ਪੰਜਾਬ ਨੂੰ ਕੇਂਦਰ 'ਚ ਰੱਖ ਕੇ ਸੋਚਣ ਦੀ, ਤੇ ਇੱਕ ਬਾਬੇ ਬੁੱਲੇ ਸ਼ਾਹ ਦਾ ਕੌਲ ਹੈ ਨਾ, ਕੀ ਜਾਣਾ ਮੈਂ ਕੌਣ। ਬਾਬੇ ਬੁੱਲੇ ਸ਼ਾਹ ਕਹਿੰਦਾ ਸੀ ਵੀ ਮੈਂ ਕੌਣ ਆ। ਅਸੀਂ ਪੰਜਾਬੀਆਂ ਨੇ ਜਿਹੜੀ ਤੁਸੀਂ ਆਹ ਸ਼ੁਰੂਆਤ ਕੀਤੀ ਹੈ ਨਾ ਵੀ ਕੌਣ ਹੈ ਆਪਾਂ, ਕੋਈ ਘਟੀਆ ਨਹੀਂ ਹੁੰਦਾ, ਕੋਈ ਵਧੀਆ ਨਹੀਂ ਹੁੰਦਾ, ਸਾਰੀਆਂ ਸੱਭਿਅਤਾਵਾਂ ਆਪਣੇ ਆਪਣੇ ਥਾਂ ਦੇ ਉੱਤੇ ਉਹਨਾਂ ਦਾ ਯੋਗਦਾਨ ਆ। ਪਰ ਜਿਹੜੇ ਪੰਜਾਬ ਦੀਆਂ ਵਿਲੱਖਣ ਪ੍ਰਾਪਤੀਆਂ ਨੇ, ਜਿਹੜੀਆਂ ਪਹਿਲ ਕਦਮੀਆਂ ਨੇ, ਜਿਹੜੀਆਂ ਅੱਜ ਤੀਕਰ ਜਾਰੀ ਆ, ਡਾਕਟਰ ਭੱਟੀ ਹੁਣੇ ਕਹਿ ਕੇ ਹਟੇ ਨੇ। ਆ ਦਿੱਲੀ ਮੋਰਚੇ ਦੀ ਗੱਲ ਕੀਤੀ ਆ, ਇਹ ਇਤਿਹਾਸ ਦੇ ਵਿੱਚ ਕਦੇ ਇਹੋ ਜਿਹਾ ਮੋਰਚਾ ਲੱਗਾ ਹੀ ਨਹੀਂ, ਨਾ ਕਦੇ ਲੱਗਣਾ। ਇਹ ਪੰਜਾਬੀਆਂ ਦੇ ਹਿੱਸੇ ਹੀ ਆਇਆ। ਜੇ ਇਹੋ ਜਿਹੇ ਸ਼ਹਿਰ ਵਸਾਏ ਨੇ, ਉਹ ਵੀ ਪੰਜਾਬੀਆਂ ਨੇ ਵਸਾਏ ਨੇ। ਜੇ ਸਾਰਿਆਂ ਦਾ ਭਲਾ ਮੰਗਿਆ ਤਾਂ ਉਹ ਵੀ ਪੰਜਾਬੀਆਂ ਨੇ ਮੰਗਿਆ। ਆ ਜੈਂਡਰ ਦੀ ਗੱਲ ਬੀਬੀਆਂ ਕਰਕੇ ਗਈਆਂ ਸੀਗੀਆਂ, ਤੇ ਸਾਡੇ ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਗੱਲ ਹੈਗੀ ਆ। ਸਾਡੀ ਤਾਂ ਇੱਕ ਲਗਭਗ ਅਸੀਂ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਦੇ ਸੁਣਦੇ ਰਹੇ, ਔਰਤ ਘਰ ਦੀ ਚਾਰ ਦੀਵਾਰੀ ਦੇ ਵਿੱਚ ਬੰਦ ਸੀਗੀ ਤੇ ਯੂਨੀਵਰਸਿਟੀਆਂ ਵਾਲਿਆਂ ਨੇ, ਪੜ੍ਹੇ ਲਿਖਿਆਂ ਨੇ ਉਹਨੂੰ ਬਾਹਰ ਦਾ ਰਾਹ ਦਿਖਾਇਆ। ਤੇ ਮੈਨੂੰ ਤਾਂ ਕਦੀ ਨਹੀਂ ਲੱਗਾ, ਮੈਂ ਤਾਂ ਆਪਣੇ ਨਾਨੀਆਂ, ਦਾਦੀਆਂ, ਮਾਵਾਂ, ਉਹਨਾਂ ਸਾਰੀਆਂ ਨੂੰ ਘਰ ਦੇ 'ਚ ਸਰਦਾਰੀ ਕਰਦਿਆਂ ਨੂੰ ਦੇਖਿਆ। ਇੱਕ ਮੋਟੀ ਜਿਹੀ ਮਿਸਾਲ ਛੋਟੀ ਜਿਹੀ ਦਿਨ ਭੱਟੀ ਹੋਰਾਂ ਨੂੰ ਤਾਂ ਪਤਾ ਹੀ ਹੈ, ਸੋਸ਼ੋਲੋਜੀ ਦੇ ਮਾਹਰ ਨੇ ਉਹ। ਤੇ ਜਦੋਂ ਮੰਡੀ 'ਚ ਸਾਡੇ ਪਿਓ ਜਿਣਸ ਲੈ ਕੇ ਜਾਂਦੇ ਸੀ ਗੱਡਾ ਲੱਦ ਕੇ, ਤੇ ਜਿਣਸ ਤੋਂ ਬਾਅਦ ਬੀਬੀਆਂ ਨੇ ਆਪਣਾ ਸੌਦਾ ਪੱਤਾ, ਕੱਪੜਾ ਲੀੜਾ ਖਰੀਦਣਾ ਹੁੰਦਾ ਸੀਗਾ, ਤੇ ਉਹ ਫਿਰ ਬਜਾਜੀਆਂ ਕੋਲੇ ਜਾਂ ਕਿਸੇ ਹੱਟੀਆਂ ਤੇ ਲੈ ਜਾਂਦੇ ਸੀ। ਤੇ ਸਾਡਾ ਜਿਹੜਾ ਭਾਊ ਹੁੰਦਾ ਸੀ ਉਹ ਤਾਂ ਪਾਸੇ ਤੇ ਬਹਿ ਜਾਂਦਾ ਸੀ, ਜੋ ਬੀਬੀਆਂ ਜੋ ਮਰਜ਼ੀ ਖਰੀਦੀ ਜਾਂਦੀਆਂ ਸੀ। ਸਾਰਾ ਕੁਛ ਤਾਂ ਉਹਦੇ ਹੱਥ 'ਚ ਹੁੰਦਾ ਸੀ। ਕੋਈ ਜੰਮ ਪਏ ਤੇ ਕੋਈ ਮਰ ਜੇ, ਬੀਬੀਆਂ ਨੂੰ ਹੁਣ ਤੱਕ ਪਤਾ ਹੁੰਦਾ ਵੀ ਇਹਦੇ ਘਰੇ ਵਿਆਹ 'ਚ ਜਦੋਂ ਅਸੀਂ ਗਏ ਸੀ, ਇਹਨਾਂ ਨੇ ਸਾਨੂੰ ਕੀ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਕੀ ਦੇਣਾ, ਸਾਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੁੰਦਾ। ਅਸੀਂ ਐਵੇਂ ਹੀ ਹੈਂਕੜਬਾਜ਼ ਹੋਣ ਕਰਕੇ। ਫਿਰ ਦੂਜੀ ਗੱਲ, ਸਾਡੀ ਸੱਥ ਵਾਲਿਆਂ ਦੀ ਤਾਂ ਮੁੱਢ ਤੋਂ ਹੀ ਧਾਰਨਾ ਹੈ ਵੀ ਔਰਤ ਦਾ ਰੁਤਬਾ ਮਰਦ ਦੇ ਬਰਾਬਰ ਕਰਕੇ ਅਸੀਂ ਸ਼ੈਤਾਨੀ ਵਾਲਾ ਇੱਕ ਕੰਮ ਕੀਤਾ। ਔਰਤ ਮਰਦ ਦੇ ਬਰਾਬਰ ਕਿਵੇਂ ਹੋ ਸਕਦੀ ਆ? ਉਹਦਾ ਤਾਂ ਰੁਤਬਾ ਉੱਚਾ, ਕੁਦਰਤ ਸਿਰਜਣਾ ਕਰਦੀ ਆ, ਉਹ ਕਿਸੇ ਨੇ ਨਹੀਂ ਦੇਖੀ। ਕੋਈ ਰਾਹ ਬਗੌੜ ਜੋ ਕਿਸੇ ਨੂੰ ਪਤਾ ਨਹੀਂ ਉਹਦਾ ਦਫ਼ਤਰ ਕਿੱਥੇ ਆ, ਪਰ ਸਾਡੇ ਸਾਹਮਣੇ ਕੌਣ ਸਿਰਜਣਾ ਕਰਦਾ? ਸਾਡੀਆਂ ਧੀਆਂ ਭੈਣਾਂ, ਸਾਡੀਆਂ ਮਾਵਾਂ। ਨਵਾਂ ਮਨੁੱਖ, ਨਵਾਂ ਜੀ, ਨਵਾਂ ਜੰਤੂ ਉਹ ਪੈਦਾ ਕਰਦੀਆਂ ਨੇ। ਸੋ ਇਹ ਪੰਜਾਬ ਦੀ ਸੱਭਿਅਤਾ ਨੂੰ ਮਾਣ ਹੈ। ਮੈਂ ਬਹੁਤਾ ਵਿਸਥਾਰ 'ਚ ਨਾ ਜਾਂਦਾ ਹੋਇਆ ਇਹੀ ਕਹਾਂ ਕਿ ਜਿਹੜਾ ਤੁਹਾਡਾ ਅੱਜ ਦਾ ਉਪਰਾਲਾ ਹੈ, ਇਹ ਇੰਨਾ ਸਾਰਥਕ ਆ ਤੇ ਇੰਨੇ ਦੇ ਨਤੀਜੇ ਨਿਕਲਣਗੇ, ਪੱਕੀ ਗੱਲ ਹੈ। ਕਿਉਂਕਿ ਸਾਡੀ ਉਮਰ ਤਾਂ ਲੱਗੀ 80 ਸਾਲਾਂ ਦਾ ਹੋ ਗਿਆ ਹੁਣ, ਕਿੰਨਾ ਕੁ ਨਦੀ ਕਿਨਾਰੇ ਰੁਖੜਾ। ਤੇ ਤੁਸੀਂ ਜਿਹੜੀ ਇਹ ਗਾਂ ਲੀ ਤੋਰੀ ਆ, ਇਹਦੇ ਨਾਲ ਮੈਨੂੰ ਅਤਿਅੰਤ ਖੁਸ਼ੀ ਹੁੰਦੀ ਆ। ਆ ਪਿਛਲੇ 2 ਮਹੀਨਿਆਂ ਦੇ ਵਿੱਚ ਹੀ ਮੈਂ ਬਾਕੀ ਜਿਹਨਾਂ ਦੀ ਜਾਣਕਾਰੀ ਲਈ ਵੀ ਦੱਸ ਦਿਆਂ ਥੋੜਾ ਜਿਹਾ। ਇਹਨਾਂ ਮੁੰਡਿਆਂ ਨੇ ਪਹਿਲਾਂ ਪੰਜਾਬ ਦੇ ਵਿਲੱਖਣਤਾ ਨੂੰ, ਵੰਨ-ਸੁਵੰਨਤਾ ਨੂੰ, ਭਿੰਨਤਾ ਨੂੰ, ਉਹਨੂੰ ਪਛਾਣਨ ਦੀ ਕੋਸ਼ਿਸ਼ ਕੀਤੀ। ਪੁਆਧ ਦਾ ਇਲਾਕਾ ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ ਹੁੰਦਾ। ਚੰਡੀਗੜ੍ਹ ਵਾਲੇ ਆਪ ਹੀ ਪੁਆਧੜੇ ਆ ਕੇ ਬਹੁਤ ਬੜੇ ਵਿਚਾਰੇ ਹੀਣ ਭਾਵਨ ਦੇ ਸ਼ਿਕਾਰ ਹੁੰਦੇ ਸੀ। ਤੇ ਇਹਨਾਂ ਨੇ ਪੁਆਧੀ ਦਾ ਵੈਬੀਨਾਰ ਕਰਵਾ ਕੇ, ਪਿੱਛੇ ਜੇ ਥੋੜੇ ਦਿਨ ਹੋਏ ਨੇ ਜੇ, ਇਹਨਾਂ ਨੇ ਕਰਵਾ ਕੇ ਪੁਆਧੀਆਂ ਨੂੰ ਮਾਣ ਬਖਸ਼ਿਆ। ਉਹਨਾਂ ਨੂੰ ਬੰਦਿਆਂ ਦੀ ਕਤਾਰ ਦੇ ਵਿੱਚ ਲਿਆ ਕੇ ਖੜਾ ਕੀਤਾ। ਤੇ ਉਦੋਂ ਵੀ ਗਾਂ ਇੱਕ ਹੋਰ ਮਾਰਕਾ ਮਾਰਿਆ, ਪਹਾੜੀਆਂ ਬਾਰੇ ਅਸੀਂ ਬੜੇ ਘਟੀਆ ਮਜ਼ਾਕ ਬਣਾਏ ਹੋਏ ਸੀ। ਪਹਾੜੀਆਂ ਨੂੰ ਕੀ ਸਮਝਦੇ ਸੀ? ਕੁਛ ਵੀ ਨਹੀਂ ਗਏ। ਪਹਾੜੀ ਯਾਰ ਕਿਸਕੇ ਪੱਤ ਖਾਦਾ ਦੇ ਖਿਸਕੇ, ਬਥੇਰੀਆਂ ਗੱਲਾਂ ਬਣਾਈਆਂ ਹੋਈਆਂ ਸੀ। ਤੇ ਇਹਨਾਂ ਨੇ ਪਹਾੜੀ ਪੰਜਾਬੀ ਸੱਥ ਦਾ ਫਿਰ ਕਰਵਾ ਕੇ ਇੱਕ ਸਮਾਗਮ, ਫਿਰ ਇਹਨਾਂ ਨੇ ਇਹੋ ਜਿਹੇ ਮਾਰ ਕੇ ਮਾਰੇ ਨੇ। ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਮੁੰਡਿਆਂ ਦੇ ਕਿੱਥੋਂ ਆਉਂਦੀ ਗੱਲ। ਤੇ ਮੋਤਾ ਸਿੰਘ ਨੇ ਜਦੋਂ ਇਹਨਾਂ ਨਾਲ ਮੁਲਾਕਾਤ ਕੀਤੀ ਆ ਤੇ ਉਹਨੇ ਇਹ ਹੀਰੇ ਕਿੱਥੋਂ ਲੱਭ ਲਿਆ। ਇਹ ਦੋਹਾਂ ਦੀ ਜੋੜੀ, ਗੁਰਪ੍ਰੀਤ ਦੀ ਵੀ ਤੇ ਜਗਤਾਰ ਦੀ ਵੀ, ਮੈਂ ਇਹਨਾਂ ਦਾ ਨਾਂ ਤਾਂ ਲੈਣਾ ਨਾ ਵੀ ਇਹ ਮੋਹਰੇ ਹੋ ਕੇ ਕੰਮ ਕਰਦੇ ਨੇ, ਪਰ ਇਹਨਾਂ ਨਾਲ ਵੱਡੀ ਵੱਡੀ ਟੀਮ ਹੈ। ਹੁਣ ਇਹ ਜਿਹੜੇ ਕੰਮ ਕਰ ਰਹੇ ਨੇ, ਇਹਨਾਂ ਤੋਂ ਸਾਨੂੰ ਪੂਰੀਆਂ ਆਸਾਂ ਨੇ। ਜਿਹੜਾ ਅੱਜ ਜਿੰਨੇ ਵੀ ਸਾਡੇ ਭੈਣਾਂ ਭਰਾਵਾਂ ਨੇ ਸ਼ਿਰਕਤ ਕੀਤੀ ਆ, ਉਹ ਸਾਰੇ ਬਹੁਤ ਬਹੁਤ ਧੰਨਵਾਦ ਦੇ ਪਾਤਰ ਨੇ। ਹਰ ਇੱਕ ਨੇ ਆਪਣੇ ਆਪਣਾ ਪੱਖ ਤੋਂ ਵੱਖਰੀਆਂ ਗੱਲਾਂ ਕੀਤੀਆਂ। ਆ ਸਾਡਾ ਮੇਰਾ ਭਰਾ ਛੋਟਾ ਹਰਪ੍ਰੀਤ,
ਹੁਣ ਇਹਨੂੰ ਮੈਂ ਡਾਕਟਰ ਕਹਾਂ ਕਿ ਖੋਜੀ ਕਹਾਂ, ਇਤਿਹਾਸਕਾਰ ਕਹਾਂ, ਆਰਕੀਓਲੋਜਿਸਟ ਕਹਾਂ ਕਿ ਸੋਸ਼ੋਲੋਜੀ ਵਾਲਾ ਕਹਾਂ ਕਿ ਹਿਸਟੋਰੀਅਨ ਕਹਾਂ, ਕੀ ਕਹਾਂ? ਹੈ ਤੇ ਗੁਰਪ੍ਰੀਤ ਨੇ ਠੀਕ ਹੀ ਕਿਹਾ ਵੀ 6 ਦਿਨ ਤਾਂ ਟੀਕੇ ਲਾਉਂਦਾ ਰਹਿੰਦਾ, 7ਵੇਂ ਦਿਨ ਪਤਾ ਨਹੀਂ ਕਿੱਥੋਂ ਇੱਥੇ ਦਿਮਾਗ 'ਚ ਇੰਨਾ ਕੁਛ ਇਕੱਠਾ ਕਰ ਲੈਂਦਾ। ਜਦੋਂ ਅਸੀਂ ਵਿਰਾਸਤ ਪੰਜਾਬ ਦਾ ਅੱਜ ਤੋਂ 8-9 ਸਾਲ ਪਹਿਲਾਂ ਕਿਤਾਬ ਛਾਪੀ, ਮੈਂ ਇਹਨੂੰ ਕਿਹਾ ਯਾਰ ਤੂੰ ਨਕਸ਼ੇ ਵੀ ਬਣਾ ਲੈਂਦੇ ਨੇ। ਪੱਟੀ ਸਾਹਿਬ ਨੇ ਨਕਸ਼ੇ ਆਪ ਹੱਥਾਂ ਨਾਲ ਬਣਾਏ, ਪੰਜਾਬ ਨੂੰ ਕੇਂਦਰ 'ਚ ਰੱਖ ਕੇ ਸਾਰੇ ਪੰਜਾਬ ਦੇ ਉੱਤੇ ਵੱਖਰੀਆਂ ਵੱਖਰੀਆਂ ਹਕੂਮਤਾਂ, ਵੱਖਰੇ ਵੱਖਰੇ ਬਾਦਸ਼ਾਹੀਆਂ ਦਾ ਬੜੇ ਬੜੇ ਸਾਰਾ ਕੁਛ ਦੁਨੀਆ ਆਈ, ਕਿਵੇਂ ਪੰਜਾਬ ਨੂੰ ਬਦੌਲ ਕੇ ਤੇ ਗਾਂਹ ਲੰਘਦੇ ਗਏ, ਤੇ ਪਰ ਇਹਨੇ ਪੰਜਾਬ ਦਾ ਖੜਾ ਨਹੀਂ ਛੱਡਿਆ। ਆਪਣੀ ਲਿਪੀ ਬਾਰੇ ਜਿਹੜੀ ਖੋਜ ਇਹਨੇ ਕੀਤੀ, ਮੇਰਾ ਯੂਨੀਵਰਸਿਟੀ ਨਾਲ ਬਹੁਤ ਵਾਹ ਵੀ ਰਿਹਾ, ਤੁਹਾਡਾ ਤਾਂ ਹੈਗਾ ਹੀ ਆ, ਤੇ ਉਹ ਯੂਨੀਵਰਸਿਟੀਆਂ ਵਾਲੇ ਤੇ ਕਈ ਗੱਲਾਂ ਜਿਹੜੀਆਂ ਮਸ਼ੀਨੀ ਗੱਲਾਂ ਹੁੰਦੀਆਂ ਨੇ ਉਹੋ ਜਿਹੀਆਂ ਕਰਦੇ ਹੁੰਦੇ ਆ, ਚਲੋ ਉਹਨਾਂ ਦਾ ਆਪਣਾ ਕਾਰਜ ਖੇਤਰ ਹੈ। ਤੇ ਫਿਰ ਮੋਤਾ ਸਿੰਘ ਦੀ ਕੱਲ ਵਾਲੀ ਮੈਂ ਇੰਟਰਵਿਊ ਸੁਣਦਾ ਸੀ ਅੱਜ, ਜਦੋਂ ਉਹਨੇ ਆਸਟ੍ਰੇਲੀਆ ਵਾਲੀ ਉਹ ਕੁੜੀ ਬੋਲਣ ਲੱਗੀ, ਤੇ ਉਹ ਨਹੀਂ ਜਿਹੜੀਆਂ ਐਂਕਰ ਕੁੜੀਆਂ ਮੁੰਡੇ ਜੇ ਹੁੰਦੇ ਨੇ ਨਾ, ਇਹ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੇ, ਇਹ ਹਾਵੀ ਹੋ ਜਾਂਦੇ ਉੱਪਰ, ਇਹ ਆਪਣੀ ਵਿਦਵਤਾ ਦਾ ਵਿਖਾਵਾ ਕਰਦੇ ਆ, ਤੇ ਉਹ ਕੁੜੀ ਵਿਚਾਰੀ ਹੱਕੀ ਬੱਕੀ ਰਹੇਗੀ, ਉਹ ਗੱਲ ਕਿਹੜੀ ਕਰੇ, ਕਿਉਂਕਿ ਗੱਲ ਹੈ ਹੀ ਨਹੀਂ ਸੀ। ਤੇ ਭੱਟੀ ਸਾਹਿਬ ਨੇ ਬੜੀ ਗੱਲ ਕੀਤੀ ਹੈ ਵੀ ਜਿਹੜੀ ਹੋਣ ਵਾਲੀ ਵਿੱਦਿਆ, ਇਹ ਵਿੱਦਿਆ ਨੇ ਸਾਨੂੰ ਸਿਖਾਇਆ ਨਹੀਂਗਾ। ਸ਼ਹਿਰ ਦੀ ਗੱਲ ਕੀਤੀ ਹੈ ਨਾ ਇਹਨਾਂ ਨੇ, ਸਾਨੂੰ ਡਰੂ ਬਣਾ ਦਿੱਤਾ। ਅਸੀਂ ਹਰ ਚੀਜ਼ ਤੋਂ ਭੈ, ਸਾਡੇ ਵਿੱਚ ਕੀ ਹੈਗਾ, ਨਿਰਭਉ ਹੋਏ ਭਜੋ ਭਗਵਾਨਾ, ਡਰ ਕਿਹੜੀ ਗੱਲ ਦਾ। ਤੇ ਸੋਈ ਮੈਂ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਪੰਜਾਬੀ ਸੱਥ ਵੱਲੋਂ, ਪੰਜਾਬੀ ਸੱਥ ਦੇ ਜਿਹੜੇ ਸੰਕਲਪ ਹੈ ਉਹ ਤੁਹਾਡੀ ਪਕੜ 'ਚ ਆਇਆ, ਇਸ ਪੱਖੋਂ ਬੇਹੱਦ ਸ਼ੁਕਰਗੁਜ਼ਾਰ ਹੈ। ਤੇ ਇਹੋ ਹੀ ਸਾਨੂੰ ਤਸੱਲੀ ਹੁੰਦੀ ਆ, ਜੇ ਹੁਣ ਅਸੀਂ ਅਗਲੇ ਜਹਾਨੇ ਵੀ ਤੁਰਨਾ ਹੋਊ ਤੇ ਸਾਡੇ ਮਨ 'ਚ ਕੋਈ ਫਿਕਰ ਬਾਕਾ, ਕੋਈ ਸੰਸ਼ਾ, ਕੋਈ ਚਿੰਤਾ ਨਹੀਂ ਗੀ, ਕਿਉਂਕਿ ਤੁਸੀਂ ਸਾਡੇ ਆਉਣ ਵਾਲੇ ਫਰਜ਼ੰਦ, ਤੁਸੀਂ ਆਉਣ ਵਾਲੇ ਪੰਜਾਬ ਦੇ ਰਖਵਾਲੇ, ਪੰਜਾਬੀ ਦੇ ਰਖਵਾਲੇ। ਪਰ ਨਾਲ ਦੀ ਨਾਲ ਅਸੀਂ ਇੱਕ ਹਮੇਸ਼ਾ ਹੀ ਇਹ ਕਹਿੰਦੇ ਹੁੰਦੇ ਹਾਂ ਵੀ ਪੰਜਾਬੀਅਤ ਕਿਤੇ ਸਮਾਨ ਤੋਂ ਨਹੀਂ, ਉੱਤੋਂ ਉੱਤਰ ਕੇ ਆਈ ਹੋਈ। ਸਾਡੇ ਵਰਗੇ ਹਰ ਮੁਲਕ ਦੀ, ਹਰ ਸੱਭਿਆਚਾਰ ਦੀ, ਹਰ ਬੋਲੀ ਦੀ, ਹਰ ਧਰਮ ਦੀ ਆਪਣੀ ਵਿਲੱਖਣਤਾ ਹੁੰਦੀ ਹੈ, ਤੇ ਵੰਨ-ਸੁਵੰਨਤਾ ਦੀ ਜਿਹੜੀ ਏਕਤਾ ਹੈ ਉਹ ਹੀ ਸਾਡਾ ਫਲਸਫਾ ਹੈ। ਕਿਉਂਕਿ ਮੈਂ ਤਾਂ ਸਾਇੰਸ ਦਾ ਵਿਦਿਆਰਥੀ ਹਾਂ, ਬਾਇਓਡਾਇਵਰਸਿਟੀ ਤੋਂ ਬਗੈਰ ਤਾਂ ਵਾਤਾਵਰਣ ਨੇ ਵੀ ਨਹੀਂ ਬਚਣਾ, ਤੇ ਬੋਲੀਆਂ ਨੇ ਵੀ ਨਹੀਂ ਬਚਣਾ, ਸਮਾਜ ਨੇ ਵੀ ਬਚਣਾ। ਤੇ ਜਿਹੜੀਆਂ ਸਿਆਸਤਾਂ ਸੂਸਤਾਂ ਜਿਹਨੇ ਪਖੰਡ ਤੁਰ ਰਿਹਾ ਹੈ, ਇਹ ਤਾਂ ਬਦਲਵਾਂ ਵਿਕਾਸ ਹੈ, ਇਹਦੇ ਬਾਰੇ ਗੱਲ ਕਰੀ ਜਾਂਦੇ ਨੇ, ਹੁਣ ਵੀ ਰੌਲਾ ਬੜਾ ਪਾਈ ਜਾਂਦੇ ਆ, ਤੇ ਅਸਲ ਕਾਰਨ ਤਾਂ ਵਾਤਾਵਰਣ ਦੀ ਤਬਾਹੀ ਆ। ਇੱਕ ਕਰੋਨਾ ਨੂੰ ਮਾਰਨਗੇ ਤੇ ਕੱਲ ਹੋਰ ਆ ਜਾਣਾ, ਫਿਰ ਹੋਰ ਆ ਜਾਣਾ, ਤੇ ਉਹਦੇ ਨਾਲ ਗੱਲ ਕੀ ਬਣਨੀ ਆ। ਤੋਂ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਸ਼ਕੂਰ ਹਾਂ, ਬਹੁਤ ਦਿਲੋਂ ਮਨੋਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦੀ ਹਾਂ। ਸ਼ਾਬਾਸ਼ ਦਿੰਦਾ ਤੁਹਾਨੂੰ, ਰੱਬ ਤੁਹਾਨੂੰ ਇਹਨਾਂ ਰਾਹਾਂ ਤੇ ਤੋਰੀ ਰੱਖੇ, ਤੇ ਇਹਨਾਂ ਵਿਦਵਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜੇ ਤੁਹਾਡੇ ਕਹਿਣ ਦੇ ਉੱਤੇ ਬਿਨਾਂ ਕਿਸੇ ਨਹੀਂ ਕਿ ਪਰਚਾ ਪੜਨ ਦੀਆਂ ਕੀਮਤਾਂ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੀ ਹੈ। ਤੇ ਉਹ ਇੱਥੇ ਆਏ ਨੇ ਵਿਚਾਰੇ, ਹੁਣ ਉਹ ਕਿਆਨੀ ਉਹਨਾਂ ਦਾ, ਉਹ ਅਸ਼ਰਫ ਲਾਹੌਰ ਵਾਲਾ ਸਾਡਾ ਸੱਥ ਦਾ ਹੀ ਬੰਦਾ ਹੈਗਾ, ਉਹਨੂੰ ਮੈਂ ਕਿਹਾ, ਇਹਨੂੰ ਜਗਤਾਰ ਨੂੰ, ਮੈਂ ਕਿਹਾ ਉਹਦੇ ਨਾਲ ਗੱਲ ਕਰਕੇ ਦੇਖੀ ਕੋਈ ਬੰਦਾ ਲੱਭ ਲੈਣਾ। ਉਹਨੇ ਸੱਚੀ ਲੱਭ ਲਿਆ, ਤੇ ਲੱਭਿਆ ਵੀ ਹੀਰਾ। ਗਾਂਹ ਦਾ ਪੁੱਤ ਵੀ ਪੰਜਾਬੀ ਵੀ ਜਾਣਦਾ ਤੇ ਹਿੰਦੀ ਵੀ ਜਾਣਦਾ, ਗੁਰਮੁਖੀ ਅੱਖਰ ਵੀ ਜਾਣਦਾ। ਮੈਂ ਕਿਹਾ ਕਮਾਲ ਹੈ ਯਾਰ, ਅਸੀਂ ਤਾਂ ਮੈਂ ਉਰਦੂ ਅੱਖਰ ਇੱਥੇ ਬੈਠੇ ਸਿੱਖੇ ਔਖੇ ਸੌਖੇ, ਤੇ ਉਹ ਜਾਣਦਾ। ਸੋ ਪੰਜਾਬੀ ਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਨੇ, ਇਹ ਮਜ਼ਬੂਤ ਹੀ ਰਹਿਣਗੀਆਂ, ਇਹ ਵੱਧਣ ਫੁੱਲਣਗੀਆਂ, ਇਹ ਸੰਸਾਰ ਨੂੰ ਰਾਹ ਵਿਖਾਉਣਗੀਆਂ। ਤੇ ਜੇ ਦੁਨੀਆ ਬਚੂਗੀ, ਦੁਨੀਆ ਨੂੰ ਪੰਜਾਬੀ ਬਚਾਊਗੀ, ਪੰਜਾਬ ਦਾ ਫਲਸਫਾ ਬਚਾਊਗਾ, ਪੰਜਾਬ ਦੀ ਵਿਚਾਰਧਾਰਾ ਬਚਾਊਗੀ। ਇੰਨਾ ਕਹਿੰਦਾ ਹੋਇਆ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ, ਧੰਨਵਾਦ। ਸੋ ਬਹੁਤ ਧੰਨਵਾਦ ਆਪ ਸਭ ਦਾ, ਡਾਕਟਰ ਨਿਰਮਲ ਸਿੰਘ ਹੁਣਾਂ ਦਾ, ਮੋਤਾ ਭਾਜੀ ਦਾ, ਡਾਕਟਰ ਹਰਵਿੰਦਰ ਭੱਟੀ ਦਾ ਖਾਸ ਤੌਰ ਤੇ ਇਹ ਇੰਨਾ ਸਮਾਂ ਕੱਢਣ ਲਈ ਤੇ ਸਾਨੂੰ ਗਿਆਨਵਾਨ ਗੱਲਾਂ ਕਰਨ ਲਈ, ਡਾਕਟਰ ਅੰਜਲੀ ਦਾ, ਡਾਕਟਰ ਅਨੂਜਾ ਦਾ, ਡਾਕਟਰ ਹਰਪ੍ਰੀਤ ਜੀ ਦਾ, ਜੋ ਖਾਸ ਤੌਰ ਤੇ ਇੰਨੀ ਧੁੱਪ ਦੇ ਵਿੱਚ, ਇੰਨੀ ਗਰਮੀ 'ਚ ਰੋਪੜ ਤੋਂ ਲਾਈਵ ਹੋਣਾ ਚਾਹੁੰਦੇ ਸੀ, ਉਹ ਚਲੋ ਕੁਛ ਕਾਰਨ ਕਰਕੇ ਜੋ ਨਹੀਂ ਹੋ ਸਕਿਆ, ਪਰ ਜੋ ਉਹਨਾਂ ਨੇ ਗੱਲਾਂ ਚਰਸ ਦਾ ਬਾਰੇ ਜਾਂ ਉਸ ਤੋਂ ਪਹਿਲਾਂ ਜਨਰਲ ਕਨਿੰਗਮ ਬਾਰੇ ਜੋ ਵੀ ਚੀਜ਼ਾਂ ਸਾਂਝੀਆਂ ਕੀਤੀਆਂ, ਉਸ ਲਈ ਸਾਰਿਆਂ ਦਾ, ਆਪ ਸਭ ਹਾਜ਼ਰੀਨ ਦਾ, ਜਿੰਨੇ ਵੀ ਲੋਕ ਸਟੂਡੈਂਟ ਜੁੜੇ ਨੇ, ਟੀਚਰਸ ਜੁੜੇ ਨੇ, ਤੇ ਖੋਜਾਰਥੀ ਜੋ ਜੁੜੇ ਨੇ, ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ। ਆਪਾਂ ਫਿਰ ਇਸੇ ਪਲੇਟਫਾਰਮ ਤੇ ਮਿਲਦੇ ਰਹਾਂਗੇ। ਤੁਸੀਂ ਆਪਣੇ ਜਿਹੜੀਆਂ ਈਮੇਲਸ ਤੇ ਤੁਹਾਡੇ ਫੀਡਬੈਕ ਫਾਰਮ ਆ ਜਾਏਗਾ, ਉਹ ਤੁਸੀਂ ਭਰ ਕੇ ਭੇਜ ਦੇਣਾ। ਬਹੁਤ ਧੰਨਵਾਦ ਜੀ ਆਪ ਸਭ ਦਾ, ਥੈਂਕ ਯੂ।
ਕਰੋ।